ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਤੇਗ ਨਿਵਾਸ ਮੁਜੱਸਮਾ ਆਮੇ ਹਯਾਤ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਅਜ਼ੀਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਦਾ ਜਨਮ ਮਈ 1718 ਦੇ ਵਿੱਚ ਹੋਇਆ ਸੀ ਤੇ 2018 ਦੇ ਵਿੱਚ ਉਹਨਾਂ ਦੇ ਜਨਮ ਦਾ 300 ਸਾਲਾ ਸੀ। ਉਹਨਾਂ ਦੇ ਜੀਵਨ ਦੇ ਉੱਪਰ ਖੋਜ ਕਰਨ ਦੇ ਦੌਰਾਨ ਮੈਨੂੰ ਇਸ ਇਲਾਕੇ ਦੇ ਵਿੱਚ ਆਉਣ ਦਾ ਕਾਫੀ ਵਾਰੀ ਮੌਕਾ ਮਿਲਿਆ, ਪਰ ਸੰਗਤ ਦੀ ਹਾਜ਼ਰੀ ਦੇ ਵਿੱਚ ਸਿੱਖ ਤਵਾਰੀਖ ਦੇ ਕੁਝ ਤੱਥ ਬਿਆਨ ਕਰਨ ਵਾਸਤੇ ਪਹਿਲੀ ਵਾਰੀ ਤੁਹਾਡੇ ਰੂਬਰੂ ਹਾਂ, ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ, ਜਿਨ੍ਹਾਂ ਦੇ ਨਾਲ ਮੇਰਾ ਨਿੱਜੀ ਪਿਆਰ ਹੈ, ਉਹਨਾਂ ਦੇ ਬਜ਼ੁਰਗ 2 ਬੀਬੀਆਂ ਔਰ ਇੱਕ ਉਹਨਾਂ ਦੇ ਵਡੇਰੇ ਇਸ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸੀ। ਸੋ ਕੋਸ਼ਿਸ਼ ਕਰੂੰਗਾ ਕਿ ਇਹ ਘੱਲੂਘਾਰਾ, ਜਦੋਂ ਅਸੀਂ ਇਸ ਘੱਲੂਘਾਰੇ ਦੀ ਗੱਲ ਕਰਦੇ ਹਾਂ ਜਿਹੜਾ ਇਤਿਹਾਸ ਦੇ ਵਿੱਚ ਵੱਡਾ ਘੱਲੂਘਾਰਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਸਹੀ ਅਰਥਾਂ ਦੇ ਵਿੱਚ ਜਦੋਂ ਆਪਣੀ ਲਿਖਤ ਬਹੁ ਵਿਸਥਾਰ ਦੇ ਵਿੱਚ ਸਰਦਾਰ ਕਪੂਰ ਸਿੰਘ ਇੱਕ ਗੱਲ ਕਰਦੇ ਨੇ ਨਾ, ਕਿ ਜੇਕਰ ਪੰਜਾਬ ਦੇ ਵਾਰਿਸ ਸਿੱਖ ਨਾ ਹੁੰਦੇ ਤੇ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਾ ਹੁੰਦਾ। ਨਸਲੀ ਤੌਰ ਦੇ ਉੱਪਰ, ਜਿਨਸੀ ਤੌਰ ਦੇ ਉੱਪਰ ਪੰਜਾਬ ਕਦੀ ਵੀ ਹਿੰਦੁਸਤਾਨ ਦਾ ਹਿੱਸਾ ਰਿਹਾ ਵੀ ਨਹੀਂ ਹੈ। ਈਰਾਨ ਤੋਂ ਲੈ ਕੇ ਅਫਗਾਨਿਸਤਾਨ ਤੱਕ ਦੇ ਜਿੰਨੇ ਵੀ ਲੋਕ ਨੇ ਇਸ ਖਿੱਤੇ ਦੇ ਵਿੱਚ ਕਾਬਜ਼ ਰਹੇ ਨੇ। ਸੋ ਇਸੇ ਕਰਕੇ ਹੀ ਜਦੋਂ ਅੱਜ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਸਰਦਾਰ ਕਪੂਰ ਸਿੰਘ ਨੇ ਸ਼ਬਦ ਵਰਤੇ ਨੇ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਤਾਂ ਸਿੱਖਾਂ ਦੇ ਰਿਣੀ ਹੋਣਾ ਚਾਹੀਦਾ ਹੈ ਕਿ ਪੰਜਾਬ ਸਿੱਖਾਂ ਵੱਲੋਂ ਦਿੱਤਾ ਗਿਆ ਤੋਹਫਾ ਹੈ ਤੇ ਪੰਜਾਬ ਦੇ ਉੱਪਰ ਸਿੱਖ ਰਾਜ ਦੀ ਜਿਹੜੀ ਨੀਂਹ ਹੈ, ਉਹਦਾ ਆਧਾਰ ਹੈ ਇਹ ਵੱਡਾ ਘੱਲੂਘਾਰਾ। ਬੇਸ਼ੱਕ ਪਹਿਲਾਂ ਵੀ ਪੰਜਾਬ ਦੇ ਉੱਪਰ ਬੜੇ ਹਮਲਾਵਰ ਆਉਂਦੇ ਰਹੇ, ਪਰ ਇਸ ਘੱਲੂਘਾਰੇ ਦੇ ਵਿੱਚ ਜਿਹੜੀ ਸਿੱਖਾਂ ਦੀ ਯੁੱਧ ਨੀਤੀ ਹੈ, ਜਿਹੜੀ ਰਾਜਨੀਤਿਕ ਸੂਝ ਹੈ, ਜਿਹੜੀ ਇੱਕ ਮੁੱਠਤਾ ਹੈ, ਜਿਹੜੀ ਮਿਸਲਾਂ ਦੇ ਵੱਲੋਂ ਇਸ ਜੰਗ ਦੇ ਵਿੱਚ ਨਿਭਾਈ ਗਈ ਜ਼ਿੰਮੇਵਾਰੀ ਹੈ ਤੇ ਜਿਹੜਾ ਸਿੱਖ ਆਗੂਆਂ ਦਾ ਕਿਰਦਾਰ ਹੈ, ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਸਹੀ ਅਰਥਾਂ ਦੇ ਵਿੱਚ ਦਿਲੋਂ ਪੂਰੀ ਤਰ੍ਹਾਂ ਦੇ ਨਾਲ ਲਰਜ਼ ਚੁੱਕਾ ਸੀ, ਡਰ ਚੁੱਕਾ ਸੀ। ਇਸਲਾਮੀ ਤਵਾਰੀਖ ਦੇ ਮੁਤਾਬਕ, ਇਸਲਾਮੀ ਕੈਲੰਡਰ ਦੇ ਮੁਤਾਬਕ 11 ਰਜਬ 1175 ਹਿਜਰੀ ਦੇ ਮੁਤਾਬਕ 5 ਫਰਵਰੀ 1762 ਨੂੰ ਇਹ ਘੱਲੂਘਾਰਾ ਵਾਪਰਿਆ ਔਰ 5 ਫਰਵਰੀ 1762 ਦੇ ਚੜ੍ਹਦੇ ਸੂਰਜ ਨੇ ਇਸ ਸਥਾਨ ਦੇ ਉੱਪਰ 2 ਤਾਕਤਾਂ ਨੂੰ ਲੜਦਾ ਵੇਖਿਆ। ਇੱਕ ਉਹ ਤਾਕਤ ਸੀ ਜਿਸ ਦੇ ਵੱਡੇ ਵਡੇਰੇ ਰਾਜ ਘਰਾਣੇ ਦੇ ਵਿੱਚੋਂ ਸਨ, ਤੇ ਦੂਸਰੇ ਪਾਸੇ ਉਸ ਦਾ ਤਾਕਤ ਦਾ ਮੁਕਾਬਲਾ ਕਰ ਰਹੀ ਜਿਹੜੀ ਤਾਕਤ ਸੀ, ਉਹ ਸੀ ਜਿਨ੍ਹਾਂ ਦੇ ਵਡੇਰੇ ਰਾਜ ਘਰਾਣਿਆਂ ਦੇ ਵਿੱਚੋਂ ਨਹੀਂ ਸਨ। ਉਹ ਲੋਕ ਸਨ ਜਿਹਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਨ੍ਹਾਂ ਦੀ ਝੋਲੀ ਦੇ ਵਿੱਚ ਇਹ ਬਖਸ਼ਿਸ਼ ਪਾ ਦਿੱਤੀ ਸੀ ਕਿ ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। ਸੋ ਇਹ 2 ਤਾਕਤਾਂ ਦਾ ਮੁਕਾਬਲਾ ਸੀ। ਜਦੋਂ ਮੈਂ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਕੀਤੀ ਹੈ, ਉਸਦੇ ਪਰਿਵਾਰਕ ਪਿਛੋਕੜ ਨੂੰ ਵਾਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਨੂੰ ਬਾਬਾ ਅਫਗਾਨਿਸਤਾਨ, ਏਸ਼ੀਆ ਦਾ ਜੇਤੂ ਜਰਨੈਲ, ਫਾਰਸੀ ਦੇ ਇਤਿਹਾਸਕਾਰਾਂ ਨੇ ਲਿਖਿਆ ਹੈ, ਖਾਸ ਕਰਕੇ ਤਹਿਮਾਸ ਖਾਨ ਨੇ। ਪਰ ਉਸ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ,
ਤਕਰੀਬਨ ਜਿਸ ਵੇਲੇ ਇਸਲਾਮ ਧਰਮ ਦੇ ਬਾਨੀ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਮਦੀਨੇ ਦੇ ਵਿੱਚ ਨੇ, ਉਦੋਂ ਇੱਕ ਯਹੂਦੀ ਜਿਸ ਦਾ ਨਾਮ ਕੀਸ ਸੀ, ਉਸਨੇ ਆਪਣੇ ਯਹੂਦੀ ਧਰਮ ਨੂੰ ਛੱਡ ਕੇ ਇਸਲਾਮ ਧਰਮ ਨੂੰ ਧਾਰਨ ਕੀਤਾ ਤੇ ਉਸ ਦਾ ਨਾਮ ਰੱਖਿਆ ਗਿਆ ਅਬਦੁਰ ਰਸ਼ੀਦ। ਇਹ ਜਿਹੜਾ ਅਬਦੁਰ ਰਸ਼ੀਦ ਸੀ, ਜਦੋਂ ਅਸੀਂ ਇਸ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰਦੇ ਹਾਂ ਯਹੂਦੀਆਂ ਦੇ ਵਿੱਚੋਂ, ਤੇ ਹਜ਼ਰਤ ਯੂਸਫ ਦੇ ਪੁੱਤਰ ਤੇ ਇਸਮਾਈਲ ਦੇ ਪੁੱਤਰੇ ਬਨੀ ਮੇਨ ਦੀ ਔਲਾਦ ਦੇ ਵਿੱਚੋਂ ਸੀ। ਅੱਗੋਂ ਜਾ ਕੇ ਇਸ ਦੀ 16ਵੀਂ ਪੀੜ੍ਹੀ ਦੇ ਵਿੱਚ ਜਦੋਂ ਇਹ ਪਰਿਵਾਰ ਇਸਲਾਮ ਦੇ ਵਿੱਚ ਆ ਗਿਆ, ਯਹੂਦੀ ਧਰਮ ਨੂੰ ਛੱਡ ਕੇ, ਇਹ ਪਰਿਵਾਰ ਅਫਗਾਨਿਸਤਾਨ ਦੇ ਖਿੱਤੇ ਦੇ ਵਿੱਚ ਆਇਆ। ਇਸ ਇਲਾਕੇ ਦੇ ਵਿੱਚ ਦਰਿਆਏ ਖੁਰਮ ਦੇ ਕੋਲ ਪਾਕਿਸਤਾਨ ਦੇ ਨਾਲ ਲੱਗਦਾ ਇਲਾਕਾ, ਜਿੱਥੇ ਇਸ ਪਰਿਵਾਰ ਨੇ ਆ ਕੇ ਨਿਵਾਸ ਕੀਤਾ, ਤੇ ਇਸ ਖਾਨਦਾਨ ਦੇ ਵਿੱਚੋਂ ਫਿਰ ਇੱਕ ਬੜਾ ਮਸ਼ਹੂਰ ਯੋਧਾ ਹੋਇਆ। ਜਦੋਂ ਉਹ ਯੋਧਾ ਆਪਣੇ ਮੁਰਸ਼ਿਦ, ਜਿਸ ਦਾ ਨਾਮ ਅਹਿਮਦ ਬਿਲਾਲ ਚਿਸ਼ਤੀ ਸੀ, ਉਹਦੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਗਿਆ ਤੇ ਉਸ ਨੇ ਉਸ ਨੂੰ ਅਬਦਾਲ ਦੀ ਉਪਾਧੀ ਦਿੱਤੀ, ਜਿੱਥੋਂ ਇਸ ਖਾਨਦਾਨ ਦੇ ਨਾਲ ਅਬਦਾਲੀ ਸ਼ਬਦ ਜੁੜ ਗਿਆ। ਵੈਸੇ ਇਸਲਾਮੀ ਪਰੰਪਰਾ ਦੇ ਵਿੱਚ ਅਬਦਾਲ ਦਾ ਅਹੁਦਾ ਬਹੁਤ ਉੱਚਾ ਹੈ। ਕਿਹਾ ਜਾਂਦਾ ਹੈ ਇਸਲਾਮੀ ਪਰੰਪਰਾ ਦੇ ਵਿੱਚ ਦੋ ਪਰੰਪਰਾਵਾਂ ਨੇ। ਇੱਕ ਪਰੰਪਰਾ ਮੰਨਦੀ ਹੈ ਕਿ ਦੁਨੀਆ ਦੇ ਵਿੱਚ, ਇਸਲਾਮ ਦੇ ਵਿੱਚ ਹਰ ਸਮੇਂ 70 ਅਬਦਾਲ ਹੁੰਦੇ ਨੇ, ਜਿਹੜੇ ਕਿ ਖੁਦਾ ਨੂੰ ਪਹੁੰਚੇ ਹੋਏ ਹੁੰਦੇ ਨੇ। ਇੱਕ ਪਰੰਪਰਾ ਮੰਨਦੀ ਹੈ ਕਿ 40 ਹੁੰਦੇ ਨੇ। ਅਬਦਾਲ ਇਸ ਕਰਕੇ ਕਿਹਾ ਜਾਂਦਾ ਹੈ ਕਿ ਬਦਲਦੇ ਰਹਿੰਦੇ ਨੇ, ਇੱਕ ਮਰ ਜਾਂਦਾ ਹੈ, ਦੁਨੀਆ ਤੋਂ ਚਲਾ ਜਾਂਦਾ ਹੈ, ਉਹਦੀ ਜਗ੍ਹਾ ਦੂਸਰਾ ਲੈ ਲੈਂਦਾ ਹੈ। ਇਸ ਅਬਦਾਲ ਦੇ ਖਾਨਦਾਨ ਦੇ ਵਿੱਚ ਅੱਗੇ ਜਾ ਕੇ ਜਿਹੜੀ ਅਬਦੁਰ ਰਸ਼ੀਦ ਦੀ 21ਵੀਂ ਪੀੜ੍ਹੀ ਹੈ, ਉਸ ਪੀੜ੍ਹੀ ਦੇ ਵਿੱਚ, ਜਾਂ ਉਸ ਤੋਂ ਜੇ ਥੋੜਾ 5 ਪੀੜ੍ਹੀਆਂ ਹੋਰ ਪਿੱਛੇ ਚਲੇ ਜਾਈਏ, ਤੇ 16ਵੀਂ ਪੀੜ੍ਹੀ ਦੇ ਵਿੱਚ ਇੱਕ ਫਿਰ ਬੜਾ ਬਹਾਦਰ ਯੋਧਾ ਹੋਇਆ, ਅਬਦੁਸ ਖਾਨ। ਪਰਿਵਾਰ ਦੇ ਵਿੱਚ ਛੋਟਾ ਨਾਮ ਸੀ ਸੱਦੋ, ਪੂਰਾ ਨਾਮ ਸੀ ਅਬਦੁਸ ਖਾਨ। ਤੇ ਉਸ ਸਮੇਂ ਦੇ ਵਿੱਚ ਉਸ ਸੱਦੋ ਦੀ ਬਹਾਦਰੀ ਤੋਂ ਬਾਅਦ ਇਹ ਜਿਹੜੇ ਸੱਦੋ ਜਈ ਪਠਾਨ ਨੇ, ਇਹਨਾਂ ਦੇ ਨਾਮ ਦੇ ਨਾਲ ਸੱਦੋ ਜਈ ਸ਼ਬਦ ਲੱਗਾ। 24 ਮੁਖੀਆਂ ਨੇ ਪਠਾਨਾਂ ਦੀਆਂ, ਕੁਝ ਇਤਿਹਾਸ ਦੇ ਮੁਤਾਬਕ 22 ਮੁਖੀਆਂ ਨੇ, ਬਰਕਜ਼ਈ, ਯੂਸਫ ਜਈ, ਸੱਦੋ ਜਈ, ਅਲੀਕੋ ਜਈ, ਇਹ ਸਾਰੀਆਂ ਪਠਾਨਾਂ ਦੀਆਂ ਵੱਖ-ਵੱਖ ਘਰਾਣਿਆਂ ਦੇ ਨਾਲ ਲੱਗਦੀਆਂ ਹੋਈਆਂ ਮੁਖੀਆਂ ਨੇ। ਉਸ ਤੋਂ ਬਾਅਦ ਇਸ ਖਾਨਦਾਨ ਦੀ 21ਵੀਂ ਪੀੜ੍ਹੀ ਦੇ ਵਿੱਚ ਪੈਦਾ ਹੋਇਆ ਹੈ ਮੁਹੰਮਦ ਜ਼ਮਾਨ ਖਾਨ ਤੇ ਉਸ ਦਾ ਇੱਕ ਭਰਾ ਸਰਬਲੰਦ ਖਾਨ। ਮੁਹੰਮਦ ਜ਼ਮਾਨ ਖਾਨ ਦੇ ਘਰ ਜ਼ੁਰਗਨਾ ਅਲੀਕੋ ਜ਼ਈ, ਉਹਦੀ ਕੁੱਖ ਦੇ ਵਿੱਚੋਂ 2 ਪੁੱਤਰਾਂ ਨੇ ਜਨਮ ਲਿਆ। ਇੱਕ ਦਾ ਨਾਮ ਜ਼ੁਲਫਕਾਰ ਖਾਨ ਤੇ ਇੱਕ ਦਾ ਨਾਮ ਅਹਿਮਦ ਖਾਨ। ਬੱਚੇ ਜੇ ਛੋਟੇ ਸੀ, ਪਿਤਾ ਦੀ ਮੌਤ ਹੋ ਗਈ ਤੇ ਮਾਂ ਨੇ ਬੱਚਿਆਂ ਦੀ ਹਿਫਾਜ਼ਤ ਵਾਸਤੇ ਉਸ ਵੇਲੇ ਹਿਰਾਤ ਦੇ ਜਿਹੜਾ ਗਵਰਨਰ ਸੀਗਾ, ਉਸ ਦਾ ਨਾਮ ਇਸਮਾਇਲ ਸੀ, ਇਸਮਾਇਲ ਦੇ ਘਰ ਦੇ ਵਿੱਚ, ਉਸ ਦੇ ਖਾਨਦਾਨ ਦੇ ਵਿੱਚ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਤੇ ਹੈਰਾਤ ਦੇ ਉਸ ਇਸਮਾਇਲ ਖਾਨ ਨੇ ਇਸ ਪਰਿਵਾਰ ਦੀ ਸਾਂਭ ਸੰਭਾਲ ਸ਼ੁਰੂ ਕਰ ਦਿੱਤੀ, ਕਿਉਂਕਿ ਰਿਸ਼ਤੇਦਾਰੀ ਬਣ ਗਈ ਸੀ। ਇਹ ਦੋਵੇਂ ਬੱਚੇ ਜਵਾਨ ਹੋਏ ਔਰ ਇਹਨਾਂ ਬੱਚਿਆਂ ਨੂੰ ਹੈਰਾਤ ਦੇ ਵਿੱਚ ਭੇਜ ਦਿੱਤਾ ਗਿਆ, ਛੋਟੇ ਛੋਟੇ ਫੌਜੀ ਅਹੁਦੇ ਦੇਣ ਤੋਂ ਬਾਅਦ। ਵਕਤ ਬੀਤਿਆ, ਹੈਰਾਤ ਦੇ ਹਾਕਮ ਨੇ ਦੋਵੇਂ ਹੀ ਗ੍ਰਿਫਤਾਰ ਕਰ ਲਏ। ਸਮਾਂ ਬੀਤਦਾ ਗਿਆ। ਇਹ ਜਿਹੜੀ ਘਟਨਾ ਹੈ ਤਕਰੀਬਨ 1737 ਦੀ ਹੈ। ਅਕਤੂਬਰ 1722 ਦੇ ਵਿੱਚ ਅਹਿਮਦ ਖਾਨ ਦਾ ਜਨਮ ਹੋਇਆ ਸੀ, ਜਿਸ ਨੂੰ ਤੁਸੀਂ ਅਬਦਾਲੀ ਦੇ ਨਾਮ ਦੇ ਨਾਲ ਜਾਣਦੇ ਹੋ। ਪਰਿਵਾਰ ਦਾ ਨਾਮ ਇਸ ਦਾ ਅਹਿਮਦ ਖਾਨ ਹੈ। ਤੇ 1737 ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਹੈਰਾਤ ਦੇ ਇਲਾਕੇ ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕਰ ਦਿੱਤਾ, ਉਸ ਇਲਾਕੇ ਨੂੰ ਫਤਿਹ ਕੀਤਾ ਤੇ ਇਹ ਦੋਵੇਂ ਭਰਾ ਜਿਹੜੇ ਕੈਦ ਦੇ ਵਿੱਚ ਬੰਦ ਸੀ, ਇਹਨਾਂ ਨੂੰ ਛੁਡਾ ਕੇ ਨਾਦਰ ਸ਼ਾਹ ਨੇ ਆਪਣੇ ਨਾਲ ਰੱਖ ਲਿਆ।
ਜਦੋਂ ਨਾਦਰ ਸ਼ਾਹ ਨੇ ਪੰਜਾਬ ਦੇ ਉੱਪਰ ਹਮਲੇ ਕੀਤੇ ਨੇ, ਅਹਿਮਦ ਖਾਨ ਵੀ ਉਸ ਦੇ ਨਾਲ ਆਉਂਦਾ ਰਿਹਾ। ਇਸੇ ਕਰਕੇ ਜਿਹੜਾ ਅਹਿਮਦ ਖਾਨ ਹੈ, ਜਿਸ ਨੂੰ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਨਾਮ ਦੇ ਨਾਲ ਜਾਣਦੇ ਹਾਂ, ਇਹ ਇਸ ਇਲਾਕੇ ਦੇ ਕਾਫੀ ਖਿੱਤੇ ਤੋਂ ਜਾਣੂ ਸੀ, ਕਿਉਂਕਿ ਨਾਦਰ ਸ਼ਾਹ ਦੇ ਹਮਲਿਆਂ ਦੇ ਦੌਰਾਨ ਇਹ ਨਾਲ ਆਉਂਦਾ ਰਿਹਾ। ਇਸ ਦਾ ਜ਼ਿਕਰ ਸਰਦਾਰ ਗੰਡਾ ਸਿੰਘ ਹੁਣਾਂ ਨੇ ਕੀਤਾ ਹੋਇਆ। ਵਕਤ ਬੀਤਦਾ ਗਿਆ। ਆਪਣੀ ਜ਼ਿੰਦਗੀ ਦੇ ਅੰਤਮ 3 ਸਾਲ ਨਾਦਰ ਸ਼ਾਹ ਦਿਮਾਗੀ ਤੌਰ ਤੇ ਬਿਲਕੁਲ ਪਾਗਲ ਹੋ ਗਿਆ। ਇਸ ਨੇ ਆਪਣੇ ਕੁਝ ਈਰਾਨੀ ਆਫੀਸਰ ਆਪ ਹੀ ਕਤਲ ਕਰਵਾ ਦਿੱਤੇ, ਕਿਉਂਕਿ ਆਪ ਈਰਾਨੀ ਸੀ। ਪਰ ਇਹਦਾ 4000 ਜਿਹੜਾ ਜਰਨੈਲ ਹੈ ਅਹਿਮਦ ਖਾਨ, ਉਹ ਅਫਗਾਨੀ ਸੀ। ਜਦੋਂ ਈਰਾਨੀ ਅਫਸਰ ਕਤਲ ਕੀਤੇ ਤੇ ਉਹਨਾਂ ਅਫਸਰਾਂ ਦੇ ਸਕੇ ਸੰਬੰਧੀਆਂ ਨੇ ਰਲ ਕੇ 19 ਔਰ 20 ਜੂਨ 1747 ਦੀ ਰਾਤ ਨੂੰ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ। ਨਾਦਰ ਸ਼ਾਹ ਦੇ ਕਤਲ ਦੀ ਖਬਰ ਜਦੋਂ ਅਹਿਮਦ ਖਾਨ ਨੂੰ ਮਿਲੀ, ਇਹਨੇ ਉਸੇ ਵੇਲੇ ਨਾਦਰ ਸ਼ਾਹ ਦੇ ਕੈਂਪ ਦੇ ਉੱਪਰ ਹਮਲਾ ਕੀਤਾ। ਈਰਾਨੀ ਅਫਸਰਾਂ ਨੂੰ ਮਾਰਨ ਤੋਂ ਬਾਅਦ ਇਸ ਨੇ ਨਾਦਰ ਸ਼ਾਹ ਦੇ ਮੋਢੇ ਦੇ ਉੱਪਰ ਬੰਨਿਆ ਹੋਇਆ ਕੋਹੇ-ਨੂਰ ਹੀਰਾ ਖੋਲਿਆ। ਉਹਦੇ ਹੱਥ ਦੇ ਵਿੱਚ ਉਸ ਦੀ ਮੋਹਰ ਦੀ ਅੰਗੂਠੀ ਸੀ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਕੀਤਾ। ਕੰਧਾਰ ਨੂੰ ਫਤਿਹ ਕੀਤਾ, ਕਿਉਂਕਿ ਅਫਗਾਨਾਂ ਨੇ ਬਹੁਤ ਜ਼ਿਆਦਾ ਇਸ ਦਾ ਸਾਥ ਦਿੱਤਾ, ਕਿਉਂਕਿ ਜਿਹੜਾ ਨਾਦਰ ਸ਼ਾਹ ਉਹ ਈਰਾਨੀ ਸੀ। ਅਫਗਾਨ ਦੇ ਲੋਕਾਂ ਨੇ ਆਪਣੀ ਕੌਮ ਦਾ ਸਾਥ ਦਿੱਤਾ ਤੇ ਉਸ ਵੇਲੇ ਜਿਹੜਾ ਅਹਿਮਦ ਖਾਨ ਸੀ, ਇਹ ਅਹਿਮਦ ਸ਼ਾਹ ਬਣਿਆ। ਹੁਣ ਖਿਆਲ ਕਰੋ, ਚਾਹੇ ਅਹਿਮਦ ਸ਼ਾਹ ਸੱਦੋਜਈ ਕਿਹਾ ਜਾਏ, ਚਾਹੇ ਅਹਿਮਦ ਸ਼ਾਹ ਅਬਦਾਲੀ ਕਿਹਾ ਜਾਵੇ, ਚਾਹੇ ਅਹਿਮਦ ਖਾਨ ਕਿਹਾ ਜਾਵੇ ਤੇ ਚਾਹੇ ਅਹਿਮਦ ਸ਼ਾਹ ਦੁਰਾਨੀ ਕਿਹਾ ਜਾਵੇ, ਇਹ 4 ਨਾਂ ਜਿਹੜੇ ਨੇ ਉਸੇ ਹੀ ਜਰਨੈਲ ਦੇ ਨੇ। ਇਸ ਦਾ ਧਾਰਮਿਕ ਰਹਿਬਰ ਜਿਹੜਾ ਉਹ ਸਾਬਰ ਅਲੀ ਸੀ, ਤੇ ਜਿਸ ਦਿਨ ਇਸ ਨੇ ਸ਼ਾਹ ਦੀ ਪਦਵੀ ਧਾਰਨ ਕੀਤੀ ਹੈ, ਉਸ ਨੇ ਉਸ ਨੂੰ ਇਸ ਧਾਰਮਿਕ ਪਦਵੀ ਦਿੱਤੀ ਹੈ ਦੁਰਰੇ ਦੌਰਾਨ। ਫਾਰਸੀ ਦੇ ਵਿੱਚ ਦੁਰ ਕਿਹਾ ਜਾਂਦਾ ਮੋਤੀ ਨੂੰ, ਮੋਤੀਆਂ ਦਾ ਮੋਤੀ, ਜਿੱਥੋਂ ਇਸ ਦੇ ਨਾਮ ਦੇ ਨਾਲ ਦੁਰਾਨੀ ਸ਼ਬਦ ਲੱਗਾ। 1847 ਦੇ ਵਿੱਚ ਇਹ ਜਿਹੜਾ ਸੀ ਅਹਿਮਦ ਸ਼ਾਹ ਦੁਰਾਨੀ ਅਫਗਾਨਿਸਤਾਨ ਦੇ ਇੱਕ ਵੱਡੇ ਇਲਾਕੇ ਦਾ ਹਾਕਮ ਬਣ ਗਿਆ। ਅਕਤੂਬਰ 1722 ਦੇ ਵਿੱਚ ਜਨਮ ਹੋਇਆ ਸੀ। ਅਜੇ ਚੜ੍ਹਦੀ ਜਵਾਨੀ ਦੀ ਉਮਰ ਹੈ ਕਿ 47 ਦੇ ਵਿੱਚ ਇੱਕ ਵੱਡੇ ਇਲਾਕੇ ਦਾ ਹਾਕਮ ਬਣਿਆ ਤੇ ਇਸ ਨੇ ਆਪਣਾ ਧਿਆਨ ਪੰਜਾਬ ਵੱਲ ਕੀਤਾ। ਪੰਜਾਬ ਵੱਲ ਧਿਆਨ ਕਰਨ ਦੇ 2-3 ਕਾਰਨ ਨੇ। ਇੱਕ ਤਾਂ ਜ਼ਕਰੀਆ ਖਾਨ ਦੀ ਮੌਤ ਹੋ ਗਈ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦੇ 2 ਪੁੱਤਰਾਂ ਦੇ ਵਿੱਚ, ਪੁੱਤਰ ਤੇ ਉਸ ਦੇ 3 ਸੀ, ਪਰ ਇੱਕ ਪੁੱਤਰ ਜਿਹੜਾ ਮੀਰ ਬੱਕੀ ਸੀ, ਉਹ ਬੜਾ ਸੰਤ ਸੁਭਾਅ ਸੀ, ਉਹ ਜ਼ਿਆਦਾ ਰਾਜਨੀਤੀ ਦੇ ਵਿੱਚ ਨਹੀਂ ਆਇਆ। ਜ਼ਾਹੀਆ ਖਾਨ ਔਰ ਸ਼ਾਹਨਵਾਜ਼ ਖਾਨ ਦੇ ਵਿੱਚ ਝਗੜਾ ਹੋ ਗਿਆ। ਸ਼ਾਹਨਵਾਜ਼ ਖਾਨ ਨੇ ਅਦੀਨਾ ਬੇਗ ਦੇ ਕਹਿਣ ਦੇ ਉੱਪਰ ਇੱਕ ਚਿੱਠੀ ਅਬਦਾਲੀ ਨੂੰ ਲਿਖੀ। ਅਬਦਾਲੀ ਨੂੰ ਚਿੱਠੀ ਲਿਖੀ ਕਿ ਜੇਕਰ ਤੂੰ ਹਮਲਾਵਰ ਹੋ ਕੇ ਲਾਹੌਰ ਵਾਲੇ ਪਾਸੇ ਆਵੇਂ ਤੇ ਮੈਂ ਤੇਰਾ ਸਾਥ ਦੇਵਾਂਗਾ। ਪਰ ਦਿੱਲੀ ਦੇ ਵਿੱਚ ਹਕੂਮਤ ਕਰ ਰਿਹਾ ਕਮਰੂਦੀਨ ਮੀਰ ਅਤਸ਼ਿਸਤਾ ਮਾਮਾ ਸੀ। ਉਸਨੇ ਇਸ ਨੂੰ ਫਟਕਾਰ ਪਾਈ, ਕਹਿੰਦਾ ਕਿ ਤੂੰ ਦਿੱਲੀ ਦੀ ਹਕੂਮਤ ਛੱਡ ਕੇ ਕਾਬਲ ਦੀ ਹਕੂਮਤ ਦਾ ਸਾਥ ਦੇਵੇਂਗਾ, ਤੇਰੇ ਦੇ ਉੱਪਰ ਲਾਹਨਤ ਹੈ। ਇਸ ਨੇ ਫਿਰ ਆਪਣਾ ਇਰਾਦਾ ਬਦਲ ਗਿਆ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜਨ ਦੇ ਵਾਸਤੇ ਲਾਹੌਰ ਤੋਂ ਬਾਹਰ ਤਿਆਰ ਹੋ ਗਿਆ। ਪਰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਦੀਵਾਨ ਕੌੜਾ ਮੱਲ ਨੇ ਤੇ ਕੀਤਾ। ਸ਼ਾਹ ਨਵਾਜ਼ ਲਾਹੌਰ ਨੂੰ ਛੱਡ ਕੇ ਦਿੱਲੀ ਭੱਜ ਗਿਆ। ਹੁਣ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹਦਾ ਨਿਸ਼ਾਨਾ ਸੀ ਦਿੱਲੀ ਨੂੰ ਫਤਿਹ ਕਰਨਾ, ਤੇ ਦਿੱਲੀ ਦੇ ਕਮਰੂਦੀਨ ਮੀਰ ਆਤਸ਼ ਨੇ ਆਪਣੀ ਫੌਜ ਨੂੰ, ਮੁਗਲ ਫੌਜ ਨੂੰ ਇਕੱਠਿਆਂ ਕੀਤਾ ਤੇ ਸਰਹੰਦ ਦੇ ਕੋਲ, ਮਨੂਪੁਰ ਦੇ ਕੋਲ ਆਣ ਡੇਰੇ ਲਾਏ। ਹੁਣ ਅਬਦਾਲੀ ਉਸ ਵੇਲੇ ਲਾਹੌਰ ਦੇ ਵਿੱਚ ਹੈ। ਮੈਂ ਇੱਕ ਬੇਨਤੀ ਕਰ ਦੇਵਾਂ ਸੰਗਤ ਨੂੰ, ਮਾਇਆ ਨਾ ਰੱਖਿਓ। ਅਬਦਾਲੀ ਲਾਹੌਰ ਦੇ ਵਿੱਚ ਹੈ। ਸਿੱਖ ਜਿਹੜੇ ਨੇ ਉਹ ਤਾਕਤ ਫੜਦੇ ਜਾ ਰਹੇ ਨੇ। ਹੁਣ ਜਿਹੜਾ ਸਿੱਖਾਂ ਦਾ ਘਟਨਾਕ੍ਰਮ ਤੇ ਅਬਦਾਲੀ ਦੀ ਆਮਦ ਦੇ ਉੱਪਰ ਜਿਹੜਾ ਸਿੱਖਾਂ ਦਾ ਪ੍ਰਤੀਕਰਮ ਹੈ ਉਹ ਬੜਾ ਵੱਖਰਾ ਹੈ। ਅਬਦਾਲੀ ਕਾਫੀ ਸਮਾਂ ਲਾਹੌਰ ਠਹਿਰਿਆ। ਇੱਕ ਦਿਨ ਅਬਦਾਲੀ ਨੂਰ ਦੀ ਸਰਾਂ ਔਰ ਵੈਰੋਵਾਲ ਦੇ ਵਿਚਕਾਰ ਕੈਂਪ ਲਗਾ ਕੇ ਬੈਠਾ ਤੇ ਇਹਦੇ 3 ਕੋ ਦੂਰੀ ਦੇ ਉੱਪਰ ਨੇ
ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਨਵਾਬ ਕਪੂਰ ਸਿੰਘ ਤੇ ਮਿੱਤ ਸਿੰਘ ਡੱਲੇਵਾਲੀਆ। ਸਰਦਾਰ ਜੱਸਾ ਸਿੰਘ ਕਹਿੰਦੇ ਨੇ ਕਿ ਅਬਦਾਲੀ ਦੇ ਉੱਪਰ ਹਮਲਾ ਕਰਨਾ। ਸਰਦਾਰ ਮਿੱਤ ਸਿੰਘ ਡੱਲੇਵਾਲੀਆ ਕਹਿੰਦੇ ਅਬਦਾਲੀ ਨੇ ਸਾਡੇ ਨਾਲ ਜੇ ਸਿੱਧੀ ਟੱਕਰ ਨਹੀਂ ਲਈ ਤੇ ਅਸੀਂ ਆਪ ਹਮਲਾ ਕਿਉਂ ਕਰੀਏ। ਤੇ ਨਵਾਬ ਕਪੂਰ ਸਿੰਘ ਕਹਿੰਦੇ ਨੇ ਕਿ ਬੇਸ਼ੱਕ ਇਸ ਹਮਲੇ ਦੇ ਵਿੱਚ ਅਬਦਾਲੀ ਦਾ ਨਿਸ਼ਾਨਾ ਸਿੱਖ ਨਹੀਂ, ਉਹ ਸਿੱਖਾਂ ਦੇ ਉੱਪਰ ਹਮਲਾ ਕਰਨ ਨਹੀਂ ਆਇਆ, ਉਹ ਦਿੱਲੀ ਦੀ ਹਕੂਮਤ ਦੇ ਵਾਸਤੇ ਆਇਆ। ਦਿੱਲੀ ਦੀ ਹਕੂਮਤ ਨੇ ਉਸ ਵੇਲੇ ਮੀਰ ਮੰਨੂ ਦਾ ਪਿਤਾ ਸੀ ਕਮਰੂਦੀਨ ਮੀਰ ਆਤਸ਼, ਉਹਦੀ ਰਹਿਨੁਮਾਈ ਦੇ ਵਿੱਚ ਮਰਹੱਟਿਆਂ ਨੇ ਵੀ ਉਸ ਦਾ ਸਾਥ ਦਿੱਤਾ, ਮੁਗਲ ਵੀ ਇਕੱਠੇ ਹੋਏ ਤੇ ਬਾਬਾ ਆਲਾ ਸਿੰਘ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਵੀ ਉਸ ਵੇਲੇ ਉਸ ਦਾ ਸਾਥ ਦਿੱਤਾ ਤੇ ਰਾਏ ਕੱਲੇ ਦੇ ਖਾਨਦਾਨ ਦੇ ਵਿੱਚੋਂ ਰਾਏ ਇਲਿਆਸ ਨੇ ਵੀ ਉਸ ਦਾ ਸਾਥ ਦਿੱਤਾ। ਜਾਨੀ ਕਿ ਇਹ ਇੱਥੇ 4 ਫੌਜਾਂ ਇਕੱਠੀਆਂ ਲੜੀਆਂ ਨੇ, ਮੁਗਲਾਂ ਦੀਆਂ, ਮਰਹੱਟਿਆਂ ਦੀਆਂ, ਸਿੱਖਾਂ ਦੇ ਕੁਛ ਜਰਨੈਲ ਤੇ ਉਸ ਤੋਂ ਇਲਾਵਾ ਪਠਾਨ। ਇਹ 4 ਕੌਮਾਂ ਅਬਦਾਲੀ ਦੇ ਮੁਕਾਬਲੇ ਇਕੱਠੀਆਂ ਨੇ। ਸਿੱਖ ਜਰਨੈਲ ਕਹਿ ਰਹੇ ਨੇ ਕਿ ਅਬਦਾਲੀ ਦਾ ਨਿਸ਼ਾਨਾ ਅਸੀਂ ਨਹੀਂ, ਅਸੀਂ ਆਪ ਹਮਲਾ ਕਿਉਂ ਕਰੀਏ। ਤੇ ਸਰਦਾਰ ਕਪੂਰ ਸਿੰਘ ਜਿਹੜੇ ਨਵਾਬ ਕਪੂਰ ਸਿੰਘ ਨੇ ਕਹਿੰਦੇ ਕਰ ਦੇਣਾ ਚਾਹੀਦਾ। ਕਾਰਨ ਇਹ ਹੈ ਕਿ ਬੇਸ਼ੱਕ ਅਬਦਾਲੀ ਦਾ ਇਸ ਵਾਰੀ ਨਿਸ਼ਾਨਾ ਅਸੀਂ ਨਹੀਂ ਹਾਂ, ਪਰ ਅਗਲਾ ਨਿਸ਼ਾਨਾ ਅਸੀਂ ਹੋਵਾਂਗੇ। ਪਰ ਜੇ ਅਸੀਂ ਹੁਣ ਹਮਲਾ ਕਰ ਲਈਏ ਤੇ ਅਬਦਾਲੀ ਨੇ ਸਾਡੇ ਉੱਪਰ ਆਪਣਾ ਬੇਸ਼ੱਕ ਵਕਤ ਬਰਬਾਦ ਨਹੀਂ ਕਰਨਾ, ਪਰ ਸਾਨੂੰ ਕੁਝ ਚੀਜ਼ਾਂ ਦਾ ਪਤਾ ਲੱਗ ਜਾਵੇਗਾ ਕਿ ਅਬਦਾਲੀ ਦਾ ਲੜਾਈ ਦਾ ਢੰਗ ਕੀ ਹੈ, ਇਹਦੇ ਕੋਲ ਹਥਿਆਰ ਕਿਵੇਂ ਦੇ ਨੇ, ਇਹਦੀ ਯੁੱਧ ਦੀ ਨੀਤੀ ਕੀ ਹੈ, ਤੇ ਜੇਕਰ ਅਸੀਂ ਇਸ ਦਾ ਮੁਕਾਬਲਾ ਕਰਨਾ ਹੈ ਤੇ ਸਾਡੀ ਨੀਤੀ ਕੀ ਹੋਵੇ। ਅਬਦਾਲੀ ਦੇ ਉੱਪਰ ਹਮਲਾ ਕਰ ਦਿੱਤਾ। ਬੇਸ਼ੱਕ ਇਹ ਜੰਗ ਕੋਈ ਬਹੁਤ ਵੱਡੀ ਨਹੀਂ ਹੋਈ, ਪਰ ਸਿੰਘਾਂ ਨੇ ਅਬਦਾਲੀ ਦੀ ਫੌਜ ਦਾ ਕਾਫੀ ਨੁਕਸਾਨ ਕੀਤਾ। ਸਿੱਖ ਜਰਨੈਲ ਜਿਹੜੇ ਸੀ ਸਹੀ ਸਲਾਮਤ ਨਿਕਲ ਗਏ। ਕੁਝ ਸਰੋਤਾਂ ਦੇ ਮੁਤਾਬਕ, ਕਿਉਂਕਿ 1748 ਦੀ ਘਟਨਾ ਹੈ, ਨਵਾਬ ਕਪੂਰ ਸਿੰਘ ਦੇ ਗੋਲੀ ਵੀ ਵੱਜੀ ਔਰ ਉਸੇ ਗੋਲੀ ਦੇ ਜ਼ਖਮ ਕਰਕੇ ਹੀ 1753 ਦੇ ਵਿੱਚ ਨਵਾਬ ਕਪੂਰ ਸਿੰਘ ਜਿਹੜੇ ਸੀ ਅਕਾਲ ਚਲਾਣਾ ਕਰ ਗਏ। ਇਸੇ ਕਰਕੇ ਵੱਡੇ ਘੱਲੂਘਾਰੇ ਦੇ ਵਿੱਚ ਅਗਵਾਈ ਉਹਨਾਂ ਨੇ ਕੀਤੀ, ਕਿਉਂਕਿ 1753 ਦੇ ਵਿੱਚ ਅਕਾਲ ਚਲਾਣਾ ਕਰ ਚੁੱਕੇ ਸੀ। ਸੋ ਅਹਿਮਦ ਸ਼ਾਹ ਅਬਦਾਲੀ ਅੱਗੇ ਵੱਧ ਆਇਆ। ਉਸਨੇ ਸਿੱਖਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਰੁਕ ਕੇ ਲੜਨਾ ਜਾਇਜ਼ ਨਹੀਂ ਸਮਝਿਆ। ਮੰਨੂਪੁਰ ਦੇ ਸਥਾਨ ਦੇ ਉੱਪਰ ਜੰਗ ਹੋਈ, ਕਿਉਂਕਿ ਜਿੰਨਾ ਚਿਰ ਅਸੀਂ ਇਸ ਜੰਗ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਤੱਕ ਇਸ ਘੱਲੂਘਾਰੇ ਦੇ ਕਾਰਨ ਤੇ ਸਿੱਖਾਂ ਦੀ ਯੁੱਧ ਨੀਤੀ ਸਮਝ ਨਹੀਂ ਆਵੇਗੀ ਸਾਨੂੰ। ਅਹਿਮਦ ਸ਼ਾਹ ਅਬਦਾਲੀ ਮੰਨੂਪੁਰ ਪਹੁੰਚਿਆ ਤੇ ਅੱਗੋਂ ਦਿੱਲੀ ਦਰਬਾਰ ਦੀਆਂ ਫੌਜਾਂ ਨੇ ਇਸ ਦਾ ਰਾਹ ਰੋਕਿਆ। ਉਸ ਜਗ੍ਹਾ ਦੇ ਉੱਪਰ ਬੜੀ ਭਿਆਨਕ ਜੰਗ ਹੋਈ। ਉਸ ਜੰਗ ਦੇ ਵਿੱਚ ਕਮਰੂਦੀਨ ਮੀਰ ਆਤਸ਼ ਮਾਰਿਆ ਗਿਆ, ਮੀਰ ਮੰਨੂ ਦਾ ਪਿਤਾ। ਪਰ ਮੀਰ ਮੰਨੂ ਨੂੰ ਇਹ ਪਤਾ ਸੀ ਕਿ ਜੇਕਰ ਮੇਰੇ ਬਾਪ ਦੀ ਮੌਤ ਦੀ ਖਬਰ ਫੌਜਾਂ ਦੇ ਵਿੱਚ ਫੈਲ ਗਈ ਤਾਂ ਜਰਨੈਲ ਦੇ ਮਰਨ ਤੋਂ ਬਾਅਦ ਫੌਜਾਂ ਦੇ ਪੈਰ ਹਿੱਲ ਜਾਣਗੇ। ਇਸ ਖਬਰ ਨੂੰ ਬਿਲਕੁਲ ਦਬਾ ਲਿਆ ਗਿਆ। ਇੱਕ ਤੰਬੂ ਦੇ ਵਿੱਚ ਹੀ ਕਮਰੂਦੀਨ ਮੀਰ ਆਤਸ਼ ਨੂੰ ਦਫਨ ਕਰਕੇ ਉੱਪਰ ਮਿੱਟੀ ਪਾ ਦਿੱਤੀ ਗਈ ਤੇ ਇਹ ਕਿਹਾ ਗਿਆ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਤੇ ਜਿਹੜੀ ਜੰਗ ਦੀ ਕਮਾਨ ਸੀ ਉਹ ਮੀਰ ਮੰਨੂ ਨੇ ਸੰਭਾਲ ਲਈ। ਕੁਦਰਤਨ ਸ਼ਾਇਦ ਜਿੱਤ ਨਸੀਬਾਂ ਦੇ ਵਿੱਚ ਲਿਖੀ ਸੀ ਕਿ ਅਬਦਾਲੀ ਜਿਨ੍ਹਾਂ ਗੱਡਿਆਂ ਦੇ ਉੱਪਰ, ਛਕੜਿਆਂ ਦੇ ਉੱਪਰ ਆਪਣਾ ਗੋਲਾ ਬਰੂਦ ਲੱਦ ਕੇ ਲੈ ਕੇ ਆ ਰਿਹਾ ਸੀ, ਇੱਕ ਤੋਪ ਦੇ ਚੱਲੇ ਹੋਏ ਗੋਲੇ ਦੇ ਨਾਲ ਇੱਕ ਚਿੰਗਾਰੀ ਉਸ ਬਰੂਦ ਦੇ ਉੱਪਰ ਪੈ ਗਈ। ਉਹ ਬਰੂਦ ਇੱਕਦਮ ਸਾਰਾ ਫਟ ਗਿਆ। ਅਬਦਾਲੀ ਦੀ ਫੌਜ ਦੇ ਵਿੱਚ ਭੱਜ ਦੌੜ ਮਚ ਗਈ ਤੇ ਉਸ ਤੋਂ ਬਾਅਦ ਅਬਦਾਲੀ ਉਸ ਮੈਦਾਨੇ ਜੰਗ ਦੇ ਵਿੱਚ ਟਿਕ ਨਾ ਸਕਿਆ। ਇਹ ਇਸ ਜੰਗ ਦੇ ਵਿੱਚੋਂ ਵਾਪਸ ਚਲਾ ਗਿਆ। ਇਤਿਹਾਸ ਦੇ ਵਿੱਚ ਬੇਸ਼ੱਕ ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਅਬਦਾਲੀ ਨੇ 9 ਹਮਲੇ ਕੀਤੇ, ਕੁਝ ਇਤਿਹਾਸਕਾਰ ਕਹਿੰਦੇ ਨੇ 7 ਹਮਲੇ ਕੀਤੇ। ਸਿੱਖ ਪਰੰਪਰਾ ਦੇ ਵਿੱਚ ਉਸਨੇ 11 ਹਮਲੇ ਕੀਤੇ ਨੇ, ਕਿਉਂਕਿ ਉਹ ਦਿੱਲੀ ਤੱਕ ਨਹੀਂ ਆਇਆ। ਬਾਅਦ ਵਾਲੇ ਹਮਲੇ ਅੰਮ੍ਰਿਤਸਰ ਤੇ ਲਾਹੌਰ ਤੱਕ ਹੀ ਸੀਮਤ ਰਹੇ। ਪਰ ਸਾਰੇ ਹਮਲਿਆਂ ਦੇ ਵਿੱਚੋਂ ਇਹ ਇੱਕ ਐਸਾ ਹਮਲਾ ਹੈ ਜਦੋਂ ਅਬਦਾਲੀ ਜਿਹੜਾ ਸੀ ਉਹ ਹਾਰ ਕੇ ਚਲਾ ਗਿਆ। ਉਸ ਤੋਂ ਬਾਅਦ ਵਕਤ ਬੀਤਿਆ, ਮੀਰ ਮੰਨੂ ਜਿਹੜਾ ਸੀ ਇਹ ਲਾਹੌਰ ਦਾ ਗਵਰਨਰ ਬਣ ਗਿਆ। ਅਹਿਮਦ ਸ਼ਾਹ ਅਬਦਾਲੀ ਦਾ ਅਗਲਾ ਹਮਲਾ ਹੋਇਆ। ਮੀਰ ਮੰਨੂ ਨੇ ਉਸ ਦੀ ਅਧੀਨਗੀ ਜਿਹੜੀ ਸੀ ਉਹ ਸਵੀਕਾਰ ਕਰ ਲਈ।
ਉਸ ਦੀ ਅਧੀਨਗੀ ਸਵੀਕਾਰ ਕਰਨ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਹ ਪਤਾ ਲੱਗਾ ਕਿ ਮੇਰੀ ਤਾਕਤ ਵੱਧ ਗਈ ਔਰ ਦਿੱਲੀ ਦੇ ਵਿੱਚ ਮੁਗਲ ਹਕੂਮਤ ਕਮਰੂਦੀਨ ਮੀਰ ਆਤਸ਼ ਦੀ ਮੌਤ ਤੋਂ ਬਾਅਦ ਬੜੀ ਕਮਜ਼ੋਰ ਹੋ ਚੁੱਕੀ ਹੈ, ਉਸਨੇ ਦਿੱਲੀ ਵੱਲ ਵਧਣ ਦਾ ਫੈਸਲਾ ਕੀਤਾ, ਜਿਹੜੀ ਕਿ 14 ਜਨਵਰੀ 1761 ਦੀ ਜੰਗ ਹੈ, ਜਿਸ ਨੂੰ ਪਾਣੀਪਤ ਦੀ ਤੀਸਰੀ ਲੜਾਈ ਕਿਹਾ ਜਾਂਦਾ ਹੈ। ਉਹ ਲੜਾਈ ਜਿਹੜੀ ਪਾਣੀਪਤ ਦੇ ਮੈਦਾਨ ਦੇ ਵਿੱਚ ਹੋਈ ਤੇ ਉਸ ਵੇਲੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਤਾਕਤ ਮਰਹੱਟੇ ਮੁਗਲਾਂ ਤੋਂ ਬਾਅਦ ਦੇ ਵਿੱਚ ਜਿਹੜੇ ਦੱਖਣ ਦੇ ਇਲਾਕੇ ਦੇ ਵਿੱਚੋਂ ਆ ਕੇ ਉੱਤਰੀ ਭਾਰਤ ਦੇ ਵਿੱਚ ਦਿੱਲੀ ਦੇ ਉੱਪਰ ਕਬਜ਼ਾ ਜਮਾਉਣ ਦੇ ਵਾਸਤੇ ਅਬਦਾਲੀ ਦੇ ਸਾਹਮਣੇ ਡਟੇ ਸੀ, ਉਹਨਾਂ ਦੇ ਕੋਲ ਫੌਜ ਦੀ ਗਿਣਤੀ ਜ਼ਿਆਦਾ ਸੀ। ਇਹ ਹਿੰਦੁਸਤਾਨ ਦੀ ਉਹ ਜੰਗ ਗਿਣੀ ਜਾਂਦੀ ਹੈ ਜਿਹਦੇ ਵਿੱਚ ਮਰਹੱਟਿਆਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਮਰਹੱਟੇ ਘੱਲੂਘਾਰਾ ਜਿਹੜਾ ਸਾਡਾ ਹੈ, ਵੱਡਾ ਘੱਲੂਘਾਰਾ, ਇਹਦੀ ਅਹਿਮੀਅਤ ਉਸ ਜੰਗ ਦੇ ਸਾਹਮਣੇ ਹੋਰ ਵੀ ਵਿਲੱਖਣ ਹੈ, ਕਿਉਂਕਿ ਮਰਹੱਟਿਆਂ ਦੇ ਪਰਿਵਾਰ ਦੱਖਣ ਦੇ ਵਿੱਚ ਬੈਠੇ ਸੀ, ਉਹਨਾਂ ਨੂੰ ਪਰਿਵਾਰ ਸੰਭਾਲਣ ਦਾ ਕੋਈ ਫਿਕਰ ਨਹੀਂ ਸੀ, ਉਹ ਸਾਰੇ ਲੜਨ ਦੇ ਵਾਸਤੇ ਆਏ ਸੀ। ਇੱਥੇ ਸਿੱਖਾਂ ਨੂੰ ਇੱਕ ਵੱਖਰੀ ਜੰਗ ਕਰਨੀ ਪੈ ਰਹੀ ਹੈ ਕਿ ਇੱਕ ਪਾਸੇ ਅਬਦਾਲੀ ਦੇ ਨਾਲ ਲੜਨਾ ਪੈ ਰਿਹਾ ਸੀ, ਦੂਜੇ ਬੰਨੇ ਪਰਿਵਾਰਾਂ ਨੂੰ ਵਹੀਰ ਦੀ ਰੱਖਿਆ ਕਰਨੀ ਪੈ ਰਹੀ ਸੀ। ਇਹ ਜੰਗ ਇਸ ਕਰਕੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬੜੀ ਵਿਲੱਖਣ ਗਿਣੀ ਜਾਂਦੀ ਹੈ। ਔਰ ਉਸ ਤੋਂ ਬਾਅਦ 11 ਸਾਲ ਮਰਹੱਟੇ ਸਿਰ ਨਹੀਂ ਚੁੱਕ ਸਕੇ। ਹਾਲਾਂਕਿ ਉਹਨਾਂ ਦਾ ਕੌਮੀ ਤੌਰ ਤੇ ਕੋਈ ਗਿਣਤੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੋਇਆ, ਸਾਰਾ ਦੱਖਣ ਮਰਹੱਟਿਆਂ ਦੇ ਨਾਲ ਭਰਿਆ ਪਿਆ ਸੀ। ਪਰ 10 ਸਾਲ ਮਰਹੱਟਿਆਂ ਨੇ ਕਿਸੇ ਵੀ ਵਿਦੇਸ਼ੀ ਹਮਲਾਵਰ ਦੇ ਅੱਗੇ ਸਿਰ ਨਹੀਂ ਚੁੱਕਿਆ। ਅਹਿਮਦ ਸ਼ਾਹ ਅਬਦਾਲੀ ਵਾਪਸ ਮੁੜਿਆ। ਜਦੋਂ ਵਾਪਸ ਗਿਆ ਤੇ ਇਸ ਨੇ ਉਸ ਵੇਲੇ ਇੱਕ ਆਪਣੇ ਜਰਨੈਲ ਨੂੰ ਪੰਜਾਬ ਦਾ ਇੰਚਾਰਜ ਬਣਾਇਆ। ਉਸ ਤੋਂ ਬਾਅਦ ਲਾਹੌਰ ਦਾ ਜਿਹੜਾ ਇੰਚਾਰਜ ਸੀ ਉਹ ਖਵਾਜਾ ਉਮੈਦ ਖਾਨ ਨੂੰ ਬਣਾ ਦਿੱਤਾ। ਪਰ ਜਦੋਂ ਇਹ ਗੋਇੰਦਵਾਲ ਦੇ ਕੋਲ ਪਹੁੰਚਿਆ, ਸਰਦਾਰ ਜੱਸਾ ਸਿੰਘ, ਸਰਦਾਰ ਚੜ੍ਹਤ ਸਿੰਘ ਹੁਣਾਂ ਨੇ ਇਸ ਦੇ ਉੱਪਰ ਹਮਲਾ ਕਰ ਦਿੱਤਾ। ਮਰਹੱਟਿਆਂ ਦਾ ਇੰਨਾ ਵੱਡਾ ਕਤਲੇਆਮ ਕਰਨ ਤੋਂ ਬਾਅਦ, ਦਿੱਲੀ ਤੇ ਕਬਜ਼ਾ ਕਰਨ ਤੋਂ ਬਾਅਦ, ਜਿਹੜੀਆਂ ਇਹ ਉਹਨਾਂ ਦੀਆਂ ਬੱਚੀਆਂ ਨੂੰ ਬੰਦੀ ਬਣਾ ਕੇ ਲੈ ਕੇ ਜਾ ਰਿਹਾ ਸੀ, ਉਹ ਸਿੱਖਾਂ ਨੇ ਸਾਰੀਆਂ ਛੁਡਾ ਦਿੱਤੀਆਂ। ਔਰ ਜਿਹੜਾ ਇਸ ਨੇ ਪੰਜਾਬ ਦਾ ਫੌਜਦਾਰ ਨਿਯੁਕਤ ਕੀਤਾ ਸੀ, ਉਹ ਵੀ ਸਿੱਖਾਂ ਦੇ ਹੱਥੋਂ ਮਾਰਿਆ ਗਿਆ। ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਅੱਗੇ ਟਿਕ ਨਾ ਸਕਿਆ। ਉਸ ਹਮਲੇ ਦੇ ਵਿੱਚ ਕਾਬਲ ਨੂੰ ਨਿਕਲ ਗਿਆ ਤੇ ਰਸਤੇ ਦੇ ਵਿੱਚ ਨੂਰਦੀਨ ਬਾਮਜਈ ਨੂੰ ਇਸ ਨੇ 16,000 ਫੌਜ ਦੇ ਕੇ ਫਿਰ ਪੰਜਾਬ ਵੱਲ ਤੋਰ ਦਿੱਤਾ ਕਿ ਸਿੱਖਾਂ ਨੇ ਮੇਰੇ ਉੱਪਰ ਹਮਲਾ ਕਰਕੇ ਮੇਰਾ ਨੁਕਸਾਨ ਬੜਾ ਕੀਤਾ ਤੇ ਤੂੰ ਉਹਨਾਂ ਨੂੰ ਜਾ ਕੇ ਖਤਮ ਕਰ। ਸਿਆਲਕੋਟ ਪਾਕਿਸਤਾਨ ਦਾ ਇਲਾਕਾ, ਅਜੇ ਉੱਥੇ ਨੂਰਦੀਨ ਬਾਮਜਈ ਪਹੁੰਚਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀ ਨੇ ਆ ਵੰਗਾਰਿਆ ਮੈਦਾਨੇ ਜੰਗ ਦੇ ਵਿੱਚ। ਪਹਿਲੇ ਹੱਲੇ ਦੇ ਵਿੱਚ ਹੀ ਨੂਰਦੀਨ ਬਾਮਜਈ ਦੀ ਤੀਜਾ ਹਿੱਸਾ ਫੌਜ ਜਿਹੜੀ ਸੀ ਉਹ ਖਤਮ ਹੋ ਗਈ। 12,000 ਫੌਜ ਇਹਦੇ ਕੋਲ ਰਹਿ ਗਈ। ਇੰਨਾ ਡਰ ਗਿਆ ਸਿੱਖਾਂ ਦੇ ਹਮਲੇ ਤੋਂ, ਕਿਉਂਕਿ ਸਿੱਖਾਂ ਦੇ ਕੋਲ ਜਿਹੜੀ ਘੋੜਸਵਾਰਾਂ ਦੀ ਤੇ ਪੈਦਲ ਫੌਜ ਦੀ ਗਿਣਤੀ 4,000 ਸੀ, ਮੁਕਾਬਲਾ 16,000 ਦੇ ਨਾਲ ਸੀ। ਪਰ ਇੰਨਾ ਜ਼ਿਆਦਾ ਡਰ ਗਿਆ ਕਿ ਸਿਆਲਕੋਟ ਦੇ ਕਿਲ੍ਹੇ ਦੇ ਵਿੱਚ ਬੈਠ ਗਿਆ। ਬਾਹਰੋਂ ਸਿੱਖਾਂ ਨੇ ਘੇਰਾ ਪਾ ਲਿਆ। ਤੀਸਰੀ ਰਾਤ ਇਹ ਭੇਸ ਬਦਲ ਕੇ ਕਿਲ੍ਹਾ ਛੱਡ ਕੇ ਨਿਕਲ ਗਿਆ। ਫੌਜ ਦੇ ਕੋਲ ਕੋਈ ਜਰਨੈਲ ਨਾ ਰਿਹਾ। ਇਹਦੀ ਫੌਜ ਦੇ ਜਿਹੜੇ 5 ਨਾਇਬ ਜਰਨੈਲ ਸੀ, ਉਹ ਸਿੱਖਾਂ ਦੇ ਅੱਗੇ ਆ ਕੇ ਪੇਸ਼ ਹੋਏ, ਫਰਸ਼ੀ ਸਲਾਮ ਕੀਤੀ ਸਿੱਖ ਜਰਨੈਲਾਂ ਨੂੰ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀ ਹੋਣਾ ਨੂੰ, ਤੇ ਕਿਹਾ ਕਿ ਅਸੀਂ ਤੁਹਾਡੇ ਅੱਗੇ ਆਤਮ ਸਮਰਪਣ ਕਰਦੇ ਹਾਂ। ਇਹ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਇੱਕ ਬਹੁਤ ਵੱਡਾ ਆਤਮ ਸਮਰਪਣ ਸੀ, ਜਦੋਂ 4,000 ਸਿੱਖਾਂ ਦੇ ਸਾਹਮਣੇ 12,000 ਅਫਗਾਨਾਂ ਨੇ ਆਪਣੇ ਹਥਿਆਰ ਰੱਖ ਦਿੱਤੇ। ਸਿੱਖਾਂ ਦੇ ਹੱਥ ਚੰਗੇ ਹਥਿਆਰ ਆਏ, ਚੰਗੇ ਘੋੜੇ ਆਏ। ਉਧਰ ਉਸ ਦੀ ਫੌਜ ਆਤਮ ਸਮਰਪਣ ਕਰ ਰਹੀ ਹੈ ਤੇ ਇੱਧਰ ਜਿਹੜਾ ਉਸਨੇ ਲਾਹੌਰ ਫੌਜਦਾਰ ਨਿਯੁਕਤ ਕੀਤਾ ਸੀ ਉਬੈਦ ਖਾਨ, ਉਸ ਨੂੰ ਪਤਾ ਲੱਗਾ ਕਿ ਨੂਰਦੀਨ ਭੱਜ ਗਿਆ ਤੇ ਉਹ ਆਪਣੀ ਫੌਜ ਲੈ ਕੇ ਉਧਰ ਨੂੰ ਜਾ ਰਿਹਾ ਤੇ ਉਸ ਨੂੰ ਰਸਤੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਘੇਰ ਲਿਆ। ਵੇਖੋ, ਦੋਵੇਂ ਪਾਸੇ ਉਸ ਨੂੰ ਪਤਾ ਹੈ ਕਿ ਮੇਰਾ ਅਫਗਾਨ ਭਰਾ ਘੇਰੇ ਦੇ ਵਿੱਚ ਹੈ, ਉਹ ਆਪਣਿਆਂ ਦੀ ਮਦਦ ਲਈ ਜਾ ਰਿਹਾ ਹੈ। ਜੱਸਾ ਸਿੰਘ ਨੂੰ ਪਤਾ ਲੱਗਾ ਕਿ ਸਰਦਾਰ ਚੜ੍ਹਤ ਸਿੰਘ ਦੀ ਜੰਗ ਹੋ ਰਹੀ ਹੈ। ਇਹ ਸਿੱਖਾਂ ਦਾ ਪਿਆਰ ਹੈ, ਉਹਨਾਂ ਦਾ ਵੀ ਆਪਣੇ ਧਰਮ ਦੇ ਨਾਲ ਪਿਆਰ ਹੈ। ਅਫਗਾਨਾਂ ਦੀ ਮਦਦ ਲਈ ਜਾ ਰਿਹਾ ਹੈ, ਸਿੱਖਾਂ ਦੀ ਮਦਦ ਲਈ ਜਾ ਰਿਹਾ ਹੈ। ਪਰ ਰਸਤੇ ਦੇ ਵਿੱਚ ਮੁਕਾਬਲਾ ਹੋ ਗਿਆ ਉਮੈਦ ਖਾਨ ਦਾ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ।
ਤੇ ਉਮੈਦ ਖਾਨ ਆਪਣੀਆਂ ਬਹੁਤ ਸਾਰੇ ਜੰਗੀ ਸਾਜੋ ਸਮਾਨ ਨੂੰ ਛੱਡ ਕੇ ਲਾਹੌਰ ਆ ਵੜਿਆ। ਅਹਿਮਦ ਸ਼ਾਹ ਅਬਦਾਲੀ ਦੇ ਵਾਸਤੇ ਇਹ ਬੜੀ ਵੱਡੀ ਸੱਟ ਸੀ। ਜਿਸ ਨੂੰ ਪੰਜਾਬ ਦਾ ਫੌਜਦਾਰ ਨਿਯੁਕਤ ਕੀਤਾ ਉਹ ਵੀ ਮਾਰਿਆ ਗਿਆ, ਜਿਸ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਉਹ ਡਰ ਕੇ ਲਾਹੌਰ ਭੱਜ ਆਇਆ, ਤੇ ਜਿਸ ਨੂੰ ਸਿੱਖਾਂ ਨੂੰ ਫਤਿਹ ਕਰਨ ਵਾਸਤੇ ਭੇਜਿਆ ਸੀ ਉਹ ਕਿਲੇ ਦੇ ਵਿੱਚੋਂ ਭੇਸ ਬਦਲ ਕੇ ਭੱਜ ਗਿਆ, ਨੂਰਦੀਨ। ਜਦੋਂ ਇਸ ਸਾਰੇ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਸਿੱਖਾਂ ਦੇ ਮਨ ਦੇ ਵਿੱਚੋਂ ਅਬਦਾਲੀ ਦੀਆਂ ਫੌਜਾਂ ਦਾ ਡਰ ਵੀ ਕੁਛ ਲੈ ਗਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਦੋਂ ਪਤਾ ਲੱਗਾ ਕਿ ਉਮੈਦ ਖਾਨ ਇੱਕ ਛੋਟੀ ਜੀ ਝੜਪ ਦੇ ਵਿੱਚ ਹੀ ਡਰ ਕੇ ਲਾਹੌਰ ਭੱਜ ਗਿਆ, ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਦੇ ਉੱਪਰ ਕਬਜ਼ਾ ਕਰ ਲਿਆ। ਇਤਿਹਾਸਕਾਰ ਕਹਿੰਦੇ ਨੇ, ਫਾਰੈਸਟਰ ਇੱਕ ਗੱਲ ਬੜੀ ਵਧੀਆ ਲਿਖਦਾ ਹੈ, ਕਹਿੰਦਾ ਲਾਹੌਰ ਦੇ ਵਿੱਚ ਦੋ ਸਰਕਾਰਾਂ ਨੇ, ਇੱਕ ਸਰਕਾਰ ਤਾਂ ਕਿਲੇ ਦੇ ਵਿੱਚ ਡਰੀ ਬੈਠੀ ਹੈ ਤੇ ਇੱਕ ਸਰਦਾਰ ਲਾਹੌਰ ਦੇ ਉੱਪਰ ਕਬਜ਼ਾ ਕਰੀ ਬੈਠੀ ਹੈ। ਉਮੈਦ ਖਾਨ ਕਿਲੇ ਦੇ ਵਿੱਚ ਡਰਿਆ ਬੈਠਾ ਹੈ ਤੇ ਸਿੱਕਾ ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਦਾ ਚੱਲ ਰਿਹਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਉੱਥੇ ਸਿੱਖ ਰਾਜ ਦਾ ਸਿੱਕਾ ਜਾਰੀ ਕੀਤਾ। ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਜਾਰੀ ਕੀਤਾ ਸੀ ਉਸ ਦੇ ਉੱਪਰ ਲਿਖਿਆ ਸੀ, ਸੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ। ਪਰ ਜਿਹੜਾ ਸਿੱਕਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਾਰੀ ਕੀਤਾ ਉਹਦੇ ਉੱਪਰ ਜਿਹੜੇ ਸ਼ਬਦ ਸੀ ਉਹ ਬੰਦਾ ਸਿੰਘ ਬਹਾਦਰ ਦੀ ਮੋਹਰ ਵਾਲੇ ਸੀ। ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਲਾਹੌਰ ਦੇ ਜਿਹੜੇ ਕਾਜੀ ਸੀ, ਮਲਾਣੇ ਸੀ, ਇਸ ਗੱਲ ਤੋਂ ਪੂਰੀ ਤਰ੍ਹਾਂ ਦੇ ਨਾਲ ਤਿਲ ਮਿਲਾ ਗਏ, ਪੂਰੀ ਤਰ੍ਹਾਂ ਦੇ ਨਾਲ ਸ਼ਰਮਿੰਦੇ ਹੋ ਗਏ ਕਿ ਬੇਸ਼ੱਕ ਅਹਿਮਦ ਸ਼ਾਹ ਅਬਦਾਲੀ ਨੇ ਇੱਥੇ ਆਪਣਾ ਗਵਰਨਰ ਨਿਯੁਕਤ ਕੀਤਾ ਸੀ, ਪਰ ਰਾਜ ਸਿੱਖ ਕਰ ਰਹੇ ਨੇ। ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਬਣਾਇਆ ਹੋਇਆ ਫੌਜਦਾਰ ਹੈ ਉਹ ਕਿਲੇ 'ਚ ਬੈਠਾ ਹੈ, ਸ਼ਹਿਰ 'ਚ ਸਿੱਕਾ ਸਿੱਖਾਂ ਦਾ ਚੱਲ ਰਿਹਾ। ਇਸ ਗੱਲ ਤੋਂ ਸ਼ਰਮਿੰਦਾ ਹੋਇਆ ਉਮੈਦ ਖਾਨ ਲਾਹੌਰ ਦੇ ਕਿਲੇ ਦੇ ਵਿੱਚ ਹੀ ਮਰ ਗਿਆ। ਬੇਸ਼ੱਕ ਕਿ ਇਹਦੀ ਮਰਨ ਦੀ ਤਰੀਕ ਦਾ ਸਾਨੂੰ ਇਤਿਹਾਸਕ ਸਰੋਤਾਂ 'ਚ ਪਤਾ ਨਹੀਂ ਲੱਗਦਾ। ਇਹਨਾਂ ਮਲਾਣਿਆਂ ਨੇ ਇੱਕ ਆਪਣੇ ਕੋਲੋਂ ਸਿੱਕਾ ਤਿਆਰ ਕੀਤਾ ਔਰ ਇੱਕ ਚਿੱਠੀ ਤਿਆਰ ਕਰਕੇ ਅਬਦਾਲੀ ਨੂੰ ਲਿਖੀ ਹੈ। ਚਿੱਠੀ ਦੇ ਸ਼ਬਦ ਬੜੇ ਅਹਿਮ ਨੇ। ਉਹਨਾਂ ਨੇ ਲਿਖਿਆ ਕਿ ਤੁਹਾਡੇ ਜਾਰੀ ਕੀਤੇ ਗਏ ਸੁਨਹਿਰੀ ਸਿੱਕੇ ਨੂੰ ਇੱਕ ਲਾਹਨਤੀ ਜੱਸਾ ਸਿੰਘ ਨੇ ਆਪਣੇ ਨਾਮ ਦੇ ਨਾਲ ਕਾਲਾ ਕਰ ਦਿੱਤਾ ਹੈ ਤੇ ਉਹਨੇ ਆਪਣੇ ਨਾਮ ਦਾ ਜਿਹੜਾ ਸਿੱਕਾ ਚਲਾਇਆ ਉਹਦੇ ਉੱਪਰ ਤੁਹਾਡੀ ਬੇਇੱਜ਼ਤੀ ਕੀਤੀ ਗਈ ਹੈ। ਇੱਕ ਸਿੱਕਾ ਆਪਣੇ ਕੋਲੋਂ ਤਿਆਰ ਕੀਤਾ ਗਿਆ, ਉਸ ਸਿੱਕੇ ਦੇ ਉੱਪਰ ਲਿਖਿਆ ਗਿਆ, ਹਾਲਾਂਕਿ ਇਹ ਸਿੱਖਾਂ ਦਾ ਸਿੱਕਾ ਨਹੀਂ ਸੀ, ਇਹ ਝੂਠਾ ਬਣਾ ਕੇ ਭੇਜਿਆ ਗਿਆ ਅਹਿਮਦ ਸ਼ਾਹ ਅਬਦਾਲੀ ਨੂੰ। ਉਸ ਸਿੱਕੇ ਦੇ ਉੱਪਰ ਲਿਖਿਆ ਗਿਆ, ਸਿੱਕਾ ਯਦਬਰ ਹਰ ਦੋ ਆਲਮ ਫਜ਼ਲ ਅਕਾਲ ਮੁਲਕ ਅਹਿਮਦ ਗ੍ਰਿਫਤ ਅਸਤ ਜੱਸਾ ਕਲਾਲ, ਕਿ ਵਾਹਿਗੁਰੂ ਦੀ ਮਿਹਰ ਦੇ ਨਾਲ ਅਸੀਂ ਰੱਬ ਦੇ ਨਾਂ ਦਾ ਸਿੱਕਾ ਚਲਾ ਦਿੱਤਾ ਤੇ ਅਹਿਮਦ ਸ਼ਾਹ ਅਬਦਾਲੀ ਦਾ ਮੁਲਕ ਜੱਸਾ ਸਿੰਘ ਕਲਾਲ ਦੇ ਕਬਜ਼ੇ ਵਿੱਚ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਇਹ ਸਿੱਕਾ ਮਿਲਿਆ, ਇਹ ਪੈਗਾਮ ਮਿਲਿਆ, ਤੇ ਸਿੱਖਾਂ ਦੇ ਤੇ ਉਹ ਪਹਿਲਾਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਹੂ ਲਾਉਣੇ ਚਾਹੁੰਦਾ ਸੀ, ਉਹ ਤੁਰ ਪਿਆ ਪੰਜਾਬ ਵੱਲ ਨੂੰ ਸਿੱਖਾਂ ਨੂੰ ਸੋਧਣ ਦੇ ਵਾਸਤੇ। ਉਧਰੋਂ ਅਕਤੂਬਰ 1761 ਦਾ ਦਿਨ ਆ ਗਿਆ, ਦੀਵਾਲੀ ਦੇ ਵਿੱਚ ਸਿੱਖਾਂ ਨੇ ਹਰਿਮੰਦਰ ਸਾਹਿਬ ਸਰਬੱਤ ਖਾਲਸਾ ਕੀਤਾ। ਸਰਬੱਤ ਖਾਲਸੇ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਾਰੇ ਸਿੱਖ ਜਥਿਆਂ ਨੇ, ਮਿਸਲਾਂ ਨੇ ਰਲ ਕੇ ਫੈਸਲਾ ਲਿਆ, ਜਿਸ 'ਚ ਡੱਲੇਵਾਲੀ ਵੀ ਬੈਠੇ ਸੀ, ਸ਼ੁਕਰ ਚੱਕੀਏ ਵੀ ਸੀ, ਸ਼ਹੀਦਾਂ ਮਿਸਲ ਦੇ ਵੀ ਸੀ, ਮਿਸਲ ਕਨਈਆ ਦੇ ਵੀ ਸੀ, ਫੂਲਕੀਆਂ ਮਿਸਲ ਇਸ ਇਲਾਕੇ ਦੇ ਵਿੱਚ ਸੀ, ਪਰ ਉਧਰਲੀਆਂ ਸਾਰੀਆਂ ਮਿਸਲਾਂ ਜਿਹੜੀਆਂ ਉੱਥੇ ਬੈਠੀਆਂ, 11 ਮਿਸਲਾਂ ਦੇ ਸਰਦਾਰਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਲਿਆ ਕਿ ਸਭ ਤੋਂ ਪਹਿਲਾਂ ਜਿਹੜੇ ਮੁਖਬਰਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਕੀਤੀ ਜਾਂ ਅਗਲੇ ਸਮੇਂ 'ਚ ਕਰਨੀ ਹੈ ਉਹਨਾਂ ਨੂੰ ਸੋਧਿਆ ਜਾਵੇ। ਇਹਨਾਂ ਦੇ ਵਿੱਚੋਂ ਅਹਿਮ ਸੀ ਜੰਡਿਆਲੇ ਦਾ ਅਕਲਦਾਸ ਨਰੰਜਣੀਆ, ਉਸੇ ਖਾਨਦਾਨ ਦੇ ਵਿੱਚੋਂ ਜਿਸ ਖਾਨਦਾਨ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਬਾਲੇ ਦੇ ਨਾਮ ਦੇ ਉੱਪਰ ਇੱਕ ਝੂਠੀ ਜਨਮ ਸਾਖੀ ਲਿਖ ਕੇ ਗੁਰੂ ਨਾਨਕ ਸਾਹਿਬ ਦੇ ਇੱਕ ਕਰੈਕਟਰ ਦੇ ਉੱਪਰ, ਇਖਲਾਕ ਦੇ ਉੱਪਰ ਬੜੀਆਂ ਭੈੜੀਆਂ ਉੱਜਾਂ ਲਾਈਆਂ ਸੀ। ਸਿੱਖ ਵਿਰੋਧੀ ਪਰਿਵਾਰ ਸੀ ਇਹ। ਜਦੋਂ ਅਕਲਦਾਸ ਨਰੰਜਣੀਆ ਨੂੰ ਪਤਾ ਲੱਗਾ ਸੂਈਆਂ ਦੇ ਕੋਲੋਂ ਕਿ ਸਿੱਖ ਜਿਹੜੇ ਨੇ ਉਹ ਮੇਰੇ ਉੱਪਰ ਹਮਲਾਵਰ ਹੋ ਕੇ ਆ ਰਹੇ ਨੇ, ਉਸਨੇ ਆਪਣੇ ਕਿਲੇ ਨੂੰ ਤੇ ਮਜ਼ਬੂਤ ਕੀਤਾ, ਪਰ ਨਾਲ ਹੀ ਇੱਕ ਤੇਜ਼ ਸਵਾਰ ਸਾਂਢਣੀ ਉਸ ਊਠਣੀ ਨੂੰ ਕਿਹਾ ਜਾਂਦਾ ਸੀ ਜਿਹਦੇ ਕੋਲੋਂ ਬੱਚੇ ਨਹੀਂ ਸੀ ਲਏ ਜਾਂਦੇ। ਇਹਦੀ ਜਿਹੜੀ ਰਫ਼ਤਾਰ ਹੈ
ਇਹਦੀ ਸਵਾਰੀ ਹਰ ਇੱਕ ਨਹੀਂ ਸੀ ਕਰ ਸਕਦਾ। ਅਕਸਰ ਡਾਕ ਦੇ ਵਾਸਤੇ ਜਾਂ ਸੁਨੇਹੇ ਭੇਜਣ ਦੇ ਵਾਸਤੇ ਇਹਨਾਂ ਊਠਣੀਆਂ ਦੀ ਵਰਤੋਂ ਕੀਤੀ ਜਾਂਦੀ ਸੀ, ਕਿਉਂਕਿ ਇਹਨਾਂ ਦੀ ਰਫ਼ਤਾਰ 72 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਔਰ ਇਹਨਾਂ ਨੂੰ ਬਹੁਤ ਥਾਵਾਂ ਤੇ ਰੁਕਣਾ ਨਹੀਂ ਪੈਂਦਾ, ਕਿਉਂਕਿ ਪਾਣੀ ਤੇ ਪੱਠਾ ਸਵੇਰ ਦਾ ਇੱਕ ਵਾਰੀ ਪਾਇਆ ਹੋਵੇ ਬਹੁਤ ਸਮਾਂ ਕੱਢ ਜਾਂਦੇ। ਘੋੜੇ ਦੇ ਵਾਸਤੇ ਸਵਾਰ ਨੂੰ ਰੁਕਣਾ ਪੈਂਦਾ। ਇਸ ਕਰਕੇ ਕਾਸਦਾਂ ਦੇ ਵਾਸਤੇ ਜਾਂ ਡਾਕ ਪਹੁੰਚਾਉਣ ਦੇ ਵਾਸਤੇ ਊਠਣੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਤੇਜ਼ ਰਫ਼ਤਾਰ ਸਾਂਢਣੀ ਊਠਣੀ ਜਿਹੜੀ ਸੀ ਉਹ ਅਬਦਾਲੀ ਵੱਲ ਨੂੰ ਤੋਰੀ। ਅਬਦਾਲੀ ਰੋਹਤਾਸ ਪਹੁੰਚ ਚੁੱਕਿਆ ਸੀ ਆਪਣੇ ਲਸ਼ਕਰ ਨੂੰ ਲੈ ਕੇ। ਜਦੋਂ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਿੱਖਾਂ ਨੇ ਹੁਣ ਇਲਾਕੇ ਦੇ ਵਿੱਚ ਮੇਰੇ ਮੁਖਬਰ ਸੁੱਧਣੇ ਸ਼ੁਰੂ ਕਰ ਦਿੱਤੇ ਨੇ, ਉੱਥੇ ਉਸਨੇ ਜਹਾਦ ਦਾ ਝੰਡਾ ਖੜਾ ਕੀਤਾ। ਇਤਿਹਾਸਕਾਰਾਂ ਦੇ ਮੁਤਾਬਕ ਉਸਨੇ ਇਲਾਕੇ ਦੇ ਜਿੰਨੇ ਵੀ ਹਾਕਮ ਸੀ, ਜਿੰਨੇ ਵੀ ਫੌਜਦਾਰ ਸੀ, ਜਿੰਨੇ ਵੀ ਪਠਾਨ ਸੀ, ਜਿੰਨੀਆਂ ਪਠਾਣਾਂ ਦੀਆਂ 22-24 ਮੁਖੀਆਂ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ 94 ਜਰਨੈਲ ਲੈ ਕੇ ਮੇਰੇ ਨਾਲ ਚਲੋ। ਇੱਕ ਐਸੀ ਕੌਮ ਦਾ ਖਾਤਮਾ ਕਰਨਾ ਹੈ ਕਿ ਜਿਹੜੀ ਜੰਗ ਉਹਨਾਂ ਦੇ ਨਾਲ ਲੜਨੀ ਹੈ ਉਸ ਤੋਂ ਬਾਅਦ ਉਸ ਕੌਮ ਦਾ ਨਾਮ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇਗਾ। ਅਹਿਮਦ ਸ਼ਾਹ ਇਸ ਤਿਆਰੀ ਦੇ ਨਾਲ ਤੁਰ ਪਿਆ। ਲਾਹੌਰ ਪਹੁੰਚਿਆ ਤੇ ਸਿੱਖਾਂ ਨੂੰ ਖਬਰ ਮਿਲ ਗਈ ਕਿ ਅਹਿਮਦ ਸ਼ਾਹ ਅਬਦਾਲੀ ਆ ਗਿਆ, ਤੇ ਸਿੱਖਾਂ ਨੂੰ ਵੀ ਪਤਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਇਸ ਵੇਲੇ ਪੂਰੀ ਤਿਆਰੀ ਦੇ ਵਿੱਚ ਆਵੇਗਾ। ਸੋਚਿਆ ਗਿਆ ਕਿ ਇਸ ਦਾ ਮੁਕਾਬਲਾ ਤੇ ਕਰਨਾ ਹੈ, ਪਰ ਜੰਡਿਆਲੇ ਨਾ ਕੀਤਾ ਜਾਵੇ, ਬਿਆਸ ਨੂੰ ਪਾਰ ਹੋਇਆ ਜਾਵੇ। ਜੰਡਿਆਲਾ ਛੋਟਾ ਇਲਾਕਾ ਸੀ, ਕਤਲੇਆਮ ਹੋਣ ਦਾ ਜ਼ਿਆਦਾ ਖਦਸ਼ਾ ਸੀ, ਆਲੇ ਦੁਆਲੇ ਕੋਈ ਲੁਕੋਂ ਦੇ ਬਹੁਤੇ ਸਥਾਨ ਨਹੀਂ ਸੀ। ਸਿੱਖਾਂ ਨੇ ਫੈਸਲਾ ਕੀਤਾ ਕਿ ਬਿਆਸ ਪਾਰ ਕਰਕੇ ਅਗਲੇ ਇਲਾਕੇ ਵੱਲ ਨਿਕਲਿਆ ਜਾਵੇ, ਤਾਂ ਜੋ ਜਿਹੜੇ ਪਰਿਵਾਰ ਨੇ ਉਹ ਸੁਰੱਖਿਅਤ ਤੌਰ ਤੇ ਮਾਲਵੇ ਦੇ ਇਲਾਕੇ 'ਚ ਭੇਜ ਦਿੱਤੇ ਜਾਣ ਤੇ ਫਿਰ ਕਿਸੇ ਜਗ੍ਹਾ ਦੇ ਉੱਪਰ ਅਬਦਾਲੀ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ। ਅਹਿਮਦ ਸ਼ਾਹ ਅਬਦਾਲੀ ਜੰਡਿਆਲੇ ਪਹੁੰਚ ਗਿਆ, ਸਿੱਖ ਬਿਆਸ ਤੋਂ ਪਾਰ ਹੋ ਗਏ। ਅਹਿਮਦ ਸ਼ਾਹ ਅਬਦਾਲੀ ਜਦੋਂ ਜੰਡਿਆਲੇ ਪਹੁੰਚਿਆ ਤੇ ਅਕਲਦਾਸ ਨਰੰਜੀਣੀ ਨੂੰ ਮਿਲਿਆ ਤੇ ਉਸਨੇ ਸਾਰੇ ਹਾਲਾਤ ਦੱਸ ਦਿੱਤੇ ਕਿ ਸਿੱਖ ਜਿਹੜੇ ਸੀ ਇਹਨਾਂ ਦੀ ਗਿਣਤੀ 90,000 ਸੀ। ਹਾਲਾਂਕਿ ਸਿੱਖਾਂ ਦੀ ਗਿਣਤੀ 90,000 ਨਹੀਂ ਸੀ, ਪਰ ਉਸਨੇ ਜਾਣਬੁੱਝ ਕੇ ਉਸਨੂੰ ਵਧਾ ਚੜਾ ਕੇ ਗਿਣਤੀ ਦੱਸੀ। ਤੇ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਇਹ ਸੁਣਿਆ ਕਿ ਸਿੱਖਾਂ ਦੀ ਗਿਣਤੀ 90,000 ਹੈ, ਉਸਨੇ ਫੌਜ ਦੀ ਹੋਰ ਭਰਤੀ ਸ਼ੁਰੂ ਕਰ ਦਿੱਤੀ। ਉਹ ਲਾਹੌਰ ਰੁਕਿਆ। ਉਸਨੇ ਹੋਰ ਜਿੰਨੇ ਆਲੇ ਦੁਆਲੇ ਦੇ ਪਠਾਨ ਸੀ, ਉਸ ਇਲਾਕੇ ਦੇ ਜਿੰਨੇ ਵੀ ਹੋਰ ਸੂਰਮੇ ਜਰਨੈਲ ਫੌਜਦਾਰ ਸੀ, ਉਹਨਾਂ ਨੂੰ ਕਿਹਾ ਕਿ ਜਹਾਦ ਦੇ ਨਾਮ ਦੇ ਉੱਪਰ ਹੈਦਰੀ ਝੰਡੇ ਦੇ ਥੱਲੇ ਆਪਣੀਆਂ ਫੌਜਾਂ ਲੈ ਕੇ ਮੇਰੀ ਫੌਜ ਦੇ ਵਿੱਚ ਸ਼ਾਮਲ ਹੋਵੋ। ਭਾਵੇਂ ਕਿ ਅਬਦਾਲੀ ਉੱਥੋਂ ਵੀ ਤਤਾਰ ਉਜ਼ਬੇਕ ਕਬੀਲੇ ਦੇ ਕਿਜ਼ਲਬਾਸ਼ ਲੈ ਕੇ ਤੁਰਿਆ ਸੀ। ਕਿਜ਼ਲਬਾਸ਼ ਤੁਰਕੀ ਭਾਸ਼ਾ ਦਾ ਸ਼ਬਦ ਹੈ। ਜਿਸ ਵੇਲੇ ਈਰਾਨ ਦਾ ਬਾਦਸ਼ਾਹ ਤਤਾਰ ਕਬੀਲੇ ਦੇ ਵਿੱਚੋਂ ਇਸਮਾਇਲ ਸਫਵੀ ਬਣਿਆ ਸੀ ਤੇ ਉਸਨੇ ਆਪਣੀ ਫੌਜ ਦੀ ਜਿਹੜੀ ਦਸਤਾਰ ਦਾ ਰੰਗ ਲਾਲ ਰੱਖਿਆ ਸੀ, ਤੇ ਤੁਰਕੀ ਭਾਸ਼ਾ ਦੇ ਵਿੱਚ ਲਾਲ ਰੰਗ ਨੂੰ ਕਿਹਾ ਜਾਂਦਾ ਹੈ ਕਿਜ਼ਲਬਾਸ਼। ਅਹਿਮਦ ਸ਼ਾਹ ਅਬਦਾਲੀ ਦੇ ਵਿੱਚ ਤਤਾਰ ਕਬੀਲੇ ਦੇ ਬਹੁਤ ਜ਼ਿਆਦਾ ਲੋਕ ਹੋਣ ਕਰਕੇ ਉਹਨਾਂ ਦੀਆਂ ਪੱਗਾਂ ਦਾ ਰੰਗ ਲਾਲ ਸੀ। ਇਸੇ ਕਰਕੇ ਇਹਨਾਂ ਨੂੰ ਕਿਜ਼ਲਬਾਸ਼ ਉਜ਼ਬਕ ਕਿਹਾ ਜਾਂਦਾ ਹੈ। ਕਿਤੇ ਤੁਸੀਂ ਫਾਰਸੀ ਦੇ ਸਰੋਤਾਂ ਨੂੰ ਪੜ੍ਹੋ, ਤਹਿਮਾਸਨਾਮਾ ਜਿਹੜਾ ਤਹਿਮਾਸ ਖਾਨ ਦਾ ਲਿਖਿਆ ਹੋਇਆ ਹੈ, ਉਸ ਨੂੰ ਪੜ੍ਹੋ ਤੇ ਉਹਦੇ ਵਿੱਚ ਅਬਦਾਲੀ ਦੀ ਫੌਜ ਦੇ ਨਾਲ ਸ਼ਬਦ ਆਵੇਗਾ ਕਿਜ਼ਲਬਾਸ਼ ਉਜ਼ਬੇਕ, ਕਿ ਇਹਨਾਂ ਇਲਾਕਿਆਂ ਦੇ ਲਾਲ ਪੱਗਾਂ ਵਾਲੇ ਜਿਹੜੇ ਫੌਜੀ ਸੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸੀ। ਸਿੱਖ ਜਿਹੜੇ ਸੀ ਉਹ ਇਸ ਇਲਾਕੇ ਵਿੱਚ ਆ ਗਏ। ਅਹਿਮਦ ਸ਼ਾਹ ਅਬਦਾਲੀ ਇੱਕ ਹਫ਼ਤਾ ਜੰਡਿਆਲੇ ਰੁਕਿਆ ਤੇ ਫਿਰ ਲਾਹੌਰ ਚਲਾ ਗਿਆ, ਇਸ ਉਮੀਦ ਦੇ ਵਿੱਚ ਕਿ ਸਿੱਖ ਜਦੋਂ ਪਤਾ ਲੱਗੇਗਾ, ਕੋਈ ਖਬਰ ਮਿਲੇਗੀ ਤੇ ਮੈਂ ਲਾਹੌਰ ਤੋਂ ਹੀ ਉਹਨਾਂ ਦੇ ਉੱਪਰ ਹਮਲਾਵਰ ਹੋਵਾਂਗਾ। ਉੱਧਰ ਜਦੋਂ ਸਿੱਖ ਆਪਣੇ ਪਰਿਵਾਰਾਂ ਸਮੇਤ ਇਸ ਇਲਾਕੇ ਦੇ ਵਿੱਚ ਆਏ, ਜਿਸ ਇਲਾਕੇ ਦੇ ਵਿੱਚ ਅੱਜ ਅਸੀਂ ਹਾਂ, ਤਾਂ ਇਸ ਗੱਲ ਦੀ ਖਬਰ ਜਿਹੜੀ ਸੀ ਮਲੇਰਕੋਟਲੀਏ ਫੌਜਦਾਰ ਭੀਖਣ ਸ਼ਾਹ ਨੂੰ ਪੈ ਗਈ। ਭੀਖਣ ਸ਼ਾਹ ਨੇ ਆਪਣਾ ਇੱਕ ਕਾਸਦ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਭੇਜਿਆ ਲਾਹੌਰ। ਉਸਨੇ ਕਿਹਾ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਜਥਾ ਇਸ ਇਲਾਕੇ ਦੇ ਵਿੱਚ ਆ ਕੇ ਰੁਕਿਆ ਹੈ, ਜੇਕਰ ਤੁਸੀਂ ਵਕਤ ਸਿਰ ਪਹੁੰਚ ਜਾਵੋ ਤੇ ਇੱਥੇ ਸਿੱਖਾਂ ਨੂੰ ਹਮੇਸ਼ਾ ਦੇ ਵਾਸਤੇ ਖਤਮ ਕੀਤਾ ਜਾ ਸਕਦਾ ਹੈ। ਇਹ ਤਕਰੀਬਨ 1 ਫਰਵਰੀ ਨੂੰ ਸੁਨੇਹਾ ਮਿਲਦਾ ਹੈ ਅਹਿਮਦ ਸ਼ਾਹ ਅਬਦਾਲੀ ਨੂੰ। ਜਦੋਂ ਉਸ ਨੂੰ ਸੁਨੇਹਾ ਮਿਲਦਾ ਹੈ ਤੇ ਸੁਨੇਹਾ ਦੇਣ ਵਾਲੇ ਨੂੰ ਉਹ ਵਾਪਸ ਭੇਜ ਦਿੰਦਾ ਹੈ ਭੀਖਣ ਸ਼ਾਹ ਦੇ ਕੋਲ। ਕੀ ਸੁਨੇਹਾ ਦੇ ਕੇ ਕਹਿੰਦਾ, ਮੈਂ ਇੱਥੋਂ ਕੱਲ ਤੁਰ ਪਵਾਂਗਾ, ਤੀਸਰੇ ਦਿਨ ਮੈਂ ਉੱਥੇ ਪਹੁੰਚ ਜਾਵਾਂਗਾ, ਪਰ ਜਿਸ ਦਿਨ ਮੈਂ ਪਹੁੰਚਣਾ ਹੈ ਮੇਰੇ ਪਹੁੰਚਣ ਤੋਂ ਪਹਿਲਾਂ ਤੁਸੀਂ ਸਿੱਖਾਂ ਨੂੰ ਜੰਗ ਦੇ ਵਿੱਚ ਉਲਝਾ ਲਿਓ ਕਿ ਉਹ ਮੈਦਾਨ ਛੱਡ ਕੇ ਜਾ ਨਾ ਸਕਣ। ਤੇ ਦੂਸਰੀ ਗੱਲ, ਜਿਹੜੇ ਮੇਰੇ ਨਾਲ ਫੌਜੀ ਨੇ ਇਹਨਾਂ ਨੂੰ ਨਹੀਂ ਪਤਾ ਕਿ ਸਿੱਖ ਕਿਹੜਾ ਹੈ ਤੇ ਇੱਥੋਂ ਦਾ ਮੁਸਲਮਾਨ ਕਿਹੜਾ ਹੈ ਤੇ ਇੱਥੋਂ ਦਾ ਬ੍ਰਾਹਮਣ ਕਿਹੜਾ ਹੈ। ਜਿੰਨੇ ਤੁਹਾਡੇ ਫੌਜੀ ਨੇ
मैं अपने जरनैलों ਨੂੰ ਸਮਝਾ ਦਿੱਤਾ है, ਜਿਹੜੇ ਮੇਰੇ ਅਫਗਾਨ, ਉਜ਼ਬੇਕ ਤੇ ਤਤਾਰ ਕਬੀਲੇ ਦੇ ਸਰਦਾਰ ਨੇ, ਜਿਹੜੇ ਕਿਜ਼ਲਬਾਸ਼ ਨੇ, ਮੈਂ ਉਹਨਾਂ ਨੂੰ ਸਮਝਾ ਦਿੱਤਾ ਹੈ ਕਿ ਜਿਨ੍ਹਾਂ ਦੇ ਸਿਰ ਦੇ ਉੱਪਰ ਹਰਿਆ ਪੱਤਾ ਟੰਗਿਆ ਹੋਵੇ ਉਸ ਦੇ ਉੱਪਰ ਵਾਰ ਨਹੀਂ ਕਰਨਾ, ਤੇ ਤੁਹਾਡੀ ਜਿੰਨੀ ਵੀ ਫੌਜ ਹੈ ਇਹ ਤੁਸੀਂ ਉਹਨਾਂ ਨੂੰ ਫਰਮਾਨ ਜਾਰੀ ਕਰ ਦਿਓ ਕਿ ਆਪਣੇ ਸਿਰ ਦੇ ਉੱਪਰ ਹਰੇ ਪੱਤੇ ਟੰਗ ਲੈਣ। ਜਿਸ ਦੇ ਉੱਪਰ ਹਰਿਆ ਪੱਤਾ ਨਹੀਂ ਹੋਵੇਗਾ, ਮੈਂ ਫੌਜ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਉਹਨਾਂ ਦਾ ਕਤਲੇਆਮ ਕੀਤਾ ਜਾਵੇਗਾ। ਇਹ ਸੁਨੇਹਾ ਲੈ ਕੇ ਜਦੋਂ ਤੀਸਰੇ ਦਿਨ ਇੱਥੇ ਕਾਸਦ ਪਹੁੰਚਿਆ ਤੇ 4 ਫਰਵਰੀ 1762 ਦੀ ਰਾਤ 10 ਰਜਬ ਹਿਜਰੀ 1175 ਇਸਲਾਮੀ ਕੈਲੰਡਰ ਦੇ ਮੁਤਾਬਕ ਇੱਥੇ ਜਿਹੜੀਆਂ ਸੰਗਤਾਂ ਨੇ, ਇਹਨਾਂ ਦੇ ਵਿੱਚ ਤਕਰੀਬਨ ਸਾਡੇ ਇਤਿਹਾਸਕ ਸਰੋਤਾਂ ਦੇ ਮੁਤਾਬਕ ਜਿਹੜੀ ਸਾਰੀ ਗਿਣਤੀ ਹੈ ਉਹ 22,000 ਤੋਂ ਲੈ ਕੇ 40,000 ਤੱਕ ਵੱਖ-ਵੱਖ ਸਰੋਤਾਂ ਨੇ ਮੰਨੀ ਹੈ। ਪਰ ਜਿਹੜੇ ਲੜਨ ਵਾਲੇ ਸਿੱਖ ਨੇ ਉਹਨਾਂ ਦੀ ਗਿਣਤੀ 15,000 ਦੇ ਕਰੀਬ ਹੈ। ਜ਼ਿਆਦਾਤਰ ਗਿਣਤੀ ਇਲਾਕਿਆਂ ਦੇ ਵਿੱਚੋਂ ਜਿਹੜੇ ਸਿੰਘਾਂ ਦੇ ਪਰਿਵਾਰ ਸੀ, ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਮਾਤਾਵਾਂ, ਉਹਨਾਂ ਦਾ ਮਾਲ ਡੰਗਰ ਦੇ ਨਾਲ ਗੱਡੇ, ਥੋੜ੍ਹਾ ਬਹੁਤਾ ਘਰੇਲੂ ਸਮਾਨ, ਅਸਬਾਬ, ਇਹ ਸਾਰਾ ਸਮਾਨ ਲੈ ਕੇ ਉਹ ਨਿਕਲੇ ਹੋਏ ਸੀ। 5 ਫਰਵਰੀ 1762 ਦਾ ਅਜੇ ਸੂਰਜ ਨਹੀਂ ਚੜ੍ਹਿਆ ਜਦੋਂ 2 ਜਰਨੈਲਾਂ ਨੇ ਬਹੁਤ ਵੱਡੀ ਫੌਜ ਲੈ ਕੇ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੂੰ ਬਿਲਕੁਲ ਖਬਰ ਨਹੀਂ ਸੀ। ਸਿੱਖ ਸੋਚ ਰਹੇ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਅਸੀਂ ਉਦੋਂ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਹੋਵਾਂਗੇ ਜਿਸ ਵੇਲੇ ਅਸੀਂ ਆਪਣੇ ਪਰਿਵਾਰਾਂ ਨੂੰ ਮਾਲਵੇ ਤੇ ਲੱਖੀ ਜੰਗਲ ਦੇ ਇਲਾਕੇ ਦੇ ਵਿੱਚ ਸੁਰੱਖਿਅਤ ਕਰ ਲਵਾਂਗੇ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਾਂਗੇ। ਪਰ ਸਿੱਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਹਿਮਦ ਸ਼ਾਹ ਅਬਦਾਲੀ ਇੰਨੀ ਜਲਦੀ ਪਹੁੰਚ ਜਾਵੇਗਾ। ਅਹਿਮਦ ਸ਼ਾਹ ਅਬਦਾਲੀ ਇੱਕ ਬੜਾ ਮੰਨਿਆ ਪਰਮੰਨਿਆ ਘੋੜਸਵਾਰ ਸੀ। ਇਸ ਨੇ ਇੰਨਾ ਸਫ਼ਰ ਕੀਤਾ ਕਿ ਲਾਹੌਰ ਤੋਂ ਆ ਕੇ ਇਸਨੇ ਪਹਿਲਾ ਪੜਾਅ ਜੰਡਿਆਲੇ ਕੀਤਾ, ਦੂਸਰਾ ਪੜਾਅ ਤਲਵਣ ਕੀਤਾ ਤੇ ਅਗਲੇ ਦਿਨ ਦੀ ਅੱਧੀ ਰਾਤ ਨੂੰ, ਯਾਨੀ ਕਿ 4 ਦੀ ਅੱਧੀ ਰਾਤ ਨੂੰ ਤੇ 5 ਦਾ ਦਿਨ ਚੜੇ ਜਿਹੜਾ ਸੀ ਇਸ ਥਾਂ ਦੇ ਉੱਪਰ ਪਹੁੰਚ ਗਿਆ। ਉਦੋਂ ਤੱਕ ਕਾਸਮ ਖਾਨ ਤੇ ਮੁਰਤਜ਼ਾ ਖਾਨ ਵੜੈਚ, ਇਹਨਾਂ ਨੇ ਭੀਖਣ ਖਾਨ ਤੇ ਲక్ష్ਮੀ ਨਾਰਾਇਣ ਦੀਆਂ ਫੌਜਾਂ ਦੇ ਸਾਰਾ ਸਾਥ ਲੈ ਕੇ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਇਸ ਜਗ੍ਹਾ ਦੇ ਉੱਪਰ ਕਤਲੇਆਮ ਇਸ ਕਰਕੇ ਜ਼ਿਆਦਾ ਹੋਇਆ ਕਿਉਂਕਿ ਜਦੋਂ ਸਿੰਘਾਂ ਦੇ ਉੱਪਰ ਆ ਕੇ ਪੈ ਗਏ ਨੇ, ਉਦੋਂ ਤੱਕ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਕਿ ਹਮਲਾ ਸਾਡੇ ਉੱਪਰ ਇਸ ਜਗ੍ਹਾ ਦੇ ਉੱਪਰ ਹੋ ਜਾਣਾ। ਨੁਕਸਾਨ ਜ਼ਿਆਦਾਤਰ ਇਸ ਜਗ੍ਹਾ ਦੇ ਉੱਪਰ ਬੱਚਿਆਂ ਦਾ ਹੋਇਆ, ਬਜ਼ੁਰਗਾਂ ਦਾ ਹੋਇਆ, ਬੀਬੀਆਂ ਦਾ ਹੋਇਆ। ਤੇ ਉਦੋਂ ਫਿਰ ਸਿੰਘਾਂ ਨੇ ਇਸ ਚੱਲਦੀ ਹੋਈ ਜੰਗ ਦੇ ਵਿੱਚ ਇੱਕ ਮਤਾ ਪਕਾਇਆ। ਇਹ ਸਭ ਤੋਂ ਸਿੱਖਾਂ ਦੇ ਵਾਸਤੇ ਇੱਕ ਔਖਾ ਫੇਜ਼ ਸੀ ਕਿ ਇੱਕ ਪਾਸੇ ਤਾਂ ਉੱਪਰ ਹਮਲਾ ਹੋ ਗਿਆ ਤੇ ਦੂਜੇ ਬੰਨੇ ਯੁੱਧ ਦੀ ਨੀਤੀ ਤਿਆਰ ਕਰਨੀ ਹੈ, ਕੀਤਾ ਕੀ ਜਾਵੇ। ਕੈਥਲ ਤੋਂ ਸਰਦਾਰ ਸੰਗੂ ਸਿੰਘ, ਇਸੇ ਤਰ੍ਹਾਂ ਦੇ ਨਾਲ ਬਾਬਾ ਆਲਾ ਸਿੰਘ ਦੇ ਵਕੀਲ ਭਾਈ ਸੇਖੂ ਸਿੰਘ ਤੇ ਭਾਈ ਬੁੱਢਾ ਸਿੰਘ ਦੇ ਵਕੀਲ, ਇਹ 3 ਸਰਦਾਰ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਪਰਿਵਾਰਾਂ ਨੂੰ ਮਾਲਵੇ ਵੱਲ ਲੈ ਕੇ ਨਿਕਲਣਾ ਹੈ, ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਵਹੀਰ ਨੂੰ ਲੈ ਕੇ ਅੱਗੇ ਤੁਰੋ। ਤੇ ਖਾਲਸਾ ਪੰਥ ਜਿਹੜੇ ਜੁਝਾਰੂ ਸਿੰਘ ਸੀ ਉਹ ਕੰਧ ਬਣ ਕੇ ਖਲੋ ਗਏ ਤੇ ਉਹਨਾਂ ਨੇ ਕਾਸਮ ਖਾਨ ਦਾ ਤੇ ਮੁਰਤਜ਼ਾ ਖਾਨ ਵੜੈਚ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਵਹੀਰ ਥੋੜਾ ਅੱਗੇ ਤੁਰਿਆ, ਕਾਸਮ ਖਾਨ ਦੇ ਪੈਰ ਉਖੜ ਗਏ, ਕਾਫੀ ਸਾਰੀ ਫੌਜ ਉਸ ਦੀ ਮਾਰੀ ਗਈ ਤੇ ਕਾਸਮ ਖਾਨ ਇਹ ਜਿਉਂ ਇਸ ਜਗ੍ਹਾ ਤੋਂ ਭੱਜਾ ਇਹਨੇ ਮਲੇਰਕੋਟਲੇ ਜਾ ਕੇ ਸਾਹ ਲਿਆ। ਉਸ ਤੋਂ ਬਾਅਦ 10 ਘੰਟੇ ਲੜਾਈ ਪੂਰਾ 5 ਫਰਵਰੀ ਨੂੰ ਹੋਈ ਹੈ। ਕਾਸਮ ਖਾਨ ਦੁਬਾਰਾ ਸਿੱਖਾਂ ਦੇ ਸਾਹਮਣੇ ਨਹੀਂ ਆਇਆ। ਇਹ ਸਿੱਖ ਇਤਿਹਾਸਕਾਰ ਨਹੀਂ ਕਹਿੰਦੇ, ਬਲਕਿ ਉਹਦੇ ਨਾਲ ਇੱਕ ਜਰਨੈਲ ਸੀ ਤਹਿਮਾਸ ਖਾਨ, ਜਿਸ ਦੀ ਆਪਣੀ ਲਿਖਤ ਹੈ ਤਹਿਮਾਸਨਾਮਾ। ਉਹਦੇ ਵਿੱਚ ਉਸਨੇ ਖੁਦ ਲਿਖਿਆ ਹੈ ਕਿ ਜਿਸ ਵੇਲੇ ਮੈਂ ਤੇ ਕਾਸਮ ਖਾਨ ਭੱਜੇ ਤੇ ਕਾਸਮ ਖਾਨ ਸੀ ਇਹ ਤਾਂ ਮਲੇਰਕੋਟਲਾ ਵੀ ਪਾਰ ਕਰ ਗਿਆ, ਦੁਬਾਰਾ ਸਿੱਖਾਂ ਦੇ ਸਾਹਮਣੇ ਨਹੀਂ ਆ ਸਕਿਆ ਤੇ ਮੈਂ ਅੱਧ ਦੇ ਵਿੱਚ ਰੁਕ ਗਿਆ ਜਿੱਥੇ ਮੁਰਤਜ਼ਾ ਖਾਨ ਵੜੈਚ ਇੱਕ ਟਿੱਬੇ ਦੇ ਉੱਪਰ ਆ ਕੇ ਸਾਹ ਲੈ ਰਿਹਾ ਸੀ। ਸੋ ਇਹ ਪਹਿਲਾ ਹਮਲਾ ਕਾਸਮ ਖਾਨ ਨੇ ਤੇ ਮੁਰਤਜ਼ਾ ਖਾਨ ਵੜੈਚ ਨੇ ਕੀਤਾ, ਇਸ ਹਮਲੇ ਦੇ ਵਿੱਚ ਗੈਰ ਸ਼ਸਤਰਧਾਰੀ ਸਿੱਖਾਂ ਦਾ, ਪਰਿਵਾਰਾਂ ਦਾ, ਵਹੀਰ ਦਾ ਜਿੰਨਾ ਨੁਕਸਾਨ ਹੋਣਾ ਸੀ ਉਹ ਤੇ ਹੋਇਆ। ਪਰ ਜਦੋਂ ਸਿੰਘਾਂ ਨੇ ਸ਼ਸਤਰ ਸੰਭਾਲ ਲਏ ਉਸ ਤੋਂ ਬਾਅਦ ਕਾਸਮ ਖਾਨ ਤੇ ਮੁਰਤਜ਼ਾ ਖਾਨ ਵੜੈਚ ਅੱਗੇ ਟਿਕ ਨਾ ਸਕੇ। ਮੁਰਤਜ਼ਾ ਖਾਨ ਵੜੈਚ ਔਰ ਤਹਿਮਾਸ ਖਾਨ ਦੇ ਕੋਲ 5000 ਦੇ ਕਰੀਬ ਫੌਜ ਸੀ, ਜਿਹੜੀ ਉਹ ਦੂਰ ਜਾ ਕੇ ਇੱਕ ਟਿੱਬੇ ਦੇ ਉੱਪਰ ਖਲੋ ਗਿਆ ਤੇ ਉਧਰੋਂ ਦਿਨ ਚੜੇ ਅਹਿਮਦ ਸ਼ਾਹ ਅਬਦਾਲੀ ਵੀ ਪਹੁੰਚ ਗਿਆ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਆ ਕੇ ਮੁਰਤਜ਼ਾ ਖਾਨ ਨੂੰ ਘੇਰ ਲਿਆ
ਉਹਨਾਂ ਨੇ ਸੋਚਿਆ ਕਿ ਸ਼ਾਇਦ ਇਹ ਵੀ ਸਾਡਾ ਦੁਸ਼ਮਣ ਹੈ। ਇਸ ਗੱਲ ਦਾ ਜ਼ਿਕਰ ਤਾਂ ਹਮਾਸਨਾਮੇ 'ਚ ਮਿਲਦਾ ਹੈ। ਪਰ ਜਦੋਂ ਮੁਰਤਜ਼ਾ ਖਾਨ ਅਬਦਾਲੀ ਦੇ ਸਾਹਮਣੇ ਪੇਸ਼ ਹੋਇਆ ਤੇ ਉਸ ਵੇਲੇ ਅਬਦਾਲੀ ਨੇ ਉਸ ਨੂੰ ਆਪਣੀ ਫੌਜ ਨੂੰ ਸਮਝਾਇਆ ਕਿ ਨਹੀਂ, ਇਹ ਤੇ ਸਾਡਾ ਸਾਥ ਦੇਣ ਵਾਲੇ ਲੋਕ ਨੇ। ਤੇ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਮੁਰਤਜ਼ਾ ਖਾਨ ਵੜੈਚ ਨੂੰ ਕਿਹਾ ਕਿ ਤੂੰ ਤਹਿਮਾਸ ਖਾਨ ਨੂੰ ਲੈ ਕੇ ਲక్ష్ਮੀ ਨਾਰਾਇਣ ਜਿਹੜਾ ਜੈਨ ਖਾਨ ਦਾ ਮੁਸਾਹਿਬ ਸੀ ਤੇ ਭੀਖਣ ਸ਼ਾਹ ਮਲੇਰਕੋਟਲੇ ਵਾਲੇ ਦਾ ਸਾਥ ਦੇ ਕੇ ਇਸ ਵਹੀਰ ਨੂੰ ਅੱਗੋਂ ਰੋਕਣ ਦੀ ਕੋਸ਼ਿਸ਼ ਕਰ। ਵਹੀਰ ਅੱਗੇ ਵੱਧਦਾ ਜਾ ਰਿਹਾ ਸੀ ਪਿੰਡ ਗਹਿਲ ਵੱਲ ਨੂੰ। ਅਗਲੇ ਪਾਸਿਓਂ ਜਦੋਂ ਇਹ ਹਮਲਾ ਹੋ ਗਿਆ ਤਾਂ ਇਹਦੇ ਨਾਲ ਜਿਹੜਾ ਵਹੀਰ ਸੀ ਸਾਰੇ ਪਾਸੇ ਤੋਂ ਘਿਰ ਗਏ। ਇੱਕ ਪਾਸੇ ਤਾਂ ਸਿੱਖਾਂ ਨੇ ਕੰਧ ਬਣਾਈ ਹੋਈ ਸੀ, ਹੁਣ ਦੂਜੇ ਪਾਸੇ ਜਿਹੜੇ ਆਮ ਵਹੀਰ ਸੀ ਉਹਦੇ ਉੱਪਰ ਜਦੋਂ ਹਮਲਾ ਹੋ ਗਿਆ ਤੇ ਸਿੱਖਾਂ ਨੇ ਫਿਰ ਆਪਣੀ ਅਗਲੀ ਯੁੱਧ ਨੀਤੀ ਤਿਆਰ ਕੀਤੀ ਹੈ। ਇਹਦਾ ਜ਼ਿਕਰ ਸਰਦਾਰ ਰਤਨ ਸਿੰਘ ਭੰਗੂ ਹੁਣਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ 'ਚ ਕੀਤਾ ਹੈ। ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਰ ਖਰ ਤੁਰ ਪੰਥ ਬਚਾਵੋ। ਕਿ ਹੁਣ ਜਿਹੜੀ ਮਿਸਲਾਂ ਦੀ ਵੰਡ ਹੈ ਨਾ ਉਹ ਛੱਡ ਦਿਓ। ਜਿਹੜੇ ਮਿਸਲਾਂ ਦੇ ਮੁਖੀ ਨੇ ਨਾ ਉਹ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਤੇ ਸਾਰੇ ਵਹੀਰ ਨੂੰ ਇੱਕ ਘੇਰੇ ਦਾ ਰੂਪ ਦੇ ਲਓ, ਇੱਕ ਕਿਲੇ ਦਾ ਰੂਪ ਦੇ ਲਓ। ਜਿੰਨੀਆਂ ਵੀ ਮਿਸਲਾਂ ਨੇ ਉਹ ਆਲੇ ਦੁਆਲੇ ਪੂਰਾ ਵਹੀਰ ਨੂੰ ਕਵਰ ਕਰ ਲੈਣ, ਇੱਕ ਕਿਲੇ ਦਾ ਰੂਪ ਦੇ ਲੈਣ ਤੇ ਵਹੀਰ ਇਸ ਤਰ੍ਹਾਂ ਘੁੰਮੇਗਾ ਤੇ ਘੁੰਮਦਾ ਘੁੰਮਦਾ ਅੱਗੇ ਵਧੇਗਾ। ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਕੀਤਾ ਕਿ ਜਿਸ ਤਰ੍ਹਾਂ ਕੁਕੜੀ ਆਪਣੇ ਖੰਭਾਂ ਦੇ ਹੇਠ ਆਪਣੇ ਬੱਚੇ ਲੈ ਕੇ ਤੁਰਦੀ ਹੈ, ਜਿਹੜੇ ਇਹ ਸਿੱਖਾਂ ਦੇ ਜੁਝਾਰੂ ਜਥੇ ਸੀ ਵਹੀਰ ਨੂੰ ਵਿਚਕਾਰ ਇੰਜ ਲੈ ਕੇ ਤੁਰ ਰਹੇ ਸੀ। ਬੜੀ ਜਗ੍ਹਾ ਦੇ ਉੱਪਰ ਕੋਸ਼ਿਸ਼ ਕੀਤੀ ਗਈ ਕਿ ਘੇਰੇ ਨੂੰ ਤੋੜਿਆ ਜਾਵੇ, ਇਹ ਘੇਰਾ ਤੋੜਿਆ ਨਾ ਜਾ ਸਕਿਆ। ਸਿੱਖਾਂ ਦੀ ਜਿਹੜੀ ਯੁੱਧ ਨੀਤੀ ਹੈ ਇਹ ਬੇਸ਼ੱਕ ਅਹਿਮਦ ਸ਼ਾਹ ਅਬਦਾਲੀ ਨੂੰ ਜੇਤੂ ਜਰਨੈਲ ਕਿਹਾ ਜਾਂਦਾ ਹੈ, ਪਰ ਜਿਹੜੇ ਉਹਦੇ ਇਤਿਹਾਸਕਾਰ ਨੇ ਉਹ ਵੀ ਮੰਨਦੇ ਨੇ ਕਿ ਜਿਸ ਯੁੱਧ ਨੀਤੀ ਦੇ ਨਾਲ ਸਿੱਖ ਲੜੇ ਅਬਦਾਲੀ ਵੀ ਅਸ਼ ਕਰ ਉੱਠਿਆ। ਇਸ ਗੱਲ ਤੋਂ ਹੈਰਾਨ ਨੇ ਕਿ ਸਿੱਖ ਜਿਹੜੇ ਨੇ ਘੁੰਮ ਘੁੰਮ ਕੇ ਲੜ ਰਹੇ ਸੀ। ਇੱਕ ਮਿਸਲ ਦਾ ਜਰਨੈਲ ਥੱਕ ਜਾਂਦਾ ਸੀ, ਦੂਜਾ ਜਰਨੈਲ ਅੱਗੇ ਆ ਜਾਂਦਾ ਸੀ, ਦੂਜਾ ਥੱਕਦਾ ਸੀ, ਤੀਜਾ ਆ ਜਾਂਦਾ ਸੀ, ਨਾਲ ਨਾਲ ਉਹ ਅੱਗੇ ਵੱਧਦੇ ਜਾ ਰਹੇ ਸੀ। 3 ਕੋਹ ਦੇ ਕਰੀਬ ਉਹ ਪਹੁੰਚ ਗਏ, ਪਰ ਉਹਨਾਂ ਨੇ ਘੇਰਾ ਨਹੀਂ ਤੋੜਨ ਦਿੱਤਾ। ਬੇਸ਼ੱਕ ਇਹ ਨੁਕਸਾਨ ਹੋ ਰਿਹਾ ਸੀ, ਪਰ ਦੂਜੇ ਬੰਨੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਵੀ ਨੁਕਸਾਨ ਬਹੁਤ ਹੋ ਰਿਹਾ ਸੀ। ਅਹਿਮਦ ਸ਼ਾਹ ਅਬਦਾਲੀ ਨੇ 6 ਹਮਲੇ ਲਗਾਤਾਰ ਕੀਤੇ ਨੇ ਆਪਣੇ ਤਰੋ ਤਾਜ਼ਾ ਜਵਾਨ ਲੈ ਕੇ, ਪਰ ਇੱਕ ਵੀ ਹਮਲੇ ਦੇ ਦੌਰਾਨ ਉਹ ਘੇਰੇ ਨੂੰ ਤੋੜ ਕੇ ਸਿੱਖਾਂ ਦੇ ਅੰਦਰ ਦਾਖਲ ਨਹੀਂ ਹੋ ਸਕਿਆ। ਹਰ ਵਾਰੀ ਉਹ ਵਾਪਸ ਮੁੜਦਾ ਰਿਹਾ। ਅਖੀਰ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਇਹ ਗੱਲ ਵੇਖੀ ਕਿ ਅਹਿਮਦ ਸ਼ਾਹ ਅਬਦਾਲੀ ਬਾਰ-ਬਾਰ ਇਸ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਚੜ੍ਹਤ ਸਿੰਘ 4094 ਜਰਨੈਲਾਂ ਨੂੰ ਲੈ ਕੇ ਸਿੱਧੇ ਅਬਦਾਲੀ ਦੇ ਦਲਾਂ ਦੇ ਵਿੱਚ ਜਾ ਵੜੇ। ਅਹਿਮਦ ਸ਼ਾਹ ਅਬਦਾਲੀ ਦੇ ਕੋਲ ਜਾ ਕੇ ਉਸ ਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ। 2 ਹਮਲੇ ਤਾਂ ਬਿਲਕੁਲ ਨਾਕਾਮ ਗਏ, ਜੱਸਾ ਸਿੰਘ ਉਸ ਦੇ ਨੇੜੇ ਨਹੀਂ ਪਹੁੰਚ ਸਕਿਆ। ਤੇ ਤੀਸਰੀ ਜਗ੍ਹਾ ਤੇ ਜਾ ਕੇ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਹੋਇਆ ਤੇ ਜੱਸਾ ਸਿੰਘ ਨੇ ਇੱਕ ਗੱਲ ਕਹੀ, ਕਹਿੰਦਾ ਉਹ ਅਹਿਮਦ ਸ਼ਾਹ ਅਬਦਾਲੀ ਉਹ ਕਿਉਂ ਲੋਕਾਂ ਦੇ ਪੁੱਤ ਮਰਵਾਉਣਾ ਹੈ? ਜੇਕਰ ਸੱਚਮੁੱਚ ਹੀ ਆਪਣੇ ਆਪ ਨੂੰ ਅਫਗਾਨਿਸਤਾਨ ਦਾ ਸ਼ੇਰ ਸਮਝਦਾ ਹੈ ਨਾ, ਤੇ ਅੱਜ ਜੱਸਾ ਸਿੰਘ ਆਹਲੂਵਾਲੀਆ ਤੇਰੇ ਸਾਹਮਣੇ ਖੜਾ ਹੈ ਮੈਦਾਨੇ ਜੰਗ ਦੇ ਵਿੱਚ। ਕੱਲੇ ਨਾਲ ਕੱਲਾ ਮੁਕਾਬਲਾ ਕਰ, ਖਲਕਤ ਵੇਖੇਗੀ ਕਿ ਮੈਦਾਨੇ ਜੰਗ ਦਾ ਸੂਰਮਾ ਕੌਣ ਹੁੰਦਾ ਹੈ। ਅਹਿਮਦ ਸ਼ਾਹ ਅਬਦਾਲੀ ਉਸ ਦੇ ਸਾਹਮਣੇ ਨਹੀਂ ਆਇਆ, ਦਲਾਂ ਦੇ ਪਿੱਛੇ ਚਲਾ ਗਿਆ। ਪਿੱਛੋਂ ਜਾ ਕੇ ਆਪਣੀ ਫੌਜ ਦੀ ਅਗਵਾਈ ਕਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਦੇ ਸਾਹਮਣੇ ਨਾ ਆ ਸਕਿਆ। ਇਹ ਜੰਗ ਚੱਲਦੀ ਰਹੀ। ਦੋਹਾਂ ਪਾਸਿਆਂ ਤੋਂ ਅਨੇਕਾਂ ਜਿਹੜੇ ਸੂਰਮੇ ਸੀ ਉਹ ਸ਼ਹੀਦ ਹੁੰਦੇ ਰਹੇ। ਜਦੋਂ ਗਹਿਲ ਪਿੰਡ ਦੇ ਵਿੱਚ ਪਹੁੰਚੇ ਤੇ ਸਿੱਖਾਂ ਨੂੰ ਇਹ ਸੀ ਕਿ ਸ਼ਾਇਦ ਜੇਕਰ ਵਹੀਰ ਨੂੰ ਥੋੜੀ ਬਹੁਤੀ ਇਸ ਪਿੰਡ ਦੇ ਵਿੱਚ ਸ਼ਰਨ ਮਿਲ ਜਾਵੇ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਤੇ ਅਸੀਂ ਇੱਕ ਥਾਂ ਤੇ ਡਟ ਕੇ ਲੜ ਸਕਾਂਗੇ। ਪਿੰਡ ਦੇ ਲੋਕਾਂ ਨੇ ਕੋਈ ਸਾਥ ਨਾ ਦਿੱਤਾ। 4 ਸਰੋਤ ਨੇ ਸਾਡੇ ਕੋਲ, ਸਰਦਾਰ ਕਰਮ ਸਿੰਘ ਹਿਸਟੋਰੀਅਨ, ਡਾਕਟਰ ਗੰਡਾ ਸਿੰਘ, ਗਿਆਨੀ ਗਿਆਨ ਸਿੰਘ, ਰਤਨ ਸਿੰਘ ਭੰਗੂ। ਉਹਨਾਂ ਨੇ ਬੜਾ ਖੁੱਲ੍ਹ ਕੇ ਲਿਖਿਆ। ਲੋਕਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਕਿਸੇ ਤਰ੍ਹਾਂ ਦੇ ਨਾਲ ਵੀ ਸਿੱਖਾਂ ਨੂੰ ਉੱਥੋਂ ਸਹਿਯੋਗ ਨਾ ਮਿਲਿਆ ਤੇ ਸਿੱਖਾਂ ਨੇ ਉੱਥੇ ਫਿਰ ਇੱਕ ਦੂਜੀ ਲੜਾਈ ਲੜੀ ਆ। ਹੁਣ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਇਹ ਵੇਖ ਲਿਆ ਕਿ ਘੇਰਾ ਨਹੀਂ ਟੁੱਟ ਰਿਹਾ, ਫਿਰ ਉਸਨੇ ਕੀ ਕੀਤਾ ਕਿ ਆਪਣੇ ਇੱਕ ਮੰਨੇ ਪਰਮੰਨੇ ਜਰਨੈਲ ਜਹਾਨ ਖਾਨ ਨੂੰ, ਇਹ ਜਹਾਨ ਖਾਨ ਉਹ ਆ ਜਿਸ ਨੇ ਮਰੱਟਿਆਂ ਦੀ ਜੰਗ ਦੇ ਵਿੱਚ ਬੜੇ ਸੂਰਮਤਾਈ ਦੇ ਕੌਤਕ ਕੀਤੇ ਸੀ, ਪਰ ਇਹਦੀ ਸੂਰਮਤਾਈ ਦੇ ਕੌਤਕ ਇੱਥੇ ਸਿੱਖਾਂ ਅੱਗੇ ਨਾ ਚੱਲ ਸਕੇ। ਇਸ ਦਾ ਜ਼ਿਕਰ ਇੱਕ ਇਤਿਹਾਸਕਾਰ ਨੇ ਬੜੇ ਵਧੀਆ ਸ਼ਬਦਾਂ 'ਚ ਕੀਤਾ ਹੈ। ਕਹਿੰਦਾ ਕਿ ਜੇਕਰ ਪੱਥਰ ਹਦਵਾਣਿਆਂ ਵਰਗੇ ਕੂਲੇ ਹੁੰਦੇ ਨਾ ਤੇ ਗਿੱਦੜਾਂ ਨੇ ਖਾ ਜਾਣੇ ਸੀ। ਕਹਿੰਦਾ ਅਹਿਮਦ ਸ਼ਾਹ ਅਬਦਾਲੀ ਦਾ ਜਰਨੈਲ ਜਿਹੜਾ ਹੈ ਨਾ,
ਇਹ ਮਰੱਟਿਆਂ ਦੇ ਉੱਪਰ ਹਮਲਾ ਕਰਨ ਗਿੱਜਾ ਸੀ ਤੇ ਇਹਨੇ ਹਦਵਾਣਿਆਂ ਦੇ ਭੁਲੇਖੇ ਪੱਥਰਾਂ ਨੂੰ ਮੂੰਹ ਪਾ ਲਿਆ ਸੀ। ਕਹਿੰਦਾ ਹੁਣ ਅੱਗੇ ਸਰਦਾਰ ਮਿੱਤ ਸਿੰਘ ਖੜਾ ਸੀ, ਹੁਣ ਅੱਗੇ ਸਰਦਾਰ ਬਘੇਲ ਸਿੰਘ ਖੜਾ ਸੀ, ਨੱਥਾ ਸਿੰਘ ਖੜਾ ਸੀ, ਸੁੱਧਾ ਸਿੰਘ ਖੜਾ ਸੀ, ਸਰਦਾਰ ਜੱਸਾ ਸਿੰਘ ਰਾਮਗੜੀਆ ਖੜਾ ਸੀ, ਪ੍ਰੇਮ ਸਿੰਘ ਖੜਾ ਸੀ, ਚੜਤ ਸਿੰਘ ਖੜਾ ਸੀ ਤੇ ਜੱਸਾ ਸਿੰਘ ਆਹਲੂਵਾਲੀਆ ਖੜਾ ਸੀ। ਕਹਿੰਦਾ ਹੁਣ ਜਹਾਨ ਖਾਨ ਨੂੰ ਪਤਾ ਲੱਗਣਾ ਸੀ ਕਿ ਮੈਦਾਨੇ ਜੰਗ ਦੇ ਸੂਰਮੇ ਕੌਣ ਹੁੰਦੇ ਨੇ। ਮਹੱਥੇ ਉਹਨਾਂ ਨੇ ਜਿਹੜੇ ਮਰੱਟੇ ਸੀ ਉਹ 60 ਕੋਹ ਪਿੱਛੇ ਭੱਜ ਕੇ ਮਾਰੇ ਸੀ, 60 ਕੋਹ ਤੱਕ। ਤੇ ਇਹ ਤਾਂ ਜੇ 3 ਕੋਹ ਸਿੱਖ ਗਏ ਸੀ ਕਿ ਜਹਾਨ ਖਾਨ ਨੇ ਬੜਾ ਤਗੜਾ ਹਮਲਾ ਕੀਤਾ, ਸਿੱਖਾਂ ਨੇ ਪੇਸ਼ ਨਾ ਜਾਣ ਦਿੱਤੀ। ਇਹ ਸਭ ਤੋਂ ਭਿਆਨਕ ਜੰਗ ਹੋਈ ਇਸ ਹਮਲੇ ਦੇ ਵਿੱਚ। ਪਰ ਇਸ ਹਮਲੇ ਦੇ ਜਹਾਨ ਖਾਨ ਦਾ ਬਾਅਦ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਕਿ ਸਿੱਖਾਂ ਨੇ ਇੰਨੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ, ਇੰਨੇ ਅਫਗਾਨ ਮਾਰੇ ਗਏ ਕਿ ਇਤਿਹਾਸਕਾਰ ਲਿਖਦੇ ਨੇ ਕਿ ਹੁਣ ਸਿੱਖਾਂ ਦੇ ਹੱਥਾਂ ਦੇ ਵਿੱਚ ਅਫਗਾਨੀ ਹਥਿਆਰ ਸੀ ਤੇ ਪੈਦਲ ਸਵਾਰਾਂ ਦੇ ਪੈਦਲ ਦੇ ਥੱਲੇ ਘੋੜੇ ਸੀ, ਅਰਬੀ ਘੋੜੇ ਸੀ। ਇਹ ਲੜਾਈ ਜਿਹੜੀ ਸੀ ਇਹ ਗਹਿਲ ਪਿੰਡ ਦੇ ਕੋਲ ਹੋਈ। ਬੇਸ਼ੱਕ ਇਹ ਬੜਾ ਜ਼ਬਰਦਸਤ ਮੁਕਾਬਲਾ ਸੀ। ਇਸ ਮੁਕਾਬਲੇ ਵਿੱਚ ਸਿੱਖਾਂ ਨੇ ਜਹਾਨ ਖਾਨ ਦੀ ਪੇਸ਼ ਨਾ ਜਾਣ ਦਿੱਤੀ। ਅਹਿਮਦ ਸ਼ਾਹ ਅਬਦਾਲੀ ਇਸ ਤੋਂ ਅੱਗੇ ਨਹੀਂ ਗਿਆ। ਅਹਿਮਦ ਸ਼ਾਹ ਅਬਦਾਲੀ ਕੁਤਬਾ ਬਾਹਮਣੀਆਂ ਪਿੰਡ ਦੇ ਵਿੱਚ ਵਾਪਸ ਉੱਥੋਂ ਪਿੱਛੇ ਮੁੜ ਗਿਆ। ਉਸਨੇ ਪਿੱਛੇ ਹੋ ਕੇ ਜੰਗ ਦੀ ਅਗਵਾਈ ਕੀਤੀ ਹੈ, ਪਰ ਇਸ ਮੁਕਾਬਲੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਅੱਗੇ ਹੋ ਕੇ ਲੜਨ ਦਾ ਹੌਸਲਾ ਨਹੀਂ ਕੀਤਾ। ਕੁਤਬਾ ਬਾਹਮਣੀਆਂ ਪਿੰਡ ਦੇ ਵਿੱਚ ਗਏ ਤੇ ਆਸ ਸਿੱਖਾਂ ਨੂੰ ਫਿਰ ਵੀ ਇਹੀ ਸੀ ਕਿ ਸ਼ਾਇਦ ਪਿੰਡ ਦੇ ਲੋਕ ਬਜ਼ੁਰਗਾਂ ਦੇ ਉੱਪਰ, ਬੀਬੀਆਂ ਦੇ ਉੱਪਰ, ਜ਼ਖਮੀਆਂ ਦੇ ਉੱਪਰ, ਬੱਚਿਆਂ ਦੇ ਉੱਪਰ ਤਰਸ ਕਰਨਗੇ, ਘਰਾਂ ਦੇ ਦਰਵਾਜ਼ੇ ਖੋਲ੍ਹ ਦੇਣਗੇ, ਉਹਨਾਂ ਨੂੰ ਸ਼ਰਨ ਮਿਲ ਜਾਵੇਗੀ, ਅਸੀਂ ਫਿਰ ਇੱਥੇ ਕੁਤਬਾ ਬਾਹਮਣੀਆਂ ਦੇ ਮੈਦਾਨ ਦੇ ਵਿੱਚ ਡਟ ਕੇ ਮੁਕਾਬਲਾ ਕਰਾਂਗੇ। ਪਰ ਸਿੰਘਾਂ ਨੂੰ ਇਸ ਇਲਾਕੇ ਦਾ ਇਹ ਪਤਾ ਨਹੀਂ ਸੀ ਕਿ ਇਹ ਦੋਵੇਂ ਪਿੰਡ ਪਠਾਣਾਂ ਦੇ ਸੀ, ਜਿਹੜੇ ਕਿ ਮਲੇਰਕੋਟਲੇ ਦੀ ਜੈਲ ਅਧੀਨ ਭੀਖਣ ਖਾਂ ਦੇ ਅਧੀਨ ਆਉਂਦੇ ਸੀ। ਉਹਨਾਂ ਪਠਾਣਾਂ ਨੇ ਅੱਗੋਂ ਹਮਲਾ ਕਰ ਦਿੱਤਾ, ਹੈਦਰੀ ਝੰਡੇ ਚੁੱਕ ਕੇ ਉਹਨਾਂ ਨੇ ਹਮਲਾ ਕਰ ਦਿੱਤਾ। ਉੱਥੇ ਫਿਰ ਜਾ ਕੇ ਵਹੀਰ ਦਾ ਕਾਫੀ ਨੁਕਸਾਨ ਹੋਇਆ, ਕਿਉਂਕਿ ਅਗਲੇ ਪਾਸੇ ਤੋਂ ਹਮਲਾ ਸੀ ਤੇ ਵਹੀਰ ਜਿਹੜੀ ਸੀ ਉਹ ਅਗਲੇ ਪਾਸੇ ਜਾ ਰਹੀ ਸੀ, ਪਿੱਛੋਂ ਸਿੰਘ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ। ਜਦੋਂ ਅਗਲੇ ਪਾਸੇ ਤੋਂ ਹਮਲਾ ਹੋਇਆ ਤਾਂ ਵਹੀਰ ਦਾ ਕਾਫੀ ਨੁਕਸਾਨ ਹੋਇਆ। ਸਰਦਾਰ ਚੜ੍ਹਤ ਸਿੰਘ ਨੂੰ ਜਦੋਂ ਇਸ ਗੱਲ ਦੀ ਖਬਰ ਮਿਲੀ, ਚੜ੍ਹਤ ਸਿੰਘ ਆਪਣੇ 94 1000 ਸਵਾਰ ਨੂੰ ਲੈ ਕੇ ਅਗਲੇ ਪਾਸੇ ਗਿਆ। ਉੱਥੇ ਚੜ੍ਹਤ ਸਿੰਘ ਦਾ ਮੁਕਾਬਲਾ ਗਹਿਲੇ ਪਿੰਡ ਤੋਂ ਅੱਗੇ ਜਾ ਕੇ ਕੁਤਬਾ ਤੇ ਬਾਹਮਣੀਆਂ ਦੇ ਪਠਾਣਾਂ ਦੇ ਨਾਲ ਹੋਇਆ। ਉਹਨਾਂ ਪਠਾਣਾਂ ਦੇ ਵਿੱਚੋਂ ਇੱਕ ਵੀ ਸਹੀ ਸਲਾਮਤ ਨਾ ਜਾ ਸਕਿਆ। ਇਤਿਹਾਸਕਾਰ ਕਹਿੰਦੇ ਨੇ ਕਿ ਹੱਥਾਂ ਦੇ ਵਿੱਚ ਫੜੇ ਹੋਏ ਹੈਦਰੀ ਝੰਡੇ ਮਲਿਆਂ ਦੇ ਵਿੱਚ ਰੁੜ ਰਹੇ ਸੀ। ਮੈਦਾਨ ਛੱਡ ਕੇ ਉਹ ਭੱਜ ਗਏ। ਉੱਥੇ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਕਾਸਰ ਦੇ ਹੱਥ ਸੁਨੇਹਾ ਭੇਜਿਆ ਲక్ష్ਮੀ ਨਾਰਾਇਣ ਨੂੰ। ਕਹਿੰਦਾ ਸਿੱਖਾਂ ਦੇ ਮੂਹਰੇ ਹੁਣ ਅਸੀਂ ਨਹੀਂ ਲੜ ਸਕਦੇ, ਸਿੱਖਾਂ ਦਾ ਸਾਹਮਣੇ ਤੋਂ ਮੁਕਾਬਲਾ ਕਰਨਾ ਬੜਾ ਔਖਾ ਲੱਗਣ ਦਿਆ। ਇੱਕ ਤਰੀਕਾ ਹੈ, ਜੇਕਰ ਤੁਸੀਂ ਅਗਲੇ ਪਾਸੇ ਜਾ ਕੇ ਭੀਖਣ ਖਾਨ, ਜੈਨ ਖਾਨ, ਵਲੀ ਖਾਨ ਤੇ ਲక్ష్ਮੀ ਨਾਰਾਇਣ ਜੇ ਆਪਣੀਆਂ ਸਾਰੀਆਂ ਫੌਜਾਂ ਲੈ ਕੇ ਸਿੱਖਾਂ ਦੇ ਵਹੀਰ ਨੂੰ ਅਗਲੇ ਪਾਸੇ ਤੋਂ ਰੋਕ ਲੈਣ ਤੇ ਪਿੱਛੋਂ ਹਮਲਾ ਕਰਕੇ ਵਹੀਰ ਨੂੰ ਕਤਲ ਕੀਤਾ ਜਾਵੇ। ਇਸ ਦਾ ਜ਼ਿਕਰ ਕਰਦਾ ਇੱਕ ਇਤਿਹਾਸਕਾਰ ਕਹਿੰਦਾ ਅਹਿਮਦ ਸ਼ਾਹ ਅਬਦਾਲੀ, ਜਿਹੜੀ ਤੇਰੀ ਇਹ ਨੀਤੀ ਹੈ ਨਾ ਕਿ ਅਗਲੇ ਪਾਸਿਓਂ ਵਹੀਰ ਨੂੰ ਡੱਕਿਆ ਜਾਵੇ ਤੇ ਵਹੀਰ ਨੂੰ ਕਤਲ ਕੀਤਾ ਜਾਵੇ, ਇੱਥੋਂ ਪਤਾ ਲੱਗਦਾ ਕਿ ਤੇਰੀਆਂ ਜੂਠੀਆਂ ਬੁਰਕੀਆਂ ਦੇ ਉੱਪਰ ਪਲਣ ਵਾਲੇ ਤੇਰੇ ਇਤਿਹਾਸਕਾਰ ਤਾਂ ਤੈਨੂੰ ਗਾਜ਼ੀ ਕਹਿਣਗੇ, ਪਰ ਸਿੱਖ ਤੈਨੂੰ ਪਾਜੀ ਕਹਿਣਗੇ, ਕਿਉਂਕਿ ਤੂੰ ਹੱਥਿਆਂ ਦੇ ਉੱਪਰ ਹਮਲਾ ਕਰਨ ਦਾ ਸੋਚ ਰਿਹਾ, ਮੈਦਾਨੇ ਜੰਗ 'ਚ ਮਰਦਾਂ ਨਾਲ ਨਹੀਂ ਲੜ ਰਿਹਾ। ਅਖੀਰ ਅਹਿਮਦ ਸ਼ਾਹ ਅਬਦਾਲੀ ਨੂੰ ਲక్ష్ਮੀ ਨਾਰਾਇਣ ਨੇ ਜਵਾਬ ਦਿੱਤਾ। ਕਹਿੰਦਾ ਸ਼ਾਹ ਸਾਹਿਬ, ਪਿੱਛੇ ਰਹਿ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਅੱਗੇ ਜਾ ਕੇ ਲੜਨਾ ਸਿੱਖਾਂ ਦੇ ਬੜੇ ਔਖਾ ਜਿਹਾ। ਸਾਰੇ ਪਾਸੇ ਤੋਂ ਬੇਸ਼ੱਕ ਉਹਨਾਂ ਨੇ ਜੰਗ ਜਾਰੀ ਰੱਖੀ, ਪਰ ਫਿਰ ਵੀ ਸਿੱਖਾਂ ਦਾ ਮੁਕਾਬਲਾ ਨਾ ਕਰ ਸਕੇ। ਸਿੱਖ ਉਸੇ ਤਰ੍ਹਾਂ ਦੇ ਨਾਲ ਬੇਸ਼ੱਕ ਬੜੇ ਸਿੰਘ ਸ਼ਹੀਦ ਹੁੰਦੇ ਜਾ ਰਹੇ ਸੀ, ਕੇਵਲ ਸਿੱਖਾਂ ਦੀਆਂ ਸ਼ਹਾਦਤਾਂ ਨਹੀਂ ਹੋਈਆਂ। ਤਕਰੀਬਨ ਇਤਿਹਾਸ ਦੇ ਸਰੋਤਾਂ ਦੇ ਮੁਤਾਬਕ 22 ਤੋਂ ਲੈ ਕੇ 25000 ਅਫਗਾਨੀ, ਪਠਾਨ ਤੇ ਰੰਗੜ ਵੀ ਇਸ ਮੈਦਾਨੇ ਜੰਗ ਦੇ ਵਿੱਚ ਮਾਰਿਆ ਗਿਆ। ਇਹ ਜਿਹੜੀ ਅਸੀਂ 50000 ਦੀ ਗਿਣਤੀ ਕਹਿੰਦੇ ਆ, ਇਹ ਕੇਵਲ ਸਿੱਖਾਂ ਦੀ ਗਿਣਤੀ ਨਹੀਂ ਹੈ, ਇਹ ਬਰਾਬਰ ਦੀ ਗਿਣਤੀ ਦੁਸ਼ਮਣ ਦੀਆਂ ਮੌਤਾਂ ਦੀ ਵੀ ਹੈ। ਸਿੱਖ ਕੁਤਬਾ ਬਾਹਮਣੀਆਂ ਤੋਂ ਲੜਦੇ ਹੋਏ ਜਦੋਂ ਅਗਲੇ ਪਾਸੇ ਗਏ, ਅਗਲਾ ਪਿੰਡ ਹਠੂਰ ਸੀ। ਅਗਲੇ ਜਥਿਆਂ ਨੇ ਕਿਹਾ, ਕਹਿੰਦਾ ਕਿ ਹਠੂਰ ਦੇ ਵਿੱਚ, ਕਿਉਂਕਿ ਸਵੇਰ ਦੀ ਸੂਰਜ ਚੜ੍ਹਨ ਤੋਂ ਪਹਿਲਾਂ ਦੀ ਜੰਗ ਸ਼ੁਰੂ ਹੋਈ ਸੀ, ਤਕਰੀਬਨ 9ਵਾਂ ਘੰਟਾ ਜੰਗ ਨੂੰ ਲੱਗ ਚੁੱਕਾ ਸੀ। ਅਹਿਮਦ ਸ਼ਾਹ ਅਬਦਾਲੀ ਆਪਣੇ ਜੰਗ ਦੇ ਮੋਰਚੇ ਨੂੰ ਛੱਡ ਕੇ ਪਿੱਛੇ ਬੈਠਾ ਹੋਇਆ ਸੀ। ਫੌਜ ਦੀ ਅਗਵਾਈ ਜਹਾਨ ਖਾਨ ਕਰ ਰਿਹਾ ਸੀ।
ਭੀਖਣ ਖਾਨ ਕਰ ਰਿਹਾ ਸੀ, ਜੈਨ ਖਾਨ ਕਰ ਰਿਹਾ ਸੀ, ਵਲੀ ਖਾਨ ਕਰ ਰਿਹਾ ਸੀ, ਮੁਰਤਜ਼ਾ ਖਾਨ ਕਰ ਰਿਹਾ ਸੀ, ਤਹਿਮਾਸ ਖਾਨ ਕਰ ਰਿਹਾ ਸੀ। ਇਹ ਸਾਰੇ ਜਰਨੈਲ ਅਗਵਾਈ ਕਰ ਰਹੇ ਸਨ। ਪਰ ਅਹਿਮਦ ਸ਼ਾਹ ਅਬਦਾਲੀ ਹੁਣ ਸਿੱਖਾਂ ਦੇ ਸਾਹਮਣੇ ਆ ਕੇ ਨਹੀਂ ਸੀ ਲੜ ਰਿਹਾ। ਇਸ ਗੱਲ ਦਾ ਜ਼ਿਕਰ ਇਤਿਹਾਸਕ ਸਰੋਤਾਂ 'ਚ ਮਿਲਦਾ ਹੈ, ਤਵਾਰੀਖ ਦੇ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਸੋ ਜਿਸ ਵੇਲੇ ਸਿੱਖ ਉਸ ਪਿੰਡ ਦੇ ਵਿੱਚ ਪਹੁੰਚੇ ਜਿਸ ਦਾ ਨਾਮ ਹਡੂਰ ਹੈ, ਤੇ ਅਗਲੀ ਜਿਹੜਾ ਵਹੀਰ ਦਾ ਅਗਲਾ ਪੱਖ ਸੀ, ਉਹਨਾਂ ਨੇ ਪਿਛਲੇ ਪੱਖ ਨੂੰ ਸੁਨੇਹਾ ਭੇਜਿਆ ਕਿ ਇੱਥੇ ਪਾਣੀ ਦੀ ਛਪੜੀ ਹੈ, ਇੱਥੇ ਅਸੀਂ ਪਾਣੀ ਪੀ ਸਕਦੇ ਹਾਂ, ਕਿਉਂਕਿ ਘੋੜੇ ਵੀ ਥੱਕੇ ਹੋਏ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਘੋੜੇ ਦਾ ਜ਼ਿਕਰ ਕਰਦਾ ਤਾਂ ਗਿਆਨੀ ਗਿਆਨ ਸਿੰਘ ਇੱਕ ਗੱਲ ਲਿਖਦਾ ਹੈ, ਕਹਿੰਦਾ ਘੋੜਾ ਇੰਨਾ ਥੱਕ ਚੁੱਕਾ ਸੀ, ਕਿਉਂਕਿ ਜਿੰਨੇ ਸਿੱਖਾਂ ਦੇ ਆਗੂ ਸੀ, ਕੋਈ ਵੀ ਆਗੂ ਨਹੀਂ ਸੀ ਜਿਸ ਦੇ ਜਿਸਮ ਦੇ ਉੱਪਰ 5 ਤੋਂ ਘੱਟ ਫੱਟ ਹੋਣ, ਤੇ ਸਭ ਤੋਂ ਵੱਧ 22 ਫੱਟ ਤੀਰਾਂ ਦੇ, ਗੋਲੀਆਂ ਦੇ ਤੇ ਦੂਰੋਂ ਛੁੱਟੇ ਬਰਛਿਆਂ ਦੇ ਜਿਹੜੇ ਫੱਟ ਸੀ, 22 ਫੱਟ ਜੱਸਾ ਸਿੰਘ ਆਹਲੂਵਾਲੀਏ ਦੇ ਜਿਸਮ ਦੇ ਉੱਪਰ ਸੀ, ਤੇ 19 ਫੱਟ ਸਰਦਾਰ ਚੜ੍ਹਤ ਸਿੰਘ ਦੇ ਜਿਸਮ ਦੇ ਉੱਪਰ ਸੀ। ਪਰ ਕੋਈ ਵੀ ਜਰਨੈਲ ਐਸਾ ਨਹੀਂ ਸੀ ਜਿਹਦੇ ਜਿਸਮ ਦੇ ਉੱਪਰ 5 ਤੋਂ ਘੱਟ ਫੱਟ ਹੋਣ। ਘੋੜੇ ਵੀ ਥੱਕ ਚੁੱਕੇ ਸੀ, ਘੋੜਿਆਂ ਨੂੰ ਵੀ ਤੀਰ ਲੱਗੇ ਸੀ, ਗੋਲੀਆਂ ਲੱਗੀਆਂ ਸੀ, ਉਹਨਾਂ ਦਾ ਵੀ ਬੁਰਾ ਹਾਲ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਅੜ ਗਿਆ। ਉਸਨੇ ਬੜੀ ਅੱਡੀ ਲਾਉਣ ਦੀ ਕੋਸ਼ਿਸ਼ ਕੀਤੀ, ਅੱਗੇ ਵਧੇ, ਘੋੜਾ ਅੱਗੇ ਨਹੀਂ ਸੀ ਵੱਧ ਰਿਹਾ, ਤੇ ਪਿੱਛੋਂ ਉਸਦੇ ਅੰਗ ਰੱਖਿਅਕ ਅੰਗਪਾਲ ਸਰਦਾਰ ਗੁਰਮੁਖ ਸਿੰਘ ਨੇ ਆ ਕੇ ਘੋੜੇ ਨੂੰ ਮਿਆਨ ਦੇ ਨਾਲ ਛੇੜਨਾ ਚਾਹਿਆ। ਸਰਦਾਰ ਜੱਸਾ ਸਿੰਘ ਨੇ ਹੱਥ ਖੜਾ ਕਰ ਦਿੱਤਾ, ਕਹਿੰਦਾ ਵੇਖ, ਸਾਹਮਣੇ ਦੁਸ਼ਮਣ ਦੀਆਂ ਫੌਜਾਂ ਵੇਖ ਰਹੀਆਂ ਨੇ, ਜੇਕਰ ਤੂੰ ਮੇਰੇ ਘੋੜੇ ਨੂੰ ਛੇੜ ਕੇ ਲਾਂਭੇ ਕੀਤਾ ਨਾ, ਦੁਸ਼ਮਣ ਕਿਤੇ ਇਹ ਨਾ ਸੋਚ ਲਵੇ ਕਿ ਸ਼ਾਇਦ ਮੈਦਾਨੇ ਜੰਗ ਚੋਂ ਭੱਜ ਕੇ ਨਿਕਲ ਲੱਗਾ। ਉਸਨੇ ਪਤਾ ਕੀ ਕਿਹਾ, ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਕੀਤਾ, ਕਹਿੰਦਾ ਸਿੰਘ ਸੁਣੇ ਹਮਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਪੰਥ ਹਮਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਦੀ ਖਵਾਇਓ। ਗੁਰਮੁਖ ਸਿਆਂ, ਮੇਰੇ ਘੋੜੇ ਨੂੰ ਖੜਾ ਰਹਿਣ ਦੇ, ਮੈਂ ਖੜੇ ਘੋੜੇ ਦੇ ਉੱਪਰ ਹੀ ਦੁਸ਼ਮਣ ਦਾ ਮੁਕਾਬਲਾ ਕਰ ਸਕਦਾ, ਪਰ ਇਹਨੂੰ ਛੇੜਨ ਦੀ ਕੋਸ਼ਿਸ਼ ਨਾ ਕਰੀ, ਕਿਤੇ ਪੰਥ ਇਹ ਨਾ ਸਮਝੇ ਕਿ ਕੌਮ ਦਾ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਮੈਦਾਨੇ ਜੰਗ ਦੇ ਵਿੱਚੋਂ ਭੱਜ ਕੇ ਬਾਹਰ ਨਿਕਲ ਗਿਆ ਸੀ। ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਹੁਣਾਂ ਨੇ ਕੀਤਾ ਤਵਾਰੀਖ ਗੁਰੂ ਖਾਲਸਾ ਦੇ ਵਿੱਚ। ਸੋ ਭੱਖੇ ਹੋਏ ਮੈਦਾਨੇ ਜੰਗ ਦੇ ਵਿੱਚ ਇਹ ਫੌਜਾਂ ਜਿਹੜੀਆਂ ਨੇ ਉਸ ਪਾਣੀ ਦੀ ਛਪੜੀ ਤੋਂ ਅੱਗੇ ਜਾ ਰਹੀਆਂ ਨੇ। ਜਿਹੜਾ ਅਗਲਾ ਵਹੀਰ ਹੈ ਉਹ ਪਾਣੀ ਪੀਂਦਾ ਹੈ, ਘੋੜਿਆਂ ਨੂੰ ਪਾਣੀ ਪਿਆਉਂਦਾ ਹੈ, ਅੱਗੇ ਚਲਾ ਜਾਂਦਾ ਹੈ। ਦੂਸਰਾ ਜਥਾ ਆਉਂਦਾ, ਪਾਣੀ ਪਿਆਉਂਦਾ, ਅੱਗੇ ਚਲਾ ਜਾਂਦਾ ਹੈ। ਆਖਰੀ ਜਥਾ ਜਿਸ ਦੀ ਅਗਵਾਈ ਸਰਦਾਰ ਚੜ੍ਹਤ ਸਿੰਘ, ਜੱਸਾ ਸਿੰਘ, ਮਿੱਤ ਸਿੰਘ ਡੱਲੇਵਾਲੀਆ ਤੇ ਬਾਬਾ ਸੁੱਧ ਸਿੰਘ ਕਰ ਰਹੇ ਨੇ। ਹੁਣ ਇਹ ਜਥਾ ਢਾਬ ਦੇ ਦੂਜੇ ਸਿਰੇ ਤੇ ਪਾਣੀ ਪੀ ਰਿਹਾ ਹੈ, ਤੇ ਇੱਕ ਸਿਰੇ ਦੇ ਉੱਪਰ ਅਬਦਾਲੀ ਦੀਆਂ ਫੌਜਾਂ ਪਹੁੰਚ ਗਈਆਂ ਨੇ। ਥੱਕ ਦੋਵੇਂ ਧਿਰਾਂ ਹੀ ਬਹੁਤ ਚੁੱਕੀਆਂ ਨੇ। ਹੁਣ ਹਠੂਰ ਪਿੰਡ ਦੀ ਉਸ ਢਾਬ ਦੇ ਵਿੱਚ ਇੱਕ ਪਾਸੇ ਸਿੱਖ ਪਾਣੀ ਪੀ ਰਹੇ ਨੇ, ਇੱਕ ਪਾਸੇ ਅਬਦਾਲੀ ਦੀਆਂ ਫੌਜਾਂ ਪਾਣੀ ਪੀ ਰਹੀਆਂ। ਥੱਕ ਦੋਵੇਂ ਧਿਰਾਂ ਬਹੁਤ ਚੁੱਕੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਅਫਗਾਨ ਵੀ ਮੈਦਾਨੇ ਜੰਗ ਦੇ ਸੂਰਮੇ ਸੀ। ਇਹ ਗੱਲ ਵੱਖਰੀ ਸੀ ਕਿ ਕਦੀ ਮੁਗਲਾਂ ਨਾਲ ਲੜੇ ਸੀ, ਕਦੀ ਰੰਗੜਾਂ ਦੇ ਨਾਲ ਲੜੇ ਸੀ, ਕਦੀ ਬਰਕਜ਼ਈਆਂ ਦੇ ਨਾਲ ਲੜੇ ਸੀ, ਕਦੀ ਯੂਸਫ ਜਈਆਂ ਦੇ ਨਾਲ ਲੜੇ ਸੀ, ਪਰ ਸਿੱਖਾਂ ਦੇ ਨਾਲ ਉਹਨਾਂ ਦਾ ਵਾਹ ਪਹਿਲੀ ਵਾਰੀ ਇਸ ਰੂਪ ਦੇ ਵਿੱਚ ਪਿਆ ਸੀ, ਜਿਸ ਨੂੰ ਵੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਗਈ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਵਾਪਸ ਚਲੀਆਂ ਗਈਆਂ, ਤੇ ਸਿੱਖ ਜਿਹੜੇ ਸੀ ਉਹ ਅੱਗੇ ਚਲੇ ਗਏ। ਹੁਣ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ 12 ਫਰਵਰੀ ਤੱਕ ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਰਿਹਾ, 12 ਫਰਵਰੀ ਤੱਕ, ਤੇ 15 ਫਰਵਰੀ 1762 ਨੂੰ ਉਹ ਸਰਹੰਦ ਤੋਂ ਹੁੰਦਾ ਹੋਇਆ ਲਾਹੌਰ ਪਹੁੰਚ ਗਿਆ। ਸਿੱਖ ਜਿਹੜੇ ਨੇ ਇਹ 5 ਜਨਵਰੀ ਤੋਂ ਫਰਵਰੀ ਤੋਂ ਬਾਅਦ 6 ਫਰਵਰੀ ਨੂੰ ਅਗਲੇ ਪਿੰਡਾਂ ਦੇ ਵਿੱਚ ਵਧੇ। ਜਦੋਂ ਵਧੇ ਨੇ, ਇੱਕ ਘਟਨਾ ਬੜੀ ਅਹਿਮ ਵਾਪਰੀ ਹੈ। ਸਿੱਖਾਂ ਨੇ ਸੋਚਿਆ ਕਿ ਸ਼ਾਇਦ ਜਿਹੜੇ ਰਾਜ ਬਰਾੜਾਂ ਦੇ ਪਿੰਡ ਨੇ ਇਹ ਸਾਨੂੰ ਪਨਾਹ ਦੇ ਦੇਣਗੇ। ਇੱਥੇ ਨੇੜੇ ਕੁਝ ਪਿੰਡ ਹੋਇਆ ਕਰਦੇ ਸੀ, ਉਹ ਉੱਜੜ ਚੁੱਕੇ ਨੇ, ਸ਼ਾਇਦ ਇਹ ਪਿੰਡ ਸਾਨੂੰ ਪਨਾਹ ਦੇ ਦੇਣਗੇ। ਬਰਾੜਾ ਨੇ ਸਿੱਖ ਵਹੀਰ ਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਆਪ ਮੈਦਾਨੇ ਜੰਗ ਦੇ ਵਿੱਚ ਲੜਦੇ ਹੋ, ਅਹਿਮਦ ਸ਼ਾਹ ਅਬਦਾਲੀ ਤਗੜਾ ਜਰਨੈਲ ਹੈ, ਅਸੀਂ ਤੁਹਾਡੇ ਕਰਕੇ ਉਹਦੇ ਨਾਲ ਦੁਸ਼ਮਣੀ ਨਹੀਂ ਪਾਉਣੀ। ਇਨਕਾਰ ਹੀ ਨਹੀਂ ਕੀਤਾ, ਬਲਕਿ ਇੱਕ ਪਿੰਡ ਦੇ ਵਿੱਚ ਜਿਸ ਦਾ ਜ਼ਿਕਰ ਸਰਦਾਰ ਗੰਡਾ ਸਿੰਘ ਨੇ ਵੀ ਕੀਤਾ ਹੈ, ਸਰਦਾਰ ਕਰਮ ਸਿੰਘ ਹੁਣਾਂ ਨੇ ਵੀ ਕੀਤਾ ਹੈ। ਇੱਕ ਪਿੰਡ ਦੇ ਵਿੱਚ ਤਾਂ ਬਰਾੜਾ ਨੇ ਲਾਲ ਰੰਗ ਦੀਆਂ ਪੱਗਾਂ ਬੰਨ੍ਹ ਕੇ ਕਿ ਸਿੱਖਾਂ ਨੂੰ ਇਹ ਭੁਲੇਖਾ ਪਵੇ ਕਿ ਇਹ ਵੀ ਅਬਦਾਲੀ ਦੀ ਕਿਸ਼ਲਬਾਜ਼ ਫੌਜ ਹੈ, ਸਿੱਖਾਂ ਦੇ ਉੱਪਰ ਹਮਲਾ ਕਰ ਦਿੱਤਾ। ਇਹ 6 ਫਰਵਰੀ ਦੀ ਗੱਲ ਹੈ। ਇੱਕ ਪਾਸੇ ਤੇ ਅਫਗਾਨਾਂ ਨਾਲ ਲੜੇ ਹੋਏ ਸੀ, ਦੂਜੇ ਪਾਸੇ ਬਰਾੜਾ ਨੇ ਹਮਲਾ ਕਰ ਦਿੱਤਾ।
ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਇਹ ਅਬਦਾਲੀ ਦੀ ਫੌਜ ਨਹੀਂ, ਜੰਗੀ ਨੁਕਤਾ ਨਿਗਾਹ ਤੋਂ ਜਾਣਨ ਵਾਲੇ ਸੀ ਸਿੱਖ, ਪਹਿਲੇ ਹੱਲੇ ਦੇ ਵਿੱਚ ਹੀ ਪਛਾਣ ਗਏ ਕਿ ਸਾਡੇ ਖਿਲਾਫ ਲੜਨ ਵਾਲੇ ਅਫਗਾਨ ਨਹੀਂ। ਸਰਦਾਰ ਚੜ੍ਹਤ ਸਿੰਘ ਜਿਹੜਾ ਬੜਾ ਜ਼ਖਮੀ ਸੀ ਉਹ ਅੱਗੇ ਵਧਿਆ, ਇਹ ਜਿਹੜੇ ਬਰਾੜ ਸੀ ਇਹ ਉਹਦੇ ਅੱਗੇ ਟਿਕ ਨਾ ਸਕੇ ਤੇ ਇਹਨਾਂ ਨੇ ਰਸਤਾ ਖਾਲੀ ਕਰ ਦਿੱਤਾ। ਤੇ ਜਿਹੜੇ ਸਿੱਖ ਜਥੇ ਸੀ ਹੌਲੀ ਹੌਲੀ ਇਹ ਇਹਨਾਂ ਇਲਾਕਿਆਂ ਤੋਂ ਹੁੰਦੇ ਹੋਏ ਦਰਾਜ, ਮਹਾਰਾਜ, ਉਤੋਂ ਢਬਾਲੀ, ਇਹਨਾਂ ਇਲਾਕਿਆਂ ਦੇ ਵਿੱਚ ਚਲੇ ਗਏ। ਤੇ ਜਿਹੜੇ ਸਿੱਖ ਜਰਨੈਲ ਨੇ ਹੁਣ ਪਰਿਵਾਰ ਸਾਂਭੇ ਗਏ ਨੇ, ਹੁਣ ਸਿੱਖ ਜਰਨੈਲ ਇੱਥੇ ਨੇ ਇਸ ਇਲਾਕੇ ਦੇ ਵਿੱਚ ਆਲੇ ਦੁਆਲੇ ਸਾਰੇ ਜ਼ਖਮੀ ਨੇ। ਅਹਿਮਦ ਸ਼ਾਹ ਅਬਦਾਲੀ ਕੀ ਸੋਚ ਰਿਹਾ ਹੈ? ਅਹਿਮਦ ਸ਼ਾਹ ਅਬਦਾਲੀ ਸੋਚ ਰਿਹਾ ਕਿ ਮੈਂ ਲਾਹੌਰ ਪਹੁੰਚ ਗਿਆ ਤੇ ਹੁਣ ਘੱਟੋ ਘੱਟ 20 ਸਾਲ ਜਿਹੜੇ ਸਿੱਖ ਨੇ ਜਿੰਨਾ ਮੈਂ ਇਹਨਾਂ ਦਾ ਕਤਲੇਆਮ ਕਰ ਦਿੱਤਾ ਇਹ ਸਿਰ ਨਹੀਂ ਚੁੱਕ ਸਕਦੇ, ਕਿਉਂਕਿ ਮਰਹੱਟਿਆਂ ਦਾ ਕਤਲੇਆਮ ਕੀਤਾ ਸੀ। ਉਸ ਤੋਂ ਬਾਅਦ 11 ਸਾਲ ਉਹਨਾਂ ਨੇ ਉੱਤਰੀ ਭਾਰਤ ਵੱਲ ਅੱਖ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਉਹਨਾਂ ਦੇ ਪਰਿਵਾਰਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ, ਉਹਨਾਂ ਦੇ ਪਰਿਵਾਰ ਦੱਖਣ ਦੇ ਵਿੱਚ ਸੀ, ਉਹ ਮਿੱਥ ਕੇ ਲੜਨ ਆਏ ਸੀ, ਪਰ ਸਿੱਖਾਂ ਦੇ ਉੱਪਰ ਤਾਂ ਅਚਨਚੇਤ ਹਮਲਾ ਹੋਇਆ ਸੀ। ਅਹਿਮਦ ਸ਼ਾਹ ਅਬਦਾਲੀ ਲਾਹੌਰ ਦੇ ਵਿੱਚ ਹੈ ਤੇ ਸੋਚ ਰਿਹਾ ਹੈ ਕਿ ਸਿੱਖ ਹੁਣ ਦੁਬਾਰਾ ਮੇਰੇ ਅੱਗੇ ਸਿਰ ਨਹੀਂ ਚੁੱਕ ਸਕਣਗੇ। ਪਰ ਇੱਧਰ 5 ਫਰਵਰੀ ਨੂੰ ਇੰਨਾ ਵੱਡਾ ਘੱਲੂਘਾਰਾ ਹੁੰਦਾ ਹੈ ਤੇ 20 ਅਪ੍ਰੈਲ ਨੂੰ ਸਿੱਖਾਂ ਨੇ ਮਲੇਰਕੋਟਲਾ ਘੇਰ ਲਿਆ। 20 ਅਪ੍ਰੈਲ ਨੂੰ ਮਲੇਰਕੋਟਲੇ ਨੂੰ ਘੇਰਾ ਪਾ ਰਿਹਾ ਤੇ ਮਲੇਰਕੋਟਲੇ ਦੇ ਨਵਾਬ ਭੀਖਣ ਖਾਨ ਨੇ ਸਿੱਖਾਂ ਦੇ ਅੱਗੇ ਨੱਕ ਦੀਆਂ ਲਕੀਰਾਂ ਕੱਢੀਆਂ। ਬੇਸ਼ੱਕ ਭੀਖਣ ਖਾਨ ਦੀਆਂ ਫੌਜਾਂ ਨੇ ਸਿੱਖਾਂ ਦਾ ਨੁਕਸਾਨ ਬਹੁਤ ਕੀਤਾ ਸੀ, ਪਰ ਮੈਂ ਫਿਰ ਕਹਿੰਦਾ ਕਿ ਸਿੱਖਾਂ ਦੀ ਜਿੱਥੇ ਦਲੇਰੀ ਹੈ ਉੱਥੇ ਨਿਮਰਤਾ ਵੇਖੋ। ਭੀਖਣ ਖਾਨ ਨੂੰ ਕਤਲ ਨਹੀਂ ਕੀਤਾ, ਕੁਝ ਸਿੱਖਾਂ ਨੇ ਕਿਹਾ ਕਤਲ ਕਰ ਦੇਣਾ ਚਾਹੀਦਾ, ਸਰਦਾਰਾਂ ਨੇ ਕਿਹਾ ਕਹਿੰਦੇ ਨਹੀਂ, ਇਹਦੇ ਵਡੇਰਿਆਂ ਦਾ ਇੱਕ ਅਹਿਸਾਨ ਹੈ ਸਾਡੇ ਤੇ ਕਿ ਸਾਹਿਬਜ਼ਾਦਿਆਂ ਦੇ ਸਮੇਂ ਹਾ ਦਾ ਨਾਅਰਾ ਮਾਰਿਆ ਸੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ, ਇਹਨੂੰ ਕਤਲ ਨਹੀਂ ਕਰਨਾ। ਬਹੁਤ ਜ਼ਿਆਦਾ ਇਹਨੇ ਨੁਕਸਾਨ ਕੀਤਾ ਮਲੇਰਕੋਟਲੇ ਵਾਲੇ ਨੇ ਮੈਦਾਨੇ ਜੰਗ ਦੇ ਵਿੱਚ। ਇਹਨਾਂ ਦੇ ਵਡੇਰਿਆਂ ਦੇ ਵਿੱਚੋਂ ਵੀ ਨਾਹਰ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਸੀ, ਅਨਵਰ ਖਾਨ ਤੇ ਨੁਸਰਤ ਅਲੀ ਖਾਨ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰੇ ਗਏ ਸੀ, ਸ਼ੇਰ ਮੁਹੰਮਦ ਖਾਨ ਵੀ ਜ਼ਖਮੀ ਹੋਇਆ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਰਿਆ ਸੀ। ਸਿੱਖ ਕਹਿੰਦੇ ਨੇ ਕਿ ਜੇਕਰ ਮੈਦਾਨੇ ਜੰਗ 'ਚ ਮਾਰਿਆ ਜਾਂਦਾ ਤੇ ਗੱਲ ਵੱਖਰੀ ਸੀ, ਪਰ ਹੁਣ ਇਹਨੂੰ ਫੜ ਕੇ ਕਤਲ ਨਹੀਂ ਕਰਨਾ ਕਿਉਂਕਿ ਇਹਨਾਂ ਦੇ ਵਡੇਰਿਆਂ ਦਾ ਸਾਡੇ ਉੱਪਰ ਇੱਕ ਅਹਿਸਾਨ ਹੈ। ਇਹਨੇ ਕੁਝ ਨਜ਼ਰਾਨਾ ਦਿੱਤਾ, ਸਿੱਖਾਂ ਦੇ ਸਾਹਮਣੇ ਨੱਕ ਰਗੜ ਕੇ ਲਕੀਰਾਂ ਕੱਢੀਆਂ। ਇਹ ਕੋਈ ਕਹਿਣ ਦੀ ਗੱਲ ਨਹੀਂ ਹੈ, ਮਾਫੀ ਮੰਗਣੀ, ਬਕਾਇਦਾ ਇਤਿਹਾਸਕ ਸਰੋਤਾਂ 'ਚ ਲਿਖਿਆ ਕਿ ਇਹਨੇ ਨੱਕ ਦੇ ਨਾਲ ਸਿੱਖ ਜਰਨੈਲਾਂ ਦੇ ਅੱਗੇ ਲਕੀਰਾਂ ਕੱਢੀਆਂ, ਇਸ ਦੀ ਜਾਨ ਬਖਸ਼ ਦਿੱਤੀ ਗਈ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮਈ ਦੇ ਵਿੱਚ ਫਤਿਹ ਕੀਤੀ ਸੀ ਸਰਹੰਦ, ਹੁਣ ਮਈ ਦਾ ਪਹਿਲਾ ਹਫਤਾ ਆਇਆ ਤੇ ਸਿੱਖਾਂ ਨੇ ਸਰਹੰਦ ਜਾ ਕੇ ਜੈਨ ਖਾਨ ਨੂੰ ਘੇਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਸੀ, ਉਜਾੜਿਆ ਨਹੀਂ ਸੀ, ਪਰ ਹੁਣ ਸਿੱਖਾਂ ਨੂੰ ਜ਼ਿਆਦਾ ਗੁੱਸਾ ਸੀ। ਸਿੱਖਾਂ ਨੇ ਸਰਹੰਦ ਨੂੰ ਉਜਾੜਿਆ। ਜੈਨ ਖਾਨ ਵੀ ਸਿੱਖਾਂ ਨੇ ਕਤਲ ਨਹੀਂ ਕੀਤਾ, ਉਸਨੇ 50,000 ਦਾ ਨਜ਼ਰਾਨਾ ਪੇਸ਼ ਕੀਤਾ, ਸਿੱਖਾਂ ਨੇ ਫਿਰ ਉਸ ਦੀ ਜਾਨ ਬਖਸ਼ੀ ਕਰ ਦਿੱਤੀ। ਪਰ ਸਿੱਖਾਂ ਨੇ ਕੁਝ ਕੋਲੋਂ ਬਦਲਾ ਜ਼ਰੂਰ ਲਿਆ। ਲక్ష్ਮੀ ਨਾਰਾਇਣ ਤੇ ਇੱਕ ਰਹਿਮਤੁੱਲਾ ਖਾਨ ਜਿਹੜਾ ਕਿ ਉਸ ਵੇਲੇ ਰਾਏ ਕੱਲੇ ਦੇ ਖਾਨਦਾਨ ਦੇ ਵਿੱਚੋਂ ਰਾਏ ਇਲਿਆਸ ਦਾ ਜਿਹੜਾ ਅੱਗੋਂ ਫੌਜਦਾਰ ਸੀ, ਇਹ ਸਿੰਘਾਂ ਦੇ ਹੱਥੋਂ ਸੋਧੇ ਗਏ। ਜ਼ੈਨ ਖਾਨ ਦੀ ਜਾਨ ਬਖਸ਼ ਦਿੱਤੀ ਗਈ, ਭੀਖਣ ਖਾਨ ਦੀ ਜਾਨ ਬਖਸ਼ ਦਿੱਤੀ ਗਈ। ਅਹਿਮਦ ਸ਼ਾਹ ਅਬਦਾਲੀ ਉਸ ਜਗ੍ਹਾ ਦੇ ਵਿੱਚ ਹੈ, ਉਸ ਇਲਾਕੇ ਦੇ ਵਿੱਚ ਹੈ ਤੇ ਹੁਣ ਤੁਸੀਂ ਫੈਸਲਾ ਕਰਨਾ ਕਿ ਇਸ ਜੰਗ ਦਾ ਜੇਤੂ ਜਰਨੈਲ ਕੌਣ ਹੈ। ਇਹ ਬੜੀ ਅਹਿਮ ਗੱਲ ਹੈ ਕਿ ਜੰਗ ਦਾ ਜੇਤੂ ਜਰਨੈਲ ਕੌਣ ਹੈ। ਸਿੱਖ ਜਿਹੜੇ ਨੇ ਇੰਨੇ ਵੱਡੇ ਨੁਕਸਾਨ ਤੋਂ ਬਾਅਦ ਚੜ੍ਹਦੀ ਕਲਾ ਦੇ ਵਿੱਚ ਨੇ। ਅਹਿਮਦ ਸ਼ਾਹ ਅਬਦਾਲੀ ਸੋਚਦਾ ਸੀ ਕਿ ਇਹ 20 ਸਾਲ ਸਿਰ ਨਹੀਂ ਚੁੱਕ ਸਕਣਗੇ ਤੇ ਅਜੇ 60 ਦਿਨ ਨਹੀਂ ਬੀਤੇ, ਸਿੱਖਾਂ ਨੇ ਮਲੇਰਕੋਟਲੇ ਨੂੰ ਵੀ ਆਪਣੇ ਕਬਜ਼ੇ ਅਧੀਨ ਕਰ ਲਿਆ, ਸਰਹੰਦ ਦੇ ਉੱਪਰ ਵੀ ਕਬਜ਼ਾ ਕਰ ਲਿਆ। ਤੇ ਸਰਹੰਦ ਦੇ ਕਬਜ਼ੇ ਤੋਂ ਪਹਿਲਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਇੱਥੇ ਸੀ, ਇੱਕ ਘਟਨਾ ਹੋਰ ਵਾਪਰੀ ਹੈ। ਇਹ ਘਟਨਾ ਤਕਰੀਬਨ 10 ਫਰਵਰੀ 1762 ਦੇ ਲਾਗੇ ਦੀ ਹੈ, ਜਦੋਂ ਅਹਿਮਦ ਸ਼ਾਹ ਅਬਦਾਲੀ ਅਸੀਂ ਇਸ ਇਲਾਕੇ ਦੇ ਵਿੱਚ ਸੀ। ਘੱਲੂਘਾਰਾ ਹੋ ਚੁੱਕਾ ਸੀ ਤੇ ਜਿਹੜਾ ਪੰਡਿਤ ਲక్ష్ਮੀ ਨਾਰਾਇਣ ਸੀ, ਇਸਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਿਹਾ, ਕਹਿੰਦਾ ਕਿ ਸਿੱਖਾਂ ਦੀ ਮਦਦ ਕਰਦਾ ਹੈ ਆਲਾ ਸਿੰਘ, ਮਹਾਰਾਜਾ ਆਲਾ ਸਿੰਘ, ਜਿਸ ਨੂੰ ਬਾਬਾ ਆਲਾ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਕਹਿੰਦਾ ਇਹਦੇ ਕੋਲ ਮਾਇਆ ਵੀ ਬਹੁਤ ਹੈ ਤੇ ਜੇਕਰ ਇਹਦੇ ਦੀਨੇ ਇਸਲਾਮ 'ਚ ਵੀ ਲਿਆਂਦਾ ਜਾਵੇ ਤੇ ਇਹਦੇ ਕੋਲੋਂ 5 ਲੱਖ ਰੁਪਈਆ ਨਜ਼ਰਾਨੇ ਦੇ ਰੂਪ 'ਚ ਵੀ ਲਿਆ ਜਾ ਸਕਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਵਧੀਆ ਮੌਕਾ ਹੈ, ਇੰਨੇ ਪੈਸੇ ਹੱਥ ਲੱਗਣਗੇ। ਉਸਨੇ ਬਰਨਾਲੇ ਦੇ ਉੱਪਰ ਹਮਲਾ ਕਰ ਦਿੱਤਾ, ਪਰ ਬਾਬਾ ਆਲਾ ਸਿੰਘ ਉੱਥੇ ਨਹੀਂ ਸੀ। ਬਾਬਾ ਆਲਾ ਸਿੰਘ ਭਵਾਨੀਗੜ੍ਹ ਦੇ ਕਿਲੇ ਦੇ ਵਿੱਚ ਸੀ। ਬਾਬਾ ਆਲਾ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਉਹਦੀ ਸਾਂਝ ਨਜੀਬੋ ਦੌਲਾ ਦੇ ਨਾਲ ਸੀ। ਨਜੀਬੋ ਦੌਲਾ ਅਹਿਮਦ ਸ਼ਾਹ ਅਬਦਾਲੀ ਦੇ ਕਾਫੀ ਨੇੜੇ ਸੀ।
ਨਜ਼ੀਬੋ ਦੌਲੇ ਦੇ ਰਾਹੀਂ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਬਾਬਾ ਆਲਾ ਸਿੰਘ ਗਿਆ। 5 ਲੱਖ ਰੁਪਈਆ ਨਜ਼ਰਾਨਾ ਭੇਟ ਕੀਤਾ ਤੇ 1.5 ਲੱਖ ਰੁਪਈਆ ਇਸ ਗੱਲ ਦਾ ਭੇਟ ਕੀਤਾ ਕਿ ਮੈਂ ਆਪਣੇ ਕੇਸ ਕਤਲ ਨਹੀਂ ਕਰਾਉਣੇ, ਸਿੱਖੀ ਸਰੂਪ 'ਚ ਰਹਿਣਾ। ਇਸ ਕਰਕੇ ਜਿਹੜੀ ਉਹਦੀ ਹੁਕੂਮਤ ਸੀ ਉਹ ਬਚੀ ਰਹੀ। ਪਰ ਅਹਿਮਦ ਸ਼ਾਹ ਅਬਦਾਲੀ ਨੇ ਉਸ ਨੂੰ 6 ਦਿਨ ਆਪਣੇ ਕੋਲ ਹੋਰ ਰੱਖਿਆ। ਕਾਹਦੇ ਵਾਸਤੇ? ਹੁਣ ਤੁਸੀਂ ਵੇਖਿਓ ਕਿ ਜੰਗ ਦਾ ਜੇਤੂ ਜਰਨੈਲ ਕੌਣ ਸੀ। ਅਹਿਮਦ ਸ਼ਾਹ ਅਬਦਾਲੀ ਨੇ ਬਾਬਾ ਆਲਾ ਸਿੰਘ ਨੂੰ ਆਪਣੇ ਕੋਲ ਰੱਖ ਕੇ ਪੁੱਛਿਆ ਕਿ ਸਿੱਖ ਜਿਹੜੇ ਨੇ ਇੰਨੀ ਬਹਾਦਰੀ ਨਾਲ ਕਿਵੇਂ ਲੜੇ ਨੇ, ਇਹਨਾਂ ਨੂੰ ਖਤਮ ਕਿਉਂ ਨਹੀਂ ਕੀਤਾ ਜਾ ਸਕਦਾ, ਇਹਨਾਂ ਦੇ ਵਿੱਚ ਕਿਹੜਾ ਐਸਾ ਗੁਣ ਹੈ। ਇਤਿਹਾਸਕ ਸਰੋਤਾਂ 'ਚ ਇੰਨਾ ਜ਼ਿਕਰ ਆਉਂਦਾ ਹੈ ਕਿ ਬਾਬਾ ਆਲਾ ਸਿੰਘ ਨੇ ਕਿਹਾ ਕਿ ਜਿਸ ਗੁਰੂ ਨੇ ਇਹਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਸੀ ਨਾ, ਉਹਨੇ ਜਿੱਥੇ ਇਹਨਾਂ ਦੀ ਕਿਸਮਤ ਦੇ ਵਿੱਚ ਬਾਦਸ਼ਾਹੀ ਬਖਸ਼ਿਸ਼ ਕਰ ਦਿੱਤੀ ਨਾ, ਨਾਲ ਉੱਥੇ ਉਹਨੇ ਇਹ ਵੀ ਕਹਿ ਦਿੱਤਾ ਸੀ ਕਿ ਜੇ ਇੱਕ ਸਿੱਖ ਸ਼ਹੀਦ ਹੋਵੇਗਾ ਤੇ ਲੜਨ ਵਾਲੇ 4 ਪੈਦਾ ਹੋਣਗੇ। ਕਹਿੰਦਾ ਇਸ ਕਰਕੇ ਇਹਨਾਂ ਨੂੰ ਮੌਤ ਦਾ ਕੋਈ ਭੈ ਨਹੀਂ। ਹੁਣ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਕਿ ਸਿੱਖਾਂ ਨਾਲ ਮੇਰੀ ਸੁਲਾਹ ਕਰਾ ਦੇ। ਹੁਣ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਿਓ ਕਿ ਜੰਗ ਦਾ ਜੇਤੂ ਜਰਨੈਲ ਕੌਣ ਹੈ। ਅਹਿਮਦ ਸ਼ਾਹ ਅਬਦਾਲੀ ਬਾਬਾ ਆਲਾ ਸਿੰਘ ਨੂੰ ਕਹਿੰਦਾ ਸਿੱਖਾਂ ਦੇ ਨਾਲ ਮੇਰੀ ਸੁਲਾਹ ਕਰਾ ਦੇ। ਕਹਿੰਦਾ ਨਹੀਂ, ਮੈਂ ਸੁਲਾਹ ਦੇ ਵਿੱਚ ਨਹੀਂ ਪੈ ਸਕਦਾ, ਮੈਂ ਤੈਨੂੰ ਆਪਣਾ ਵਕੀਲ ਦੇ ਸਕਦਾ, ਸੁਨੇਹਾ ਤੂੰ ਭੇਜ ਦੇ। ਬਾਬਾ ਆਲਾ ਸਿੰਘ ਨੇ ਆਪਣਾ ਵਕੀਲ ਦਿੱਤਾ ਨਾਨੂ ਸਿੰਘ ਗਰੇਵਾਲ, ਜਿਸ ਦਾ ਜ਼ਿਕਰ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ 'ਚ ਕੀਤਾ ਹੈ। ਨਾਨੂ ਸਿੰਘ ਗਰੇਵਾਲ ਦੇ ਹੱਥ ਸੁਨੇਹਾ ਭੇਜਿਆ ਅਹਿਮਦ ਸ਼ਾਹ ਅਬਦਾਲੀ ਨੇ, ਤੇ ਸੁਨੇਹਾ ਪਤਾ ਕੀ ਭੇਜਿਆ? ਤੁਹਾਡਾ ਇੰਨਾ ਨੁਕਸਾਨ ਹੋ ਗਿਆ, ਮੈਂ ਹੋਰ ਨੁਕਸਾਨ ਨਹੀਂ ਕਰਨਾ ਚਾਹੁੰਦਾ। ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਬਾਦਸ਼ਾਹ ਮੰਨ ਲਵੋ ਤੇ ਮੈਂ ਤੁਹਾਨੂੰ ਇੱਥੋਂ ਦੇ ਰਾਜੇ ਮੰਨ ਲਵਾਂ, ਨਵਾਬ ਮੰਨ ਲਵਾਂ, ਤੇ ਇਹਦੇ ਇਵਜ਼ਾਨੇ ਦੇ ਵਿੱਚ ਤੁਸੀਂ ਥੋੜੀ ਜਿਹੀ ਕਣਕ, ਮੋਠ, ਬਾਜਰਾ, ਗਵਾਰਾ ਜਾਂ ਮੇਰੀ ਫੌਜ ਦੇ ਵਾਸਤੇ ਭੇਜ ਦਿਆ ਕਰੋ, ਤੇ ਤੁਹਾਨੂੰ ਇੱਥੇ ਰਹਿਣ ਦੀ ਖੁੱਲ੍ਹ ਹੋਵੇਗੀ, ਤੁਹਾਡਾ ਕਤਲੇਆਮ ਨਹੀਂ ਹੋਵੇਗਾ। ਸਿੱਖ ਜਰਨੈਲ ਬੈਠੇ, 5 ਸਿੰਘਾਂ ਨੇ ਇਸ ਦੇ ਉੱਪਰ ਚਰਚਾ ਕੀਤੀ ਹੈ। ਸਰਦਾਰ ਹਰੀ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਚੜ੍ਹਤ ਸਿੰਘ, ਸਰਦਾਰ ਕਰਮ ਸਿੰਘ ਤੇ ਸਰਦਾਰ ਸੁੱਧ ਸਿੰਘ। ਇਹਨਾਂ 5 ਸਿੰਘਾਂ ਨੇ ਅਬਦਾਲੀ ਦੀ ਭੇਜੀ ਹੋਈ ਪੇਸ਼ਕਸ਼ ਦੇ ਉੱਪਰ ਵਿਚਾਰ ਕੀਤੀ ਹੈ। ਤੇ ਨਾਨੂ ਸਿੰਘ ਨੂੰ ਪਤਾ ਕੀ ਕਿਹਾ? ਕਹਿੰਦਾ ਹੁਣ ਅਹਿਮਦ ਸ਼ਾਹ ਅਬਦਾਲੀ ਨੂੰ ਜਾ ਕੇ ਸਾਡਾ ਸੁਨੇਹਾ ਦੇ ਦੇ। ਕਹਿੰਦਾ ਬੜਾ ਵਧੀਆ ਸੌਦਾ ਹੈ ਕਿ ਕਣਕ ਦੇ ਕੇ, ਮੱਕੀ ਦੇ ਕੇ, ਬਾਜਰਾ ਦੇ ਕੇ, ਮੋਠ ਦੇ ਕੇ, ਜਵਾਰ ਦੇ ਕੇ ਜਾਨ ਬਚਾਈ ਜਾ ਸਕਦੀ ਹੈ, ਪਰ ਸਾਡੀ ਲੜਾਈ ਜਾਨ ਬਚਾਉਣ ਦੀ ਨਹੀਂ ਹੈ, ਸਾਡੀ ਲੜਾਈ ਆਜ਼ਾਦੀ ਦੀ ਹੈ। ਅਸੀਂ ਕਿਸੇ ਕੋਲੋਂ ਰਹਿਮ ਦੇ ਉੱਪਰ ਮੰਗ ਕੇ ਆਜ਼ਾਦੀ ਨਹੀਂ ਲੈਣੀ। ਚੜ੍ਹਤ ਸਿੰਘ ਨੇ ਬੜਾ ਵਧੀਆ ਜਵਾਬ ਦਿੱਤਾ, ਕਹਿੰਦਾ ਮੰਗ ਕੇ ਰਾਜ ਲਏ ਨਹੀਂ ਜਾਂਦੇ ਤੇ ਭਿਖਾਰੀਆਂ ਕੋਲੋਂ ਕਦੀ ਕੀਤੇ ਨਹੀਂ ਜਾਂਦੇ। ਉਸਨੇ ਜਿਹੜਾ ਜਵਾਬ ਦਿੱਤਾ ਹੈ ਅਹਿਮਦ ਸ਼ਾਹ ਅਬਦਾਲੀ ਨੂੰ ਭੇਜਿਆ, ਸਰਦਾਰ ਸੋਹਣ ਸਿੰਘ ਸੀਤਲ ਨੇ ਕਾਵ ਰੂਪ ਦੇ ਵਿੱਚ ਲਿਖਿਆ। ਉਹ ਕਹਿੰਦੇ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਿਹਾ, ਉਸਦੇ ਕਾਸਦ ਨੂੰ, ਉਸਦੇ ਏਲਚੀ ਨੂੰ, ਮੈਸੰਜਰ ਨੂੰ ਕਿਹਾ, ਕਹਿੰਦਾ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ, ਗੱਲ ਬੰਨੇ ਲਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ, ਗੁਲਾਮੀ ਸਰਕਾਰ ਨਹੀਂ ਕਰਾਂਗੇ, ਮੈਦਾਨੇ ਜੰਗ 'ਚ ਫੇਰ ਲੜਾਂਗੇ, ਦੁਬਾਰਾ ਆ, ਕੋਈ ਗੱਲ ਨਹੀਂ। ਪਹਿਲਾਂ ਤਾਂ ਸਾਨੂੰ ਪਰਿਵਾਰਾਂ ਦਾ ਫਿਕਰ ਸੀ, ਹੁਣ ਤਾਂ ਅਸੀਂ ਬੈਠੇ ਹੀ ਲੜਨ ਦੇ ਵਾਸਤੇ ਹਾਂ। ਅਹਿਮਦ ਸ਼ਾਹ ਅਬਦਾਲੀ ਦਿਲ ਛੱਡ ਗਿਆ, ਲਾਹੌਰ ਚਲਾ ਗਿਆ। ਲਾਹੌਰ ਵਾਪਸੀ ਦੇ ਉੱਪਰ ਜਾਂਦਾ, ਜਦੋਂ ਇਸ ਨੇ ਪੁੱਛਿਆ ਕਿ ਸਿੱਖਾਂ ਦੇ ਬਾਰੇ ਹੋਰ ਪਤਾ ਕੀਤਾ, ਤੇ ਪਤਾ ਲੱਗਾ ਕਿ ਇਹ ਤਕਰੀਬਨ ਅਪ੍ਰੈਲ ਦੇ ਮਹੀਨੇ ਤੋਂ ਪਹਿਲਾਂ ਦੀ ਗੱਲ ਹੈ। ਪਤਾ ਲੱਗਾ ਕਿ ਵਿਸਾਖੀ ਦੇ ਉੱਪਰ ਜਿਹੜੇ ਸਿੱਖ ਨੇ ਇਹ ਦਰਬਾਰ ਸਾਹਿਬ ਜ਼ਰੂਰ ਆਉਂਦੇ ਨੇ, ਤੇ ਇਸ ਨੇ ਸੋਚਿਆ ਕਿਉਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਉਡਾ ਦਿੱਤਾ ਜਾਵੇ। ਸੋ ਅਹਿਮਦ ਸ਼ਾਹ ਅਬਦਾਲੀ ਨੇ ਮਾਰਚ ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ, ਆਲੇ ਦੁਆਲੇ ਤੋਪਾਂ ਲਗਾ ਕੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਦੇ ਨਾਲ ਉਡਾ ਦਿੱਤਾ। ਡਾਕਟਰ ਗੰਡਾ ਸਿੰਘ ਨੇ ਇੱਕ ਗੱਲ ਦਾ ਜ਼ਿਕਰ ਕੀਤਾ, ਵੈਸੇ ਇਸਲਾਮੀ ਇਤਿਹਾਸਕਾਰ ਇਸ ਗੱਲ ਦੇ ਉੱਪਰ ਚੁੱਪ ਨੇ। ਉਹਨਾਂ ਦੀ ਚੁੱਪੀ ਦਾ ਕਾਰਨ ਇਹ ਹੈ ਕਿ ਜਿੰਨੇ ਕਿ ਇਤਿਹਾਸਕਾਰਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਤਵਾਰੀਖ ਲਿਖੀ ਹੈ, ਸਾਰੇ ਉਸਦੇ ਦਰਬਾਰ ਦੇ ਇਤਿਹਾਸਕਾਰ ਸੀ। ਸਾਰੇ ਉਸਦੇ ਦਰਬਾਰ ਦੇ ਵਿੱਚੋਂ ਪੈਸਾ ਲੈ ਕੇ, ਜਿਸ ਗੱਲ ਨੂੰ ਸਿੱਖ ਇਤਿਹਾਸਕਾਰ ਕਹਿੰਦੇ ਨੇ ਨਾ ਕਿ ਅਹਿਮਦ ਸ਼ਾਹ ਅਬਦਾਲੀ ਦੀਆਂ ਜੂਠੀਆਂ ਬੁਰਕੀਆਂ ਉੱਪਰ ਪਾਲਣ ਵਾਲੇ ਇਤਿਹਾਸਕਾਰ ਸੀ, ਨਿਰਪੱਖ ਇਤਿਹਾਸਕਾਰ ਨਹੀਂ ਸੀ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ, ਪਰ ਸਿੱਖ ਤਵਾਰੀਖ ਦੇ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ ਕਿ ਜਦੋਂ ਇੱਕ ਗੋਲਾ ਜਾ ਕੇ ਹਰਿਮੰਦਰ ਸਾਹਿਬ ਦੇ ਉੱਪਰ ਲੱਗਾ ਤੇ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਵਿੱਚੋਂ ਇੱਕ ਇੱਟ ਦਾ ਟੁਕੜਾ ਆ ਕੇ ਅਹਿਮਦ ਸ਼ਾਹ ਅਬਦਾਲੀ ਦੇ ਨੱਕ ਉੱਪਰ ਲੱਗਾ।
ਬੇਸ਼ੱਕ ਕਿ ਉਸ ਟੁਕੜਾ ਲੱਗਣ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਨਹੀਂ ਹੋਈ, ਪਰ ਉਹਦੇ ਨੱਕ ਦੇ ਉੱਪਰ ਇੰਨਾ ਜ਼ਖਮ ਹੋ ਗਿਆ ਕਿ ਜਿਹੜੇ ਬਾਕੀ ਸਾਲ ਤਕਰੀਬਨ ਅਕਤੂਬਰ 1772 ਤੱਕ ਅਗਲੇ ਜਿਹੜੇ 10 ਸਾਲ ਉਹ ਜਿਉਂਦਾ ਰਿਹਾ, ਉਹ ਨੱਕ ਦੇ ਉੱਪਰੋਂ ਕੱਪੜਾ ਨਹੀਂ ਲਾ ਸਕਿਆ ਕਿਉਂਕਿ ਉਹ ਜ਼ਖਮ ਠੀਕ ਨਾ ਹੋ ਸਕਿਆ, ਔਰ ਉਸੇ ਨਸੂਰ ਦੇ ਕਰਕੇ ਉਸ ਦੀ ਮੌਤ ਹੋਈ। ਸੋ ਇਸ ਦੇ ਵਿੱਚੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਜੰਗ ਦਾ ਜੇਤੂ ਜਰਨੈਲ ਕੌਣ ਸੀ। ਉਸ ਤੋਂ ਬਾਅਦ ਵੀ ਸਿੱਖਾਂ ਨੇ ਅਬਦਾਲੀ ਨੂੰ ਫਿਰ ਅੰਮ੍ਰਿਤਸਰ ਜਾ ਕੇ ਵੰਗਾਰਿਆ। ਅਹਿਮਦ ਸ਼ਾਹ ਅਬਦਾਲੀ 1 ਸਾਲ ਦੇ ਕਰੀਬ ਇਸ ਇਲਾਕੇ ਦੇ ਵਿੱਚ ਰਿਹਾ ਤੇ ਅਗਲੀ ਜੰਗ ਜਿਹੜੀ ਹੈ ਇਹਨਾਂ ਹੀ ਸੂਰਬੀਰਾਂ ਦੀ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਹੋਈ ਹੈ, ਜਿਹੜੀ 17 ਅਕਤੂਬਰ 1762 ਨੂੰ ਹੋਈ ਹੈ, ਦੀਵਾਲੀ ਵਾਲੇ ਦਿਨ, ਸੂਰਜ ਗ੍ਰਹਿਣ ਦਾ ਦਿਨ ਸੀ। ਉਹ ਜੰਗ ਐਸੀ ਹੈ ਕਿ ਤੁਸੀਂ ਕਿਤੇ ਹਾਲੀਵੁੱਡ ਦੀ ਫਿਲਮ ਵੇਖੀ ਹੋਵੇਗੀ 300, ਸਪਾਰਟਾ ਦੇ ਯੋਧਿਆਂ ਨੇ ਜਿਸ ਤਰ੍ਹਾਂ ਦੇ ਨਾਲ ਈਰਾਨ ਦੀ ਫੌਜ ਦਾ ਮੁਕਾਬਲਾ ਕੀਤਾ ਸੀ, ਇਹ ਬਿਲਕੁਲ ਜੰਗ ਉਸੇ ਤਰ੍ਹਾਂ ਸੀ। ਸਿੱਖ ਜਾਨਾਂ ਹੂਲ ਕੇ ਲੜੇ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜੰਗ ਹੁੰਦੀ ਰਹੀ। ਅਹਿਮਦ ਸ਼ਾਹ ਅਬਦਾਲੀ ਅੰਮ੍ਰਿਤਸਰ ਦਾ ਮੈਦਾਨ ਛੱਡ ਕੇ ਵੀ ਲਾਹੌਰ ਚਲਾ ਗਿਆ, ਸਿੱਖਾਂ ਨੇ ਜਾ ਕੇ ਲਾਹੌਰ ਨੂੰ ਘੇਰਾ ਪਾ ਲਿਆ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਕੰਧਾਰ ਜਾ ਕੇ ਸਾਹ ਲਿਆ। ਸੋ ਇਹ ਸਿੱਖਾਂ ਦੀ ਸ਼ਕਤੀ ਸੀ, ਇਹ ਸਿੱਖਾਂ ਦੀ ਲੜਨ ਦੇ ਢੰਗ ਸੀ, ਇਹ ਸਿੱਖਾਂ ਦੀ ਯੁੱਧ ਨੀਤੀ ਸੀ। ਔਰ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ 2-3 ਹਮਲੇ ਜ਼ਰੂਰ ਕੀਤੇ ਨੇ, ਪਰ ਉਹ ਪੰਜਾਬ ਨੂੰ ਪਾਰ ਨਹੀਂ ਕਰ ਸਕਿਆ। ਤੇ ਉਸ ਤੋਂ ਬਾਅਦ ਖੈਰ ਸਿੱਖ ਰਾਜ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਤੇ ਰਾਜ ਤੇ ਉਹ ਐਸਾ ਸੀ ਕਿ ਜਿਸ ਦੇ ਉੱਪਰ ਬੇਸ਼ੱਕ ਸਾਰੇ ਏਸ਼ੀਆ ਦੇ ਵਿੱਚ ਅੰਗਰੇਜ਼ ਕਾਬਜ਼ ਹੋ ਚੁੱਕੇ ਸੀ, ਪਰ 40 ਸਾਲ ਜਿੰਨਾ ਚਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ, ਉਹਨਾਂ ਚਿਰ ਅੰਗਰੇਜ਼ ਅੱਖ ਚੁੱਕ ਕੇ ਪੰਜਾਬ ਵੱਲ ਨਹੀਂ ਵੇਖ ਸਕੇ। ਸੋ ਇਹ ਸੀ ਇਹ ਸਾਰੇ ਘਟਨਾਕ੍ਰਮ ਜਿਸ ਨਾਲ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਗੁਰੂ ਕਿਰਪਾ ਕਰੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋੜ ਹੈ ਕਿ ਸਾਨੂੰ ਆਪਣੇ ਇਤਿਹਾਸ ਦਾ, ਆਪਣੀ ਤਵਾਰੀਖ ਦਾ, ਆਪਣੇ ਵਡੇਰਿਆਂ ਦੀਆਂ ਇਹਨਾਂ ਮਾਰੀਆਂ ਹੋਈਆਂ ਮੱਲਾਂ ਦਾ ਸਾਨੂੰ ਸਾਰਾ ਗਿਆਨ ਹੋਵੇ, ਤਾਂ ਜੋ ਅਸੀਂ ਭਵਿੱਖ ਦੇ ਬੱਚਿਆਂ ਨੂੰ ਦੱਸ ਸਕੀਏ ਕਿ ਸਾਡਾ ਕੌਮੀ ਨਿਸ਼ਾਨਾ ਗੁਲਾਮੀ ਨਹੀਂ, ਸਾਡਾ ਨਿਸ਼ਾਨਾ ਆਜ਼ਾਦੀ ਹੈ। ਔਰ ਜਿਹੜੀ ਆਜ਼ਾਦੀ ਹੈ, ਫਿਰ ਜਿਹੜੀ ਗੱਲ ਸਰਦਾਰ ਚੜ੍ਹਤ ਸਿੰਘ ਨੇ ਕਹੀ ਸੀ ਕਿ ਆਜ਼ਾਦੀ ਰਾਜ ਮੰਗਿਆ ਨਹੀਂ ਮਿਲਦੇ ਤੇ ਭਿਖਾਰੀਆਂ ਦੇ ਕੋਲੋਂ ਰਾਜ ਨਹੀਂ ਹੁੰਦੇ, ਗੁਰਦੇਵ ਪਾਤਸ਼ਾਹ ਨੇ ਸਾਨੂੰ ਰਾਜ ਬਖਸ਼ਿਸ਼ ਕੀਤਾ ਹੈ। ਸਰਦਾਰ ਚੜ੍ਹਤ ਸਿੰਘ ਨੇ ਅਬਦਾਲੀ ਨੂੰ ਸੁਨੇਹੇ ਦੇ ਵਿੱਚ ਇੱਕ ਗੱਲ ਕਹੀ ਸੀ, ਕਹਿੰਦਾ ਸੀ ਜਿਸ ਦਿਨ ਸਾਡੇ ਵਡੇਰਿਆਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀਸ ਭੇਟ ਕਰ ਦਿੱਤੇ ਸੀ, ਸਾਡੇ ਮਸਤਕ ਦੇ ਵਿੱਚ ਰਾਜ ਤਾਂ ਉਸ ਵੇਲੇ ਲਿਖਿਆ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਅਸੀਂ ਲੈਣਾ ਕਦੋਂ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।